हाँ जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। 2022 ਦੇ ਆਖਰੀ ਪਲਾਂ ਤੇ 2023 ਦੀ ਦਹਲੀਜ਼ ਤੇ ਖਲੋ ਕੇ ਆਪਾਂ ਇਸ ਸਾਲ ਦਾ ਆਖਰੀ ਬੰਧਨਵਾਰ ਕਰ ਰਹੇ ਹਾਂ। ਇਸ ਬੰਧਨਵਾਰ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। 2022 ਤੁਰ ਗਿਆ 23 ਗਿਆ ਹੈ ਆ, ਜਾਂਦੇ ਨੂੰ ਕਹਿ ਅਲਵਿਦਾ, ਆਉਂਦੇ ਦੀ ਖੈਰ ਮਨਾ। आओ दोस्तों, 2022 ਦੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਹੋਏ ਤੇ 2022 ਦੀਆਂ ਕਮੀਆਂ ਦਾ ਅਵਲੋਕਨ ਕਰਦੇ ਹੋਏ 2023 ਨੂੰ ਖੁਸ਼ਾਮਦੀਦ ਆਖੀਏ। ਅੱਜ ਦੇ ਇਸ ਬੰਧਨਵਾਰ ਦੇ ਵਿੱਚ ਸ਼ਾਮਲ ਹੋਈਏ। ਡਾਕਟਰ ਸਰਬਜੀਤ ਕੌਰ ਸੋਲ ਤੇ ਡਾਕਟਰ ਰਵੇਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਵੱਲੋਂ ਇਹ ਰੈਗੂਲਰ ਫੀਚਰ ਹਰ ਮਹੀਨੇ ਦੇ ਅਖੀਰਲੇ ਦਿਨ ਅਖੀਰਲੀ ਤਰੀਕ ਨੂੰ ਚਲਾਇਆ ਜਾ ਰਿਹਾ ਹੈ। ਇਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਅਸੀਂ ਰੈਗੂਲਰਿਟੀ ਦੇ ਵਿੱਚ ਪੰਜਾਬੀ ਸਾਹਿਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਦੇ ਰਹੇ ਹਾਂ। ਅੱਜ ਕਿਉਂਕਿ 2022 ਸਾਡੇ ਕੋਲੋਂ ਲੰਘ ਰਿਹਾ ਹੈ, ਹੁਣ ਤੋਂ 4 ਘੰਟਿਆਂ ਬਾਅਦ ਅਸੀਂ 2023 ਦੇ ਵਿੱਚ ਪ੍ਰਵੇਸ਼ ਕਰ ਜਾਾਂਗੇ ਤੇ ਮਨੁੱਖ ਦਾ ਫਰਜ਼ ਬਣਦਾ ਹੈ ਕਿ ਸਮੇਂ ਦੀ ਦਹਲੀਜ਼ ਤੇ ਖੜੋ ਕੇ ਪਿੱਛੇ ਵੱਲ ਜ਼ਰੂਰ ਝਾਤ ਮਾਰੇ ਕਿ ਅਸੀਂ ਕੀ ਪ੍ਰਾਪਤ ਕੀਤਾ, ਕੀ ਖੱਟਿਆ, ਕੀ ਗਵਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੀ ਏਜੰਡੇ ਤੇ ਕੀ ਤਹਈਏ ਹੋਣਗੇ। ਪੰਜਾਬੀ ਸਾਹਿਤ ਨੇ 2022 ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਸਾਹਿਤ ਦੀਆਂ ਅਲੱਗ-ਅਲੱਗ ਸਿਨਫਾਂ ਤੇ ਬਹੁਤ ਸਾਰਾ ਕੰਮ ਹੋਇਆ ਹੈ, ਚਾਹੇ ਉਹ ਕਵਿਤਾ ਹੈ, ਚਾਹੇ ਉਹ ਨਾਵਲ ਹੈ, ਚਾਹੇ ਉਹ ਕਹਾਣੀ ਹੈ, ਚਾਹੇ ਉਹ ਵਾਰਤਕ ਹੈ, ਚਾਹੇ ਨਾਟਕ ਹੈ ਤੇ ਚਾਹੇ ਸਾਹਿਤ ਦੇ ਬਾਕੀ ਬਹੁਤ ਸਾਰੇ ਰੂਪ ਨੇ। ਸੋਸ਼ਲ ਮੀਡੀਆ ਤੋਂ ਲੈ ਕੇ ਆਨਲਾਈਨ ਤੇ ਆਫਲਾਈਨ ਅਸੀਂ ਕਰੋਨਾ ਤੋਂ ਬਾਅਦ ਤੇ ਕਿਸਾਨੀ ਸੰਘਰਸ਼ ਤੋਂ ਬਾਅਦ 2022 ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਆਪਾਂ ਅੱਜ ਇਸ ਕੰਮ ਦੀ ਪੜਚੋਲ ਕਰਨੀ ਹੈ, ਇਸ ਕੰਮ ਦਾ ਰਿਵਿਊ ਕਰਨਾ ਹੈ ਤੇ ਇਸ ਰਿਵਿਊ ਕਰਨ ਦੇ ਲਈ ਸਾਡੇ ਕੋਲੇ 5 ਵੱਡੇ ਵਿਦਵਾਨ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਸਭ ਤੋਂ ਵੱਡੇ ਵਿਦਵਾਨ ਹਰਪਾਲ ਪੰਨੂ ਹੋਰਾਂ ਦਾ, ਜਿਨ੍ਹਾਂ ਦਾ ਵਾਰਤਕ ਦੇ ਵਿੱਚ ਵੱਡਾ ਨਾਂ ਹੈ। ਇਹਨਾਂ ਬਾਰੇ ਆਪਾਂ ਤਫਸੀਲ ਦੇ ਵਿੱਚ ਬਾਅਦ ਚ ਗੱਲਾਂ ਕਰਾਂਗੇ। ਇਹਦੇ ਨਾਲ ਡਾਕਟਰ ਅਰਵਿੰਦਰ ਕਾਕੜਾ, ਜਿਹੜੇ ਜ਼ਿੰਦਗੀ ਦੇ ਵਿੱਚ ਵੀ ਲਗਾਤਾਰ ਜੂਝ ਰਹੇ ਨੇ ਤੇ ਸਾਹਿਤ ਦੇ ਖੇਤਰ ਦੇ ਵਿੱਚ ਵੀ ਬਹੁਤ ਕਮਾਲ ਦਾ ਕੰਮ ਕਰਦੇ ਨੇ। ਡਾਕਟਰ JP ਸੇਖੋਂ, ਜਿਨ੍ਹਾਂ ਦਾ ਕਹਾਣੀ ਤੇ ਨਾਵਲ ਦੀ ਆਲੋਚਨਾ ਦੇ ਵਿੱਚ ਵੱਡਾ ਨਾਂ ਹੈ। ਸਤਪਾਲ ਭੀਖੀ, ਜਿਹੜੇ ਪੰਜਾਬੀ ਦੇ ਮਲਟੀ ਟੈਲੈਂਟਡ ਲੇਖਕ ਨੇ, ਖਾਸ ਤੌਰ ਤੇ ਬਾਲ ਸਾਹਿਤ ਤੇ ਯੁਵਾ ਸਾਹਿਤ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਕਵਿਤਾ ਦੇ ਨਾਲ ਉਹ ਆਪਣੇ ਆਪ ਦੇ ਵਿੱਚ ਮਿਸਾਲ ਹੈ। ਤੇ ਪ੍ਰਕਾਸ਼ਨ ਦੇ ਖੇਤਰ ਦੇ ਵਿੱਚ ਪ੍ਰੀਤੀ ਸ਼ੈਲੀ ਸਾਡੇ ਨਾਲ ਨੇ, ਉਹ ਨੌਜਵਾਨ ਪਬਲਿਸ਼ਰਾਂ ਦੇ ਵਿੱਚੋਂ ਸਿਰ ਕੱਢ ਨੇ ਤੇ ਇਹਨਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੈ। ਮੈਂ ਸਾਡੇ 5 ਵਿਦਵਾਨਾਂ ਨੂੰ ਆਪਣੇ ਵੱਲੋਂ ਜੀ ਆਇਆਂ ਕਹਿਣਾ, ਪੰਜਾਬ ਸਾਹਿਤ ਅਕਾਦਮੀ ਵੱਲੋਂ ਜੀ ਆਇਆਂ ਕਹਿਣਾ ਤੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਤੇ ਸਵਾਗਤ ਕਰਨ ਲਈ ਸਾਡੇ ਅਕਾਦਮੀ ਦੇ ਸਕੱਤਰ ਡਾਕਟਰ ਰਵੇਲ ਸਿੰਘ ਹੋਰਾਂ ਨੂੰ ਸੱਦਾ ਦਿੰਦਾ ਕਿ ਅੱਜ ਦੇ ਉਹ ਜੋ ਆਰੰਭਕ ਅਲਫਾਜ਼ ਨੇ ਉਹ ਕਹਿਣਗੇ ਤੇ ਸਾਡੇ ਮਹਿਮਾਨਾਂ ਦਾ ਸਵਾਗਤ ਕਰਨਗੇ। ਡਾਕਟਰ ਰਵੇਲ ਸਿੰਘ। ਬਹੁਤ ਸ਼ੁਕਰੀਆ ਕੁਲਦੀਪ ਜੀ। ਸਭ ਤੋਂ ਪਹਿਲੇ ਤੇ 2022 ਜਾ ਰਿਹਾ ਹੈ ਔਰ 23 ਆ ਰਿਹਾ। ਸਭ ਨੂੰ ਨਵੇਂ ਸਾਲ ਦੀਆਂ, ਆਉਣ ਵਾਲੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪੰਜਾਬੀ ਸਾਹਿਤ ਲਈ, ਪੰਜਾਬੀ ਲੇਖਕਾਂ ਲਈ, ਸਾਡੇ ਸਾਰਿਆਂ ਲਈ ਨਵਾਂ ਸਾਲ ਸੁਹੰਦੜਾ ਹੋਵੇ, ਨਵੀਆਂ ਪ੍ਰਾਪਤੀਆਂ ਵਾਲਾ ਸਾਲ ਹੋਵੇ ਔਰ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਜਿਹੜੇ ਦਸਹੱਦੇ ਲੱਭਣ ਦਾ ਸਾਲ ਹੋਵੇ। ਸੋ ਅੱਜ ਜਿਵੇਂ ਕੁਲਦੀਪ ਜੀ ਦੱਸਿਆ ਕਿ ਬੰਧਨਵਾਰ ਸਾਲ ਦਾ ਆਖਰੀ ਬੰਧਨਵਾਰ ਹੈ ਔਰ ਅਸੀਂ ਲਗਾਤਾਰ ਇਸ ਪ੍ਰੋਗਰਾਮ ਰਾਹੀਂ ਪੰਜਾਬੀ ਸਾਹਿਤ ਦੇ ਵੱਖ-ਵੱਖ ਪੱਖਾਂ, ਵੱਖ-ਵੱਖ ਵਿਸ਼ਿਆਂ ਬਾਰੇ ਡਿਸਕਸ਼ਨਸ ਕਰਦੇ ਰਹਿੰਦੇ ਹਾਂ। ਔਰ ਅੱਜ ਦਾ ਜਿਹੜਾ ਹੈ ਬੰਧਨਵਾਰ, ਉਹ 2022 ਦੇ ਸਾਹਿਤ ਦਾ ਸਰਵੇਖਣ ਤੇ ਮੁਲਾਂਕਣ ਕਰਨ ਵਾਲੀ ਗੱਲ ਹੈ। ਔਰ ਇਹ ਇੰਨਾ ਵੱਡਾ ਸਬਜੈਕਟ ਹੈ ਕਿ ਘੰਟੇ 1.5 ਘੰਟੇ ਵਿੱਚ ਇਹਨੂੰ ਨਿਭਾਉਣਾ ਬੜਾ ਔਖਾ ਹੈ। ਪਰ ਕਿਉਂਕਿ ਸਾਡੇ ਪਾਸ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਰੀ ਨੇ, ਅਰਵਿੰਦਰ ਕਾਕੜਾ ਜੀ ਦੇ, JP ਸੇਖੋਂ ਨੇ,
ਸਤਪਾਲ ਭੀਖੀ ਜੋ ਪ੍ਰੀਤੀ ਸ਼ੈਲੀ ਜੀ ਨੇ, ਔਰ ਨਾਲ ਕੁਲਦੀਪ ਦੀਪ ਹੋਰਾਂ ਦੀ ਜੋ ਸਪੋਰਟ ਹੈ, ਮੈਨੂੰ ਲੱਗਦਾ ਹੈ ਕਿ ਅਸੀਂ ਨਿਆਂ ਕਰ ਪਾਵਾਂਗੇ ਇਹਦੇ ਸਰਵੇਖਣ ਨਾਲ, ਮੁਲਾਂਕਣ ਨਾਲ। ਔਰ ਡਾਕਟਰ ਸਰਬਜੀਤ ਸੋਹਲ ਹੋਰੀ ਵੀ ਸਾਡੇ ਨਾਲ ਨੇ। ਮੈਨੂੰ ਜਦੋਂ ਮੈਂ ਪੰਜਾਬੀ ਸਾਹਿਤ ਦੇ ਇਸ ਸਿਨੈਰੀਓ ਵੱਲ 1 ਸਾਲ ਦੇ ਵੱਲ ਦੇਖਦਾ, ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ। ਖਾਸ ਕਰਕੇ ਕਵਿਤਾ ਤੇ ਕਹਾਣੀ ਤੇ ਨਾਟਕ ਦੇ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ ਵੱਡੀਆਂ, ਔਰ ਕੁਛ ਨਾਵਲ ਦੇ ਖੇਤਰ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਸਾਡੇ ਕੋਲ ਜਿਸ ਤਰ੍ਹਾਂ ਦਾ ਨਾਵਲ ਆਉਣਾ ਚਾਹੀਦਾ ਜਾਂ ਜਿੰਨੀ ਗਿਣਤੀ ਵਿੱਚ ਆਉਣਾ ਚਾਹੀਦਾ, ਉਨੀ ਗਿਣਤੀ 'ਚ ਨਹੀਂ ਆਇਆ। ਕਵਿਤਾ ਦੇ ਖੇਤਰ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਜਿਹਦਾ ਮੁਲਾਂਕਣ ਕਰਨਗੇ ਅਰਵਿੰਦਰ ਕਾਕੜਾ ਜੀ, ਪਰ ਕਵਿਤਾ ਇੰਨੀ ਥੋਕ ਵਿੱਚ ਆ ਰਹੀ ਹੈ, ਇੰਨੀ ਬਲਕ ਵਿੱਚ ਆ ਰਹੀ ਹੈ ਕਿ ਕਵਿਤਾ ਨਾਲੋਂ ਕਵਿਤਾ ਜ਼ਿਆਦਾ ਆ ਰਹੀ ਹੈ। ਇਸ ਕਰਕੇ ਮੁਲਾਂਕਣ ਕਰਨਾ ਇਹਦਾ ਬਣਦਾ ਹੈ। ਔਰ ਵਿਸ਼ੇਸ਼ ਕਰਕੇ ਕਿਸਾਨੀ ਅੰਦੋਲਨ ਤੇ COVID-19 ਨੇ ਬੜੇ ਨਵੇਂ ਰਸਤੇ ਖੋਲੇ ਸੀ। ਉਹਦੇ ਵਿੱਚ ਨਾਟਕ ਤੇ ਰੰਗਮੰਚ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਜ਼ਰੂਰ ਲੱਗਦਾ ਵੱਡਾ ਹੋਏਗਾ, ਕਿਉਂਕਿ ਰੰਗਮੰਚ ਨੇ ਹਾਰ ਨਹੀਂ ਮੰਨੀ, ਔਰ ਕਿਸਾਨੀ ਅੰਦੋਲਨ ਨੂੰ ਜੋ ਸੇਧ ਪੰਜਾਬੀ ਨਾਟਕ ਦੇ ਰੰਗਮੰਚ ਨੇ ਦਿੱਤੀ, ਉਹ ਵੀ ਤੁਹਾਡੇ ਸਾਰਿਆਂ ਦੇ ਨਿਗਾਹ ਹੇਠ ਹੋਏਗਾ ਔਰ ਉਹਦੇ ਬਾਰੇ ਗੱਲਬਾਤ ਹੋਏਗੀ। ਇੱਕ ਗੱਲ ਜੋ ਮੈਨੂੰ ਲੱਗਦੀ ਹੈ ਪੰਜਾਬੀ ਸਾਹਿਤ ਬਾਰੇ, ਕਿ ਸਾਡੇ ਕੋਲ ਸਾਡੇ ਲੇਖਕ ਬਣੀਆਂ ਪੈੜਾਂ ਤੇ ਤੁਰਨ ਦੇ ਆਦੀ ਹੋਏ ਅਸੀਂ ਸਾਰੇ, ਅਸੀਂ ਵੀ ਉਹਨਾਂ ਵਿੱਚ ਸ਼ਾਮਲ ਹਾਂ। ਅਸੀਂ ਨਵੀਆਂ ਪੈੜਾਂ ਨਹੀਂ ਪਾ ਰਹੇ, ਇਹਦੇ ਕਾਰਨ ਵੀ ਦੇਖਣੇ ਪੈਣਗੇ। ਮੈਂ ਅਜੇ ਕੱਲ ਹੀ ਜਾਂ ਪਰਸੋਂ ਇੱਕ ਕਿਤਾਬ ਬਾਰੇ ਦੇਖਿਆ ਜਿਹਦੇ ਵਿੱਚ ਉਹ ਲਿਖ ਰਹੀ ਆ ਲੇਖਕਾ ਕਿ ਮੇਰੀ ਇਹ ਬਾਇਓ ਫਿਕਸ਼ਨ ਹੈ। ਹੁਣ ਇੱਕ ਨਵੀਂ ਵਿਧਾ ਬਾਇਓ ਫਿਕਸ਼ਨ ਹੈ ਜਿਹੜੀ ਸਾਡੇ ਕੋਲ ਹੈਗੀ ਆ, ਪਰ ਸਾਨੂੰ ਪਤਾ ਨਹੀਂ ਹੈ। ਸਾਡੇ ਕੁਛ ਲੇਖਕਾਂ ਨੇ ਲਿਖੇ ਆ ਨਾਵਲ ਏਦਾਂ ਦੇ ਕਿ ਜਿਹੜੇ ਸਵੈ ਜੀਵਨੀ ਤੇ ਗਲਪ ਦੇ ਅੰਸ਼ ਮਿਲੇ ਹੋਏ ਹੋਣ। ਮੈਨੂੰ ਉਰਦੂ ਦਾ ਇੱਕ ਨਾਵਲ ਯਾਦ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ, ਉਹਦਾ ਨਾਮ ਸੀ ਗਿਆਨ ਸਿੰਘ ਸ਼ਾਤਰ। ਉਹ ਗਿਆਨ ਸਿੰਘ ਸ਼ਾਤਰ ਦਾ ਹੀ ਨਾਵਲ ਸੀ, ਗਿਆਨ ਸਿੰਘ ਸ਼ਾਤਰ ਹੀ ਉਹਦਾ ਨਾਮ ਸੀ। ਦੈਟ ਵਾਜ਼ ਬਾਇਓ ਫਿਕਸ਼ਨ। ਸਾਡੇ ਕੋਲ ਵੀ ਇਦਾਂ ਦੀਆਂ ਹੋਣਗੀਆਂ, ਪਰ ਅਸੀਂ ਨਵੀਆਂ ਜਿਹੜੀਆਂ ਦਿਸ਼ਾਵਾਂ ਵੱਲ ਨਹੀਂ ਵੱਧਦੇ। ਇਹਦੇ ਕੀ ਰੀਜ਼ਨ ਹੈ? ਕਿਉਂਕਿ ਅਸੀਂ ਸਾਹਿਤ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਉਹਦੀ ਪੈੜ ਦੇ ਵਿੱਚ ਹੀ ਤੁਰੇ ਰਹਿੰਦੇ ਹਾਂ। ਔਰ ਦੂਜਾ ਜੋ ਮੈਨੂੰ ਲੱਗਦਾ ਹੈ ਕਿ ਖਾਸ ਕਰਕੇ ਜੋ ਹੁਣ ਜਿਵੇਂ ਪੰਜਾਬ ਵਿੱਚੋਂ ਬਹੁਤ ਪ੍ਰਵਾਸ ਧਾਰਨ ਹੋ ਰਿਹਾ, ਸਾਡੇ ਬਹੁਤ ਸਾਰੇ ਲੇਖਕ ਬਾਹਰ ਗਏ ਆ ਪਿਛਲੇ ਦਿਨਾਂ 'ਚ, ਪਿਛਲੇ 5-7 ਸਾਲਾਂ 'ਚ ਸਥਾਪਿਤ ਲੇਖਕ ਜਾ ਕੇ ਬਾਹਰਲੇ ਦੇਸ਼ਾਂ 'ਚ ਉਹਨੇ ਪ੍ਰਵਾਸ ਧਾਰਨ ਕੀਤਾ ਔਰ ਬੈਠੇ ਆ। ਔਰ ਜਦੋਂ ਉਹਨਾਂ ਦੀਆਂ ਲੇਖਣੀਆਂ ਅਸੀਂ ਪੜ੍ਹਦੇ, ਮੈਨੂੰ ਵਿਸ਼ੇਸ਼ ਉਹ ਧਿਆਨ ਸਾਡਾ ਉਹਨਾਂ ਤੇ ਰਹਿਣਾ ਚਾਹੀਦਾ, ਕਿਉਂਕਿ ਅਸੀਂ ਜੇ ਮੈਂ ਕਹਿ ਰਿਹਾ ਕਿ ਅਸੀਂ ਇੱਥੇ ਲਕੀਰ ਦੇ ਫਕੀਰ ਹੋ ਕੇ ਲਿਖੀ ਜਾ ਰਹੇ ਹਾਂ, ਤੇ ਮੈਨੂੰ ਲੱਗਦਾ ਕਿ ਉਹ ਲੇਖਕ ਜਿਹੜੇ ਉੱਥੇ ਗਏ ਆ, ਉਹ ਜਾ ਕੇ ਉੱਥੇ ਦੀਆਂ ਸੱਭਿਆਚਾਰਾਂ ਨਾਲ, ਉੱਥੇ ਦੇ ਲੇਖਕਾਂ ਨਾਲ 2-4 ਹੋਣਗੇ, ਔਰ ਉੱਥੋਂ ਦੇ ਜਿਹੜੇ ਲੇਖਕਾਂ ਦੇ ਨਾਲ ਜਦੋਂ ਉਹ ਆਦਾਨ ਪ੍ਰਦਾਨ ਦਾ ਕੁਛ ਕਰਨਗੇ ਜਾਂ ਉਹਨਾਂ ਤੋਂ ਕੁਛ ਲੈਣਗੇ, ਤਾਂ ਉਹਨਾਂ ਦੀ ਲੇਖਣੀ ਦੇ ਵਿੱਚੋਂ ਨਜ਼ਰ ਆਏਗਾ ਏਦਾਂ ਦਾ ਕੁਛ ਉੱਭਰ ਕੇ ਵੱਖਰਾ ਨਜ਼ਰ ਨਹੀਂ ਆ ਰਿਹਾ ਪੰਜਾਬੀ ਸਾਹਿਤ ਵਿੱਚ ਮੈਨੂੰ, ਕਿ ਜਿਹੜੀਆਂ ਉਹਨਾਂ ਤੋਂ ਆਸਾਂ ਸੀ। ਵੱਡੇ ਲੇਖਕ ਸਾਡੇ ਗਏ ਆ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਵੀ, ਪਰ ਬਹੁਤ ਉਸ ਤੋਂ ਪਹਿਲਾਂ ਵੀ ਬੜੇ ਵੱਡੇ ਲੇਖਕ ਰਹਿ ਰਹੇ ਆ ਬਾਹਰ। ਉਹ ਵੀ ਮੈਨੂੰ ਲੱਗਦਾ ਹੈ ਕਿ ਸਾਡੇ ਲੇਖਕਾਂ ਨੇ ਆਪੋ ਆਪਣੀ ਜਿਹੜੀ ਹੈਗੀ ਆਪਣੇ ਬਣਾਏ ਹੋਏ ਆ ਕੋਨਿਆਂ ਵਿੱਚ ਰਹਿਣਾ ਅਸੀਂ ਸਿੱਖੇ ਹੋਏ ਆ, ਕਿ ਆਪਣੇ ਪੰਜਾਬੀ ਲੇਖਕਾਂ ਦੇ ਪੰਜਾਬੀ ਵਰਡ ਵਿੱਚ ਹੀ ਬਹੁਤੇ ਲੇਖਕ ਰਹਿ ਰਹੇ ਆ। ਇਹ ਮੇਰੀ 1-2 ਲੇਖਕਾਂ ਨਾਲ ਕੈਨੇਡਾ ਵਿੱਚ ਗੱਲ ਵੀ ਹੋਈ ਸੀ, ਖਾਸ ਕਰਕੇ ਨਵਤੇਜ ਭਾਰਤੀ ਹੋਰਾਂ ਨਾਲ, ਉਹਨਾਂ ਦੇ ਬ੍ਰਦਰ ਨਾਲ। ਉਹ ਜਾਂਦੇ ਨਹੀਂ, ਮੈਨੂੰ ਲੱਗਿਆ ਕਿ ਉਹ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਅੰਗਰੇਜ਼ਾਂ ਦੀਆਂ ਦੂਜੀਆਂ ਭਾਸ਼ਾਵਾਂ ਦੇ ਅੰਗਰੇਜ਼ੀ ਵਾਲਿਆਂ ਦੇ ਵਿੱਚ ਜਾ ਕੇ ਬੈਠਦੇ ਆ। ਪਰ ਸਾਡੇ ਬਾਕੀ ਆਮ ਜਿਹੜਾ ਲੇਖਕ ਹੈ, ਬਹੁਤਾ ਹੀ ਲੇਖਕ ਜਿਹੜੇ ਆ, ਉਹਨਾਂ ਦਾ ਬਾਕੀ ਜਿਹੜੀਆਂ ਭਾਸ਼ਾਵਾਂ ਦੇ ਸਾਹਿਤ ਦਾ ਸਾਡੇ ਤੇ ਅਸਰ ਨਹੀਂ ਹੋ ਰਿਹਾ। ਦੂਜਾ, ਸਾਡੇ ਟ੍ਰਾਂਸਲੇਸ਼ਨਸ ਦੀ ਬਹੁਤ ਕਮੀ ਹੈ। ਹੁਣ ਅਸੀਂ ਭਾਈ ਵੀਰ ਸਿੰਘ ਦਾ 150 ਸਾਲਾ ਮਨਾ ਰਹੇ ਹਾਂ ਇਸ ਸਾਲ, ਔਰ ਉਹਦੀ ਇੱਕ ਕਮੇਟੀ ਦੀ ਮੀਟਿੰਗ ਸੀ ਜਿਹਦੇ ਵਿੱਚ ਇਹਨੂੰ ਚੇਅਰ ਡਾਕਟਰ ਮਨਮੋਹਨ ਸਿੰਘ ਕਰ ਰਹੇ ਸੀ। ਉਸ ਦਿਨ ਟ੍ਰਾਂਸਲੇਸ਼ਨਸ ਦੀ ਗੱਲ ਹੋਈ ਕਿ ਭਾਈ ਵੀਰ ਸਿੰਘ ਜੇ ਟ੍ਰਾਂਸਲੇਟ ਹੋਇਆ ਹੁੰਦਾ ਤੇ ਸ਼ਾਇਦ ਉਹਨੂੰ ਕੋਈ ਇੰਟਰਨੈਸ਼ਨਲ ਅਵਾਰਡ ਮਿਲ ਜਾਂਦਾ। ਇਸੇ ਹੀ ਕਮੀ ਦੀ ਵਜ੍ਹਾ ਨਾਲ ਪੰਜਾਬੀ ਦੀ ਕਿਸੇ ਕਿਤਾਬ ਨੂੰ ਕੋਈ ਇੰਟਰਨੈਸ਼ਨਲ ਅਵਾਰਡ ਨਹੀਂ ਮਿਲਦਾ, ਕਿਉਂਕਿ ਅਸੀਂ ਟ੍ਰਾਂਸਲੇਟ ਨਹੀਂ ਹੁੰਦੇ। ਸਾਡੇ ਕੋਲ ਰਚਨਾਵਾਂ ਬੜੀਆਂ ਪੁਖਤਾ ਨੇ, ਬਹੁਤ ਵਧੀਆ ਲਿਖਿਆ ਵੀ ਜਾ ਰਿਹਾ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਜਿਹੜੇ ਫੈਸਲਾ ਕਰਨ ਲੋਕ ਹੈਗੇ।
ਸੋ ਕੁਝ ਇਸ ਤਰ੍ਹਾਂ ਦੇ ਵਿਚਾਰ ਸੀ। ਜਾਂ ਮੈਨੂੰ ਸਤਪਾਲ ਭਿੱਖੀ ਹੋਰੀ ਵਿੱਚ ਬੈਠੇ ਨੇ ਸਾਡੇ, ਜਿਹੜੀ ਸਾਡੀ ਸਾਹਿਤਕ ਪੱਤਰਕਾਰੀ ਆ, ਉਹ ਪਿਛਲੇ 2-3 ਸਾਲਾਂ ਵਿੱਚ ਉਹਦਾ ਕੀ ਹਾਲ ਹੋਇਆ। ਸਾਡੇ ਕੋਲ 2-3 ਗਿਣਵੇਂ ਮੈਗਜ਼ੀਨ ਰਹਿ ਗਏ ਜਿਹੜੇ ਸਾਹਿਤਕ ਪੱਤਰਕਾਰੀ 'ਚ ਖੜੇ ਰਹਿ ਗਏ। ਬਹੁਤੇ ਮੈਗਜ਼ੀਨ ਸਾਡੇ ਕਿਉਂ ਬੰਦ ਹੋ ਰਹੇ ਆ? ਇਹਦੇ ਪਿੱਛੇ ਵੀ ਸਾਨੂੰ ਰੀਜ਼ਨਸ ਲੱਭਣੇ ਪੈਣਗੇ। ਕੋਈ ਇਕਨੋਮਿਕ ਰੀਜ਼ਨ ਤਾਂ ਹੈ ਹੀ ਹੈ, ਪਰ ਉਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਕਾਰਨ ਹੈ ਜਿਨ੍ਹਾਂ ਬਾਰੇ ਮੈਨੂੰ ਲੱਗਦਾ ਕਿ ਚਰਚਾ ਹੋਏਗੀ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ। ਮੈਂ ਤੇ ਸਿਰਫ ਗੱਲ ਪਖਾਉਣ ਵਾਸਤੇ ਇੱਕ ਥੋੜਾ ਜਿਹਾ ਆਪਣੀ ਗੱਲ ਕੀਤੀ ਹੈ। ਬਾਕੀ ਤੇ ਸਾਰੇ ਵਿਦਵਾਨ ਲੋਕ ਬੈਠੇ ਨੇ, ਪਰ ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਗੱਲਾਂ ਕਰੋਗੇ ਆਪੋ ਆਪਣੀ ਖੇਤਰ ਦੀਆਂ, ਆਪੋ ਆਪਣੀ ਵਿਧਾ ਦੀਆਂ, ਤੇ ਉਸ ਵੇਲੇ ਇਹ ਗੱਲਾਂ ਉਗੜ ਕੇ ਆਉਣਗੀਆਂ। ਔਰ ਖਾਸ ਕਰਕੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਣੀ, ਜਿਹੜੇ ਬਹੁਤ ਜ਼ਿਆਦਾ ਪੜ੍ਹਦੇ ਨੇ ਔਰ ਬਹੁਤ ਜ਼ਿਆਦਾ ਉਹਨਾਂ ਦਾ ਗਿਆਨ ਹੈ, ਉਹਨਾਂ ਤੋਂ ਜਦੋਂ ਉਹ ਆਉਣਗੇ ਤੇ ਉਹ ਮੈਨੂੰ ਲੱਗਦਾ ਕਿ ਉਹ ਸਾਰੀ ਗੱਲ ਨੂੰ ਜਿਹੜੀ ਹੈਗੀ ਆ ਉਹ ਨਿਬੇੜਨਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਸਾਡੇ ਸਿਰ ਮੱਥੇ। ਔਰ ਉਮੀਦ ਕਰਾਂਗੇ ਕਿ ਅਗਲੇ ਸਾਲ ਵੀ ਅਸੀਂ ਇੱਦਾਂ ਹੀ ਇਹ ਪ੍ਰੋਗਰਾਮ ਜਾਰੀ ਰੱਖਾਂਗੇ, ਇਹ ਸਰਗਰਮੀਆਂ ਜਾਰੀ ਰਹਿਣਗੀਆਂ ਔਰ ਅਸੀਂ ਸਾਰੇ ਮਿਲਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਜੀ ਆਇਆਂ ਨੂੰ, ਔਰ ਇੱਕ ਵਾਰ ਫਿਰ ਨਵਾਂ ਸਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਪੰਜਾਬੀ ਅਦਬ ਦੇ, ਪੰਜਾਬੀ ਸਾਹਿਤ ਦੇ ਕੁਝ ਭਖਦੇ ਮੁੱਦਿਆਂ ਤੇ ਗੱਲਬਾਤ ਕੀਤੀ, ਕੁਝ ਦੁੱਖ ਦੀ ਰਗ ਤੇ ਉਂਗਲ ਰੱਖੀ। ਤੇ ਆਪਾਂ ਆਪਣੀ ਅੱਜ ਦੀ ਗੱਲਬਾਤ ਦੇ ਵਿੱਚ ਵੀ ਤੇ ਇਸ ਤੋਂ ਬਾਅਦ ਵਾਲੀ ਗੱਲਬਾਤ ਦੇ ਵਿੱਚ ਵੀ ਇਹਨਾਂ ਮੁੱਦਿਆਂ ਨੂੰ ਛੂਹਾਂਗੇ। ਤੇ ਮੈਂ ਸਾਡੇ ਹੁਣ ਮਹਿਮਾਨ ਪੈਨਲ ਦੇ ਵਿੱਚੋਂ ਸਭ ਤੋਂ ਪਹਿਲਾਂ ਸੱਦਾ ਦੇਵਾਂਗਾ ਚਰਚਾ ਕਰਨ ਲਈ ਡਾਕਟਰ JB ਸੇਖੋਂ ਹੋਰਾਂ ਨੂੰ। ਡਾਕਟਰ JB ਸੇਖੋਂ ਇਸ ਵੇਲੇ ਗਲਪ ਦੇ ਖੇਤਰ ਦੇ ਵਿੱਚ, ਕਹਾਣੀ ਤੇ ਨੋਵਲ ਦੇ ਖੇਤਰ ਦੇ ਵਿੱਚ ਬਹੁਤ ਖੂਬਸੂਰਤ ਕੰਮ ਕਰਦੇ ਨੇ। ਹਰ ਸਾਲ ਉਹਨਾਂ ਦਾ ਨਵੇਂ ਜ਼ਮਾਨੇ ਦੇ ਵਿੱਚ ਰੈਗੂਲਰ ਫੀਚਰ ਹੈ। 1 ਸਾਲ ਦੇ ਸਮੁੱਚੇ ਨਾਵਲ ਤੇ ਕਹਾਣੀ ਦੇ ਉੱਤੇ ਇਹ ਰਿਵਿਊ ਕਰਦੇ ਨੇ, ਖਾਸ ਤੌਰ ਤੇ ਕਹਾਣੀ ਦੇ ਉੱਤੇ, ਪਰ ਨਾਵਲ ਦੇ ਉੱਤੇ ਵੀ ਇਹਨਾਂ ਦਾ ਬਹੁਤ ਸਾਰਾ ਕੰਮ ਹੈ। ਖਾਲਸਾ ਕਾਲਜ ਮਾਲਪੁਰ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਨੇ। 5 ਦੇ ਕਰੀਬ ਇਹਨਾਂ ਦੀਆਂ ਕਿਤਾਬਾਂ ਨੇ ਤੇ ਇਸ ਵੇਲੇ ਬਹੁਤ ਸਾਰੇ ਰਿਸਰਚ ਪੇਪਰ, ਬਹੁਤ ਸਾਰੇ ਮੈਗਜ਼ੀਨਾਂ ਦੇ ਵਿੱਚ ਤੇ ਕਿਤਾਬਾਂ ਦੇ ਵਿੱਚ ਇਹਨਾਂ ਦੇ ਆ ਰਹੇ ਨੇ। ਮੈਂ JB ਸੇਖੋਂ ਹੋਰਾਂ ਨੂੰ ਸੱਦਾ ਦੇਵਾਂਗਾ ਕਿ ਉਹ 10 ਮਿੰਟ ਦੇ ਵਿੱਚ ਪਹਿਲੇ ਰਾਊਂਡ ਦੇ ਵਿੱਚ ਇਸ ਵੇਲੇ ਪੰਜਾਬੀ ਨਾਵਲ ਦੀ ਤੇ ਪੰਜਾਬੀ ਕਹਾਣੀ ਦੀ ਕੀ ਸਥਿਤੀ ਹੈ, ਕੀ ਰੁਝਾਨ ਨੇ ਜਿਹੜੇ ਇਸ ਵੇਲੇ, ਮੋਟੇ ਤੌਰ ਤੇ ਆਪਾਂ ਨਾਵਾਂ ਦੀ ਗੱਲ ਘੱਟ ਕਰਨੀ ਹੈ ਪਰ ਰੁਝਾਨਾਂ ਦੀ ਗੱਲ ਵੱਧ ਕਰਨੀ ਹੈ, ਤਾਂ ਕਿ ਕੁਝ ਗੱਲਾਂ ਕਲੀਅਰ ਹੋ ਸਕਣ, ਕੁਝ ਮੁੱਦੇ ਸਪਸ਼ਟ ਹੋ ਸਕਣ ਕਿ ਸਾਡੇ ਅਦਬ ਦੀ ਦਿਸ਼ਾ ਕੀ ਹੈ। ਡਾਕਟਰ JB ਸੇਖੋਂ। ਬਹੁਤ ਡਾਕਟਰ ਕੁਲਦੀਪ ਸਿੰਘ ਜੀ, ਜੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਸਾਹਿਤ ਅਕਾਦਮੀ ਦੇ ਸਮੂਹ ਪ੍ਰਬੰਧਕਾਂ ਨੂੰ ਤੇ ਸੰਚਾਲਕ। ਤੁਸੀਂ ਬਹੁਤ ਬਿਹਤਰੀਨ ਢੰਗ ਦੇ ਨਾਲ ਜਿਸ ਤਰ੍ਹਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਬਾਰੇ ਤੁਸੀਂ ਵਿਚਾਰ ਚਰਚਾ ਦੀ ਇੱਕ ਲੜੀ ਚਲਾਈ ਹੈ, ਉਹ ਕਾਬਲੇ ਤਾਰੀਫ ਹੈ। ਤੇ ਸਾਡੇ ਇਸ ਫੰਕਸ਼ਨ ਦੇ ਵਿੱਚ ਹਰਪਾਲ ਸਿੰਘ ਪੰਨੂ ਸਾਹਿਬ ਸਾਡੇ ਦਰਮਿਆਨ ਨੇ। ਅਸੀਂ ਬਹੁਤ ਵਡਭਾਗੇ ਮਹਿਸੂਸ ਕਰਦੇ ਹਾਂ, ਉਹਨਾਂ ਦੀਆਂ ਲਿਖਤਾਂ ਵੀ ਲਗਾਤਾਰ ਪੜ੍ਹਦੇ ਹਾਂ ਤੇ ਹੋਰ ਵੀ ਬਹੁਤ ਵਿਦਵਾਨ ਸਾਥੀ ਸਾਡੇ ਨਾਲ ਹਾਜ਼ਰ ਨੇ। ਤੁਸੀਂ ਨਾਵਲ ਤੇ ਕਹਾਣੀ ਦੇ ਸੰਬੰਧੀ ਗੱਲ ਛੇੜਨ ਦੇ ਬਾਰੇ ਜੋ ਗੱਲ ਕੀਤੀ ਹੈ, ਜਿਹੜਾ 1 ਸਾਲ ਦਾ ਜਿਹੜਾ ਇੱਕ ਕਾਲਕ ਖੇਤਰ, ਆਪਾਂ ਕਾਲਖੰਡ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਕੁਝ ਵਿਧਾਵਾਂ ਦੀ ਗੱਲ ਕਰਨੀ ਹੋਵੇ ਤਾਂ ਬੜੀਆਂ ਚੁਣੌਤੀਆਂ ਸਾਹਮਣੇ ਹੁੰਦੀਆਂ, ਕਿਉਂਕਿ ਸਾਲ ਦਾ ਜਿਹੜਾ 12 ਮਹੀਨੇ ਸਾਡੇ ਕੋਲ ਹਨ, ਉਹਨਾਂ ਦੇ ਦਰਮਿਆਨ ਰਹਿ ਕੇ ਅਸੀਂ ਕਿਸੇ ਸਾਹਿਤ ਵਿਧਾ ਦੀ ਜੋ ਚਾਲ ਹੈ ਜਾਂ ਸਮੁੱਚੇ ਤੌਰ ਤੇ ਸਮਕਾਲ ਦੇ ਵਿੱਚ ਉਹਦੀ ਕੀ ਭੂਮਿਕਾ ਹੈ 1 ਸਾਲ ਦੀ, ਉਸ ਨੂੰ ਵੀ ਨਿਰਧਾਰਿਤ ਕਰਨਾ ਹੁੰਦਾ। ਤੇ ਸਾਹਿਤ ਦਾ ਕੀ ਰੁਖ ਹੈ, ਕੀ ਆਪਣੇ ਸਮੇਂ ਦੇ ਜੋ ਯਥਾਰਥ ਹੈ ਉਸ ਨੂੰ ਪੇਸ਼ ਕਰਨ ਦੇ ਕਿੰਨਾ ਕੁ ਸਮਰੱਥ ਹੈ, ਉਸ ਦੇ ਬਾਰੇ ਵੀ ਵਿਚਾਰ ਚਰਚਾ ਕਰਨੀ ਹੁੰਦੀ ਹੈ। ਨਾਵਲ ਤੇ ਕਹਾਣੀ 2 ਜਿਹੜੀਆਂ ਵਿਧਾਵਾਂ ਹਨ, ਇਹ ਗਲਪ ਦੇ ਖੇਤਰ ਦੀਆਂ ਬੜੀਆਂ ਸ਼ਕਤੀਸ਼ਾਲੀ ਵਿਧਾਵਾਂ ਹਨ ਤੇ ਇਹਨਾਂ ਦਾ ਬਹੁਤ ਯੋਗਦਾਨ ਹੈ ਕਿ ਇਹਨਾਂ ਨੇ ਪੰਜਾਬੀ ਸਮਾਜ ਨੂੰ ਤੇ ਪੰਜਾਬੀ ਮਨੁੱਖ ਦੀਆਂ ਜੋ ਵੀ ਉਹਦੇ ਮੁੱਦੇ ਹਨ, ਮਸਲੇ ਹਨ, ਜੋ ਮਨੁੱਖ ਦੀ ਹਸਤੀ ਹੋਣੀ ਹੈ, ਉਸ ਨੂੰ ਦਰਪੇਸ਼ ਜੋ ਚੁਣੌਤੀਆਂ ਹਨ, ਉਸ ਨੂੰ ਬਹੁਤ ਵੱਡੇ ਜਿਹੜੇ ਹੈਗੇ ਆ ਆਪਣੇ ਅਨੁਭਵ ਉਹਨਾਂ ਦੇ ਵਿੱਚ ਪੇਸ਼ ਕੀਤਾ। ਸਾਲ 2020 ਦੇ ਵਿੱਚ ਜਦੋਂ ਮੈਂ ਨਾਵਲ ਦੇ ਉੱਪਰ ਇੱਕ ਪੰਛੀ ਝਾਤ ਮਾਰਦਾ ਤਾਂ ਮੈਨੂੰ ਸਭ ਤੋਂ ਪਹਿਲਾਂ ਜਿਹੜੇ ਵੱਡੇ ਇੱਕ ਨੈਰੇਟਿਵ ਸਾਡੇ ਸੁਸਾਇਟੀ ਵਿੱਚ ਆਉਂਦੇ ਆ, ਉਹ ਸੀ ਕਿਸਾਨ ਅੰਦੋਲਨ ਦਾ ਤੇ ਕਰੋਨਾ ਦਾ। ਕਰੋਨਾ ਕਾਲ ਤੋਂ ਬਾਅਦ ਤੇ ਕਰੋਨਾ ਕਾਲ ਤੋਂ ਪਹਿਲਾਂ ਦਾ ਜੋ ਸਮਾਂ ਹੈ, ਇਹ ਕਿਸੇ ਵੇਲੇ ਇੱਕ ਡਿਪਾਰਚਰ ਪੁਆਇੰਟ ਵਜੋਂ
ਪਛਾਣਿਆ ਜਾਏਗਾ, ਕਿਉਂਕਿ ਹੁਣ ਅਸੀਂ ਇਸ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਇਸ ਕਰਕੇ ਇੰਨੀ ਜਲਦੀ ਤੱਤਫਟ ਰੂਪ ਦੇ ਵਿੱਚ ਤੁਰੰਤ ਪ੍ਰਤੀਕਰਮ ਦੇ ਕੇ ਕੋਈ ਗੱਲ ਕਰਨੀ ਬੜੀ ਔਖੀ ਹੈ। ਪਰ ਇਹ ਸਮਾਂ ਆਉਣ ਵਾਲੇ ਦੌਰ ਦੇ ਵਿੱਚ ਭਾਸ਼ਾ ਦੇ ਪੱਖੋਂ, ਬਿਰਤਾਂਤ ਸਿਰਜਣ ਦੀਆਂ ਵਿਧੀਆਂ ਦੇ ਪੱਖੋਂ ਇੱਕ ਤਰ੍ਹਾਂ ਦੇ ਨਾਲ ਡਿਪਾਰਚਰ ਪੁਆਇੰਟ ਵਜੋਂ ਪਛਾਣਿਆ ਜਾਏਗਾ। ਤੇ ਨਾਵਲ ਦੇ ਖੇਤਰ ਦੇ ਵਿੱਚ ਮੈਨੂੰ 4 ਨਾਵਲ ਇਸ ਸਮੇਂ 2022 ਦਾ ਸਮਾਂ ਹੈ ਉਹਦੇ ਵਿੱਚ ਦੇਖਣ ਨੂੰ ਮਿਲਦੇ ਆ, ਜਿਹੜੇ ਕਿ ਸਿੱਧੇ ਰੂਪ ਦੇ ਵਿੱਚ ਕਰੋਨਾ ਦੌਰ ਤੇ ਕਿਸਾਨ ਅੰਦੋਲਨ ਦੋਨੋਂ ਜੋ ਨੈਰੇਟਿਵ ਇੱਕ ਦੂਜੇ ਦੇ ਪੈਡਲ ਚੱਲਦੇ ਆ, ਦੋਨੋਂ ਸਮਾਨ ਅੰਤਰ ਚੱਲਦੇ ਆ, ਉਹਦੇ ਵਿੱਚ ਰਚੇ ਹੋਏ ਮਿਲਦੇ ਆ। ਬਲਬੀਰ ਪਰਵਾਨਾ ਦਾ ਨਾਵਲ ਆਇਆ ਸੀ ਟਰਾਲੀ ਯੁੱਗ, ਧਰਮ ਸਿੰਘ ਕੰਮੇਵਾਲਾ ਹੈ ਸਾਡੇ ਸ਼ਾਇਰ ਵੀ ਨੇ, ਗੀਤਕਾਰ ਨੇ, ਉਹਨਾਂ ਦਾ ਨਾਵਲ ਆਇਆ ਸੀ 378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ। ਇੱਕ ਪਰਮਜੀਤ ਜੱਜ ਸਾਡੇ ਨਾਵਲਿਸਟ ਹੈ, ਉਹ ਆਏ ਸੀ, ਉਹਨਾਂ ਦਾ ਨਾਵਲ ਕਰੋਨਾ ਤੇ ਕਿਸਾਨ। ਤੇ ਚੌਥਾ ਨਾਵਲ ਆਇਆ ਸੀ ਸੁਖਵਿੰਦਰ ਸਿੰਘ ਸੇਖੋਂ, ਅਸੀਂ ਬੰਦੂਕਾਂ ਨਹੀਂ ਬੀਜਦੇ। ਇਹ 4 ਨਾਵਲ ਹਨ ਜਿਹੜੇ ਕਿ ਕਿਸਾਨ ਅੰਦੋਲਨ ਦੇ ਵੱਖੋ ਵੱਖਰੇ ਪਸਾਰ ਹਨ, ਉਹਨਾਂ ਨੂੰ ਕਾਫੀ ਹੱਦ ਤੱਕ ਪੇਸ਼ ਕਰਦੇ ਹੈ। ਪਰ ਸਮੁੱਚੇ ਤੌਰ ਤੇ ਜਿਹੜਾ ਕਿ ਪੰਜਾਬੀ ਨਾਵਲ ਦੀ ਇੱਕ ਕਮੀ ਹੈ ਕਿ ਅਸੀਂ ਆਪਣੀ ਜਿਹੜੀ ਨਾਵਲ ਦਾ ਬਿਰਤਾਂਤ ਹੈਗਾ ਨਾ, ਉਹਨੂੰ ਚਲਮਾ ਤੇ ਬਹੁਤ ਅਸੀਂ ਘਟਨਾਵੀ ਤੌਰ ਤੇ ਬਹੁਤ ਲਕੀਰੀ ਤੇ ਸਰਲ ਪੜ੍ਹਨ ਦੇ ਵੀ ਆਦੀ ਹੈ ਤੇ ਸਿਰਜਣ ਦੇ ਵੀ ਆਦੀ ਹੈ। ਹਜੇ ਤੱਕ ਸਾਡੀ ਜਿਹੜੀ ਭਾਸ਼ਾ ਹੈ ਫਿਕਸ਼ਨ ਦੀ, ਉਹ ਇੰਨੀ ਉੱਨਤ ਨਹੀਂ ਹੋ ਸਕੀ ਕਿ ਜਿਵੇਂ ਕਿ ਬਾਖਤਨ ਦੇ ਕਨਸੈਪਟ ਹੈ ਕਿ ਭਾਸ਼ਾ ਪੋਲੀਫੋਨਿਕ ਹੁੰਦੀ ਹੈ, ਭਾਸ਼ਾ ਨੇ ਹਮੇਸ਼ਾ ਆਪਣੀਆਂ ਰਵਾਇਤੀ ਬਣਤਰਾਂ ਨੂੰ ਤੋੜਨਾ ਹੁੰਦਾ ਤੇ ਨਵੇਂ ਅਰਥਾਂ ਦਾ ਸਫੋਟ ਕਰਨਾ ਹੁੰਦਾ। ਹਜੇ ਉਹ ਮੈਨੂੰ ਫਿਕਸ਼ਨ ਦੇ ਵਿੱਚ, ਨਾਵਲ ਦੇ ਵਿੱਚ ਇੱਕ ਕਮੀ ਬਹੁਤ ਵੱਡੀ ਮਹਿਸੂਸ ਹੋ ਰਹੀ ਹੈ ਕਿ ਭਾਸ਼ਾ ਦੀ ਵਰਤੋਂ ਦੇ ਪੱਖੋਂ ਤੇ ਬਿਰਤਾਂਤ ਸਿਰਜਣ ਦੇ ਪੱਖੋਂ ਸਾਡੇ ਬਹੁਤ ਕਮੀਆਂ ਪੇਸ਼ੀਆਂ ਚੱਲ ਰਹੀਆਂ ਨਾਵਲਕਾਰੀ ਦੇ ਖੇਤਰ ਦੇ ਵਿੱਚ। ਫਿਰ ਵੀ ਅਸੀਂ ਤੁਰੰਤ ਜਿਹੜੇ ਪ੍ਰਤੀਕਰਮ ਦਿੰਨੇ ਆ, ਉਹ ਸਾਨੂੰ ਲਗਾਤਾਰ ਆ ਰਹੇ ਨਾਵਲ ਦੇ ਵਿੱਚ। ਜਿਵੇਂ ਪਰਮਜੀਤ ਸਿੰਘ ਜੱਜ ਦਾ ਨਾਵਲ ਹੈ, ਉਹ ਇੱਕ ਤਬਸਰਾ ਹੈ, ਜਿਵੇਂ ਅਸੀਂ ਤਬਸਰਾ ਕਰਦੇ ਹਾਂ ਕਿਸੇ ਵਿਚਾਰ ਚਰਚਾ ਦੇ ਉੱਪਰ, ਤੇ ਕੋਈ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਦੇ ਉੱਪਰ ਵੱਖੋ ਵੱਖਰੇ ਸਮਾਜਿਕ ਸੱਭਿਆਚਾਰਕ ਪਿਛੋਕੜ ਦੇ ਜੋ ਲੇਖਕ ਹਨ, ਚਿੰਤਕ ਹਨ, ਉਹ ਆਪਣੇ ਆਪਣੇ ਵਿਚਾਰ ਦਿੰਦੇ ਹਨ। ਇਸ ਵਿਧੀ ਦੇ ਵਿੱਚ ਉਹ ਨਾਵਲ ਲਿਖਿਆ ਹੋਇਆ। ਤੇ ਪਰਵਾਨਾ ਜੀ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦਾ ਆਪਣਾ ਇੱਕ ਮੈਥਡ ਹੈ ਲਿਖਣ ਦਾ, ਕਿ ਉਹ ਸਿਰਫ ਕਮਿਊਨਿਸਟ ਜਿਹੜੀ ਮੂਵਮੈਂਟ ਹੈਗੀ ਜਾਂ ਉਹਦਾ ਇੱਕ ਚਿੰਤਨ ਹੈ, ਉਹਦੇ ਉੱਪਰ ਬਹੁਤ ਉਹਨਾਂ ਦਾ ਇੱਕ ਸਟੀਕ ਨਜ਼ਰ ਰਹਿੰਦੀ ਹੈ। ਇੱਕ ਤਾਂ ਇਸ ਸੰਬੰਧੀ ਲਿਖਦੇ ਆ, ਦੂਜਾ ਉਹ ਕਿ ਕਿਸਾਨ ਅੰਦੋਲਨ ਦੀ ਜੋ ਪ੍ਰਾਪਤੀਆਂ ਹਨ, ਉਹਨਾਂ ਪ੍ਰਾਪਤੀਆਂ ਦੇ ਉੱਪਰ ਉਹਨਾਂ ਨੇ ਇਸ ਨਾਵਲ ਦੇ ਵਿੱਚ ਕਾਫੀ ਗੱਲ ਕੀਤੀ ਹੈ। ਤੇ ਕੰਮਿਆਣਾ ਸਾਹਿਬ ਨੇ ਜੋ ਇਸ ਨਾਵਲ, ਜੋ ਕਰੋਨਾ ਦੌਰ ਹੈ ਜਾਂ ਉਹਦੇ ਨਾਲ ਨਾਲ ਕਿਸਾਨ ਅੰਦੋਲਨ ਹੈ, ਉਹਦੇ ਵਿੱਚ ਸਿੱਖ ਫਿਲਾਸਫੀ ਹੈ ਜਿਹੜੀ, ਸਿੱਖ ਵਿਚਾਰਧਾਰਾ ਦਾ ਕੀ ਰੋਲ ਹੈ। ਕਿਉਂਕਿ ਜਦੋਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਮਲਟੀ ਡਾਇਮੈਂਸ਼ਨਲ ਸਾਨੂੰ ਉਹਦੀਆਂ ਬੜੀਆਂ ਗਹਿਰੀਆਂ ਪਰਤਾਂ ਦੇਖਣ ਨੂੰ ਮਿਲਦੀਆਂ। ਕੋਈ ਇੱਕ ਅਕਹਿਰੀ ਵਿਚਾਰਧਾਰਾ ਨਹੀਂ ਹੈ ਉੱਥੇ। ਜਿਸ ਤਰ੍ਹਾਂ ਦਾ ਉੱਥੇ ਇੱਕ ਸਾਨੂੰ ਸਿਨੈਰੀਓ ਬਣਦਾ ਕਿਸਾਨ ਅੰਦੋਲਨ ਦੇ ਵਿੱਚ, ਉਹਦੇ ਵਿੱਚ ਸਿੱਖ ਫਿਲਾਸਫੀ ਦਾ ਹੀ ਬਹੁਤ ਵੱਡਾ ਯੋਗਦਾਨ ਹੈ। ਉਹਦੇ ਵਿੱਚ ਪ੍ਰਗਤੀਵਾਦੀ ਜਿਹੜੀ ਸਾਡੀ ਮੂਵਮੈਂਟ ਹੈ, ਸਾਡਾ ਜਿਹੜਾ ਕਮਿਊਨਿਸਟ ਚਿੰਤਨ ਹੈ, ਚਾਹੇ ਉਹ ਮੌਜੂਦਾ 1990-91 ਤੋਂ ਬਾਅਦ ਇੱਕ ਗਿਰਾਵਟ ਵਿੱਚ ਆਂਦਾ, ਉਹਦਾ ਵੀ ਪੁਨਰ ਉਭਾਰ ਸਾਨੂੰ ਦੇਖਣ ਨੂੰ ਮਿਲਦਾ। ਉਹਦੇ ਵਿੱਚੋਂ ਖੇਤਰਵਾਦ ਤੋਂ ਵੀ ਉੱਪਰ ਉੱਠਣ ਦੀਆਂ ਜਿਹੜੀਆਂ ਹਨ ਕਨਸੋਆਂ, ਉਹ ਵੀ ਸਾਨੂੰ ਮਿਲਦੀਆਂ। ਤੇ ਕੰਮਿਆਣਾ ਸਾਹਿਬ ਨੇ ਜ਼ਿਆਦਾ ਕਰਕੇ ਸਿੱਖ ਫਿਲਾਸਫੀ ਦੇ ਉੱਪਰ ਕੇਂਦਰਿਤ ਕੀਤਾ ਹੈ ਆਪਣੇ ਨਾਵਲ ਦੇ ਵਿੱਚ। ਇਸ ਤੋਂ ਇਲਾਵਾ ਪੰਜਾਬੀ ਦਾ ਇਸ ਸਾਲ ਦਾ ਨਾਵਲ ਕੁਝ ਇਤਿਹਾਸਿਕ ਘਟਨਾਵਾਂ ਦੇ ਉੱਪਰ ਹੀ ਫੋਕਸ ਕਰਦਾ। ਤੇ ਮੈਂ ਕਈ ਵਾਰ ਇਸ ਨਾਵਲ ਦੇ ਬਾਰੇ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਇਹ ਹੈ ਕਿ ਇੰਜ ਲੱਗਦਾ ਜਿਵੇਂ ਕਿ ਸਾਰੇ ਨਾਵਲਕਾਰਾਂ ਨੇ ਇੱਕ ਨਾ ਪ੍ਰੋਜੈਕਟ ਬਣਾ ਕੇ ਲਿਖਿਆ ਹੋਵੇ। ਪਿਛਲਾ ਜਿਹੜਾ 200 ਸਾਲ ਹੈ ਪੰਜਾਬ ਦੇ ਇਤਿਹਾਸ ਦਾ, ਉਹਦੇ ਵਿੱਚ ਜਿਹੜੀ ਸਮਾਜਿਕ ਚਾਲ ਰਹੀ ਹੈ ਸਾਡੀ, ਉਸ ਸਮਾਜਿਕ ਚਾਲ ਨੂੰ ਕਾਫੀ ਹੱਦ ਤੱਕ ਫੜਨ ਦਾ ਯਤਨ ਕੀਤਾ। ਸਾਡੇ ਕੋਲ ਅਤਰਜੀਤ ਕਹਾਣੀਕਾਰ ਹੈ, ਉਹਨਾਂ ਦਾ ਨਾਵਲ ਆਇਆ ਸੀਗਾ ਅਬ ਜੂਜਨ ਕੋ ਦਾਓ। ਉਹਨਾਂ ਨੇ 175 ਸਾਲ ਦਾ ਜੋ ਬਿਰਤਾਂਤ ਖੰਡ ਹੈ ਪੰਜਾਬ ਦੇ ਵਿੱਚ, ਜਿਹੜੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਜਿਹੜੀ ਪੰਜਾਬੀ ਉਦਾਸੀ ਹੈ, ਪੰਜਾਬੀ ਬੇਗਾਨਗੀ ਹੈਗੀ ਹੈ, ਜ਼ਗੀਰਦਾਰੀ ਸਮਾਜ ਤੋਂ ਹੌਲੀ ਹੌਲੀ ਜਿਹੜਾ ਬਰਤਾਨਵੀ ਬਸਤੀਵਾਦੀ ਪੂੰਜੀਵਾਦੀ ਸੁਸਾਇਟੀ ਦਾ ਗਠਨ ਹੁੰਦਾ, ਉਸ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਬਿਰਤਾਂਤ ਹੈਗਾ, ਉਸ ਨੂੰ ਉਸ ਨਾਵਲ ਦੇ ਵਿੱਚ ਪੇਸ਼ ਕੀਤਾ। ਤੇ ਦੂਜਾ ਨਾਵਲ ਆਇਆ ਸੀ ਬਲਦੇਵ ਸਿੰਘ ਸੜਕਨਾਮਾ ਦਾ ਜਿਉਣਾ ਮੋੜ। ਸਬੱਬ ਦੇ ਨਾਲ ਉਹਦਾ ਦੌਰ ਵੀ ਉਹੀ ਬਣਦਾ ਕਿ ਜਿਹੜਾ ਜਿਉਣਾ ਮੋੜ ਪੰਜਾਬ ਦੀ ਲੋਕ ਧਾਰਾ ਦਾ ਇੱਕ ਨਾਇਕ ਹੈ, ਜਿਵੇਂ ਰੋਬਨ ਹੁੱਡ ਇੰਗਲੈਂਡ ਦਾ ਇੱਕ ਲੋਕ ਨਾਇਕ ਹੈ ਜਿਹੜਾ ਕਿ ਅਮੀਰਾਂ ਤੋਂ ਲੁੱਟਦਾ ਤੇ ਗਰੀਬਾਂ ਦੀ ਮਦਦ ਕਰਦਾ। ਇਸ ਮੋਟਿਵ ਦੇ ਆਧਾਰ ਦੇ ਉੱਪਰ ਹੀ ਉਹਨਾਂ ਨੇ ਜਿਉਣਾ ਮੋੜ ਦਾ ਇੱਕ ਜੀਵਨੀ ਮੂਲਕ ਨਾਵਲ ਸਾਡੇ ਅੱਗੇ ਪੇਸ਼ ਕੀਤਾ। ਕਹਿਣ ਤੋਂ ਭਾਵ ਹੈ ਕਿ ਹੁਣ ਦੇ ਸਮੇਂ ਨੂੰ ਇਤਿਹਾਸ ਦੇ ਕਿਸੇ ਖਾਸ ਕੋਨੇ ਤੋਂ
ਮੁਲਾਂਕਤ ਕਰਨ ਦਾ ਵੀ ਰੁਝਾਨ ਪੰਜਾਬੀ ਨਾਵਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇਸੇ ਸਾਲ ਪ੍ਰਵਾਸ ਨਾਲ ਜੁੜੇ ਮੈਨੂੰ 3 ਨਾਵਲ ਦੇਖਣ ਨੂੰ ਮਿਲਦੇ ਆ। ਹਰਜੀਤ ਅਟਵਾਲ ਨਾਵਲਿਸਟ ਹੈ, ਇੰਗਲੈਂਡ ਵਿੱਚ ਵਸਦੇ, ਸਫ਼ਰ ਨਾਵਲ ਉਹਨਾਂ ਦਾ ਆਇਆ ਸੀਗਾ। ਉਹਨਾਂ ਦੀ ਪ੍ਰਾਪਤੀ ਇਹ ਹੈ ਕਿ ਹੁਣ ਜਿਹੜਾ ਪ੍ਰਵਾਸ ਦਾ ਨਾਵਲ ਹੈ ਉਹ ਆਪਣੇ ਰਵਾਇਤੀ ਜਿਹੜੇ ਭੂ ਹੇਰਵੇ ਦੇ ਮੁੱਦੇ ਹੈ ਕਿ ਮੇਰੇ ਪਿੰਡ ਕਿੱਥੇ ਗਏ, ਮੇਰੀਆਂ ਬੋੜਾਂ ਕਿੱਥੇ ਗਈਆਂ, ਮੇਰੀਆਂ ਖੁਰਲੀਆਂ ਕਿੱਥੇ ਗਈਆਂ, ਉਹਨਾਂ ਗੱਲਾਂ ਤੋਂ ਅੱਗੇ ਤੁਰ ਰਿਹਾ। ਜਿਹੜਾ ਉੱਥੇ ਹਾਈਬ੍ਰਿਡ ਕਿਸਮ ਦਾ ਕਲਚਰ ਡਿਵੈਲਪ ਹੋ ਰਿਹਾ, ਭਾਵ ਕਿ ਸਾਡੇ ਪ੍ਰਵਾਸ ਵਿੱਚ ਧਾਰਨ ਕਰ ਚੁੱਕੇ ਜਿਹੜੇ ਸਾਡੇ ਅਗਲੀ ਪੀੜ੍ਹੀ ਹੈ, ਉਹ ਇੱਕ ਉਹਨਾਂ ਦੇ ਨਾਲ ਇੱਕ ਮਿਸ਼ਰਣ ਵਾਲੀ ਭਾਵਨਾ ਵਿੱਚ, ਜਿਹਨੂੰ ਆਪਾਂ ਸਮਨਵੈ ਦੀ ਭਾਵਨਾ ਕਹਿੰਦੇ ਆ, ਉਸ ਦੌਰ ਦਾ ਜਿਹੜਾ ਹੈਗਾ ਬਿਰਤਾਂਤ ਆ ਰਿਹਾ। ਪਰ ਇਸ ਨਾਵਲ ਦੇ ਵਿੱਚ ਜੋ ਇੰਡੀਅਨ ਵਰਕਰ ਐਸੋਸੀਏਸ਼ਨ ਹੈ ਇੰਗਲੈਂਡ ਦੇ ਵਿੱਚ, ਉਹਨਾਂ ਨੇ ਭਾਰਤੀ ਕਾਮਿਆਂ ਦੇ ਹੱਕਾਂ ਅਧਿਕਾਰਾਂ ਲਈ ਬਹੁਤ ਲੰਮਾ ਸਮਾਂ ਜੱਦੋ-ਜਹਿਦ ਲੜੀ ਹੈ। ਇਸ ਨਾਵਲ ਦੇ ਵਿੱਚ ਉਸ ਦਸਤਾਵੇਜ਼ ਨੂੰ ਸਾਂਭਿਆ ਗਿਆ। ਮਹਿੰਦਰਪਾਲ ਧਾਲੀਵਾਲ ਸਾਹਿਬ ਦਾ ਨਾਵਲ ਆਇਆ ਇਸ ਵਾਰ, ਭੁੱਲਿਆ ਪਿੰਡ ਗਰਾਂ। ਬੇਸ਼ੱਕ ਉਹ ਰਵਾਇਤੀ ਮੁੱਦੇ ਹੈ, ਪਰ ਫਿਰ ਵੀ ਨਵੀਂ ਪੀੜ੍ਹੀ ਦੀਆਂ ਜੋ ਚੁਣੌਤੀਆਂ ਹਨ ਉਹਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਨੂੰ ਪੇਸ਼ ਕੀਤਾ ਹੋਇਆ। ਨਛੱਤਰ ਸਿੰਘ ਗਿੱਲ ਦਾ ਨਾਵਲ ਲਾਜੋ ਆਉਂਦਾ ਹੈ ਇਸ ਸਾਲ। ਉਹਦੇ ਵਿੱਚ ਜਿਹੜੇ ਆਈਲੈਟਸ ਕਰਕੇ ਸਾਡੇ ਵਿਦਿਆਰਥੀ ਬਹੁਤ ਇੱਕ ਕਹੂੰਜਾ ਵੱਜ ਗਿਆ ਬਾਹਰ ਪੰਜਾਬ ਤੋਂ ਜਾਣ ਦਾ, ਉਸਨੂੰ ਇੱਕ ਸੱਟ ਮਾਰੀ ਹੋਈ ਹੈ। ਉਹ ਕਹਿੰਦੇ ਕਿ ਇੱਥੇ ਹੀ ਕਿਰਤ ਕਰਕੇ ਕੁਝ ਨਵਾਂ ਸੰਜੋਇਆ ਜਾ ਸਕਦਾ। ਇਸ ਤਰ੍ਹਾਂ ਦੀ ਦ੍ਰਿਸ਼ਟੀ ਇਸ ਨਾਵਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ 7 ਤੇ 8 ਦੇ ਕਰੀਬ ਨਾਵਲ ਸਾਨੂੰ ਕੁਝ ਨਾਰੀ ਚੇਤਨਾ ਦੇ ਸਾਨੂੰ ਇਸ ਵਾਰ ਆਉਂਦੇ ਹੈ। ਤੇ ਜਿਹੜਾ ਨਵਾਂ ਟ੍ਰੈਂਡ ਮੈਨੂੰ ਇਸ ਸਾਲ ਦੇਖਣ ਨੂੰ ਮਿਲਿਆ ਉਹ ਹੈ ਕਿ ਔਰਤ ਜਿਹੜੀ ਹੈਗੀ ਹੈ ਉਹ ਖੁਦ ਨਵੇਂ ਕਹਾਣੀ ਦੇ ਨਾਲ ਨਾਲ ਨਾਵਲ ਦੇ ਖੇਤਰ ਵਿੱਚ ਬਹੁਤ ਘੱਟ ਉਮਰ ਦੀਆਂ ਕੁੜੀਆਂ ਅੱਗੇ ਆ ਰਹੀਆਂ। ਮੇਰੇ ਕੋਲ 4 ਨਾਵਲਿਸਟ ਇਸ ਤਰ੍ਹਾਂ ਦੇ ਮੈਨੂੰ ਪੜ੍ਹਨ ਨੂੰ ਮਿਲੇ ਹੈ। ਕਿਰਨਦੀਪ ਕੌਰ ਭਾਈ ਰੂਪਾ ਲੜਕੀ ਹੈ, ਉਸਨੇ ਨਾਵਲ ਲਿਖਿਆ ਹੈ ਦੀਜੇ ਬੁੱਧ ਬਵੇਕਾ। ਡਾਕਟਰ ਸ਼ਰਨਜੀਤ ਕੌਰ ਹੈ ਅੰਮ੍ਰਿਤਸਰ ਤੋਂ, ਉਹਨਾਂ ਨੇ ਨਾਵਲ ਲਿਖਿਆ ਸੂਰਜ ਦੀ ਛਾਵੇਂ। ਭਾਵ ਕਿ ਔਰਤ ਦੇ ਜਿਹੜਾ ਸਮਾਜ ਦੇ ਵਿੱਚ ਸਥਿਤੀ ਹੈ, ਮਰਦ ਦੇ ਉੱਪਰ ਆਸ਼ਰਿਤ ਹੈ, ਉਹਦੀ ਆਪਣੀ ਹੋਂਦ ਕੋਈ ਨਹੀਂ ਹੈ, ਉਹਦੇ ਸਾਰੇ ਫੈਸਲੇ ਕਰਨ ਦਾ ਜਿਹੜਾ ਕੇਂਦਰ ਬਿੰਦੂ ਮਰਦ ਹੈ। ਇਸ ਦੇ ਪੈਰਲਲ ਉਹ ਆਪਣੀ ਇੱਕ ਹਸਤੀ, ਆਪਣੀ ਇੱਕ ਹੋਂਦ ਕਾਇਮ ਕਰਦੀ ਹੈ। ਇਹ ਸਵਾਬੀ ਹੈ ਕਿ ਇਸ ਸਾਲ ਦੀਆਂ ਜਿੰਨੀਆਂ ਵੀ ਔਰਤ ਲੇਖਕਾਵਾਂ ਮੈਨੂੰ ਮਿਲੀਆਂ 80% ਉਹਨਾਂ ਵਿੱਚੋਂ ਸਾਰੀਆਂ ਔਰਤਾਂ ਨੇ ਇਸ ਤਰ੍ਹਾਂ ਦੇ ਨਾਵਲ ਲਿਖੇ ਹੈ ਕਿ ਜਿਵੇਂ ਕਿ ਉਹਦੀ ਨਾਇਕਾ ਹੈ, ਉਸਦਾ ਪਤੀ ਨਸ਼ੇੜੀ ਹੈ, ਉਹ ਨਾਇਕਾ ਹੈ, ਉਹ ਖੁਦ ਨੌਕਰੀ ਕਰਦੀ ਹੈ, ਉਹ ਕਿਸ ਤਰ੍ਹਾਂ ਵੀ ਡਿਪੈਂਡ ਨਹੀਂ ਰਹਿਣਾ ਚਾਹੁੰਦੀ। ਇੱਕ ਆਪਣੀ ਉਹਦੀ ਆਜ਼ਾਦ ਸੋਚ ਕੀ ਹੈਗੀ, ਆਜ਼ਾਦ ਉਹਦੀ ਹਸਤੀ ਕੀ ਹੈਗੀ ਹੈ, ਇਸ ਤਰ੍ਹਾਂ ਦੇ ਨਾਵਲ ਮੈਨੂੰ ਦੇਖਣ ਨੂੰ ਮਿਲੇ। ਤੇ ਇਸ ਤੋਂ ਇਲਾਵਾ 3 ਨਾਵਲ ਜਿਹੜੇ ਹਨ ਉਹ ਜਿਹੜਾ ਦਲਿਤ ਚੇਤਨਾ ਦੇ ਨਾਲ ਸੰਬੰਧਿਤ ਪੜ੍ਹਨ ਨੂੰ ਮਿਲਿਆ। ਰਘੁਵੀਰ ਸਿੰਘ ਮਾਨ ਹੋਣਾ ਦਾ ਨਾਵਲ ਹੈਗਾ ਤਪਦੇ ਪੈਰਾਂ ਦਾ ਸਫ਼ਰ। ਉਹਦੇ ਵਿੱਚ ਵੀ ਭਾਨੀ ਨਾਂ ਦੀ ਇੱਕ ਔਰਤ ਹੈ ਜਿਹੜੀ ਕਿ ਬਹੁਤ ਪਿੰਡ ਦੇ ਵਿੱਚ ਦਿਹਾੜੀਦਾਰ ਦਾ ਕਿੱਤਾ ਕਰਦੀ ਹੈ ਤੇ ਆਪਣੇ ਪੁੱਤਰ ਨੂੰ ਪੜ੍ਹਾ ਕੇ SDM ਬਣਾ ਦਿੰਦੀ ਹੈ। ਭਾਵ ਕਿ ਇਸ ਤੋਂ ਇਲਾਵਾ ਜੋਰਾ ਸਿੰਘ ਸੰਧੂ ਦਾ ਨਾਵਲ ਹੈਗਾ ਹੈ, ਉਹ ਨਾਵਲ ਹੈਗਾ ਇਸ਼ਕ ਜਿਨ੍ਹਾਂ ਦੇ ਹੱਟੀ। ਇਹ ਵੀ ਜਿਹੜੀ ਅੰਤਰਜਾਤੀ ਵਿਆਹ ਦੀ ਸਮੱਸਿਆ ਹੈ ਉਹਨਾਂ ਗੁੰਝਲਾਂ ਦੇ ਉੱਪਰ ਆਧਾਰਿਤ ਹੈ। ਇਸ ਤਰ੍ਹਾਂ ਜਿਹੜਾ 2022 ਦਾ ਨਾਵਲ ਹੈ ਇਹ ਵੰਨ ਸੁਵੰਨੇ ਜਿਹੜਾ ਬਿਰਤਾਂਤ ਹੈ ਉਸ ਨੂੰ ਪੇਸ਼ ਕਰਨ ਵਾਲਾ, ਤੇ ਇਸ ਦੀ ਜਿਹੜੀ ਦ੍ਰਿਸ਼ਟੀ ਮੈਨੂੰ ਲੱਗਦੀ ਹੈ ਉਹ ਕਿਤੇ ਉਹ ਤਬਸਰਾਨੁਮਾ ਹੈ, ਕਿਤੇ ਉਹ ਸਮਾਜ ਦਾ ਆਲੋਚਨਾਤਮਕ ਬਿੰਬ ਪੇਸ਼ ਕਰਦਾ, ਕਿਤੇ ਉਹ ਰੋਮਾਂਟਿਕ ਕਿਸਮ ਦਾ ਵੀ ਹੈ, ਤੇ ਕਿਤੇ ਕਿਤੇ ਉਹ ਮੈਨੂੰ ਜਿਹੜਾ ਸਾਡਾ ਮੁੱਢਲਾ ਨਾਵਲ ਸੀਗਾ ਆਦਰਸ਼ਵਾਦ ਕਿਸਮ ਦਾ ਜਾਂ ਚੰਗੇ ਸਿੱਖ ਬਣਨ ਦੀ ਪ੍ਰੇਰਨਾ ਵਾਲਾ, ਜਾਂ ਨਾਨਕ ਸਿੰਘ ਦਾ ਜਿਹੜਾ ਵਿਅਕਤੀਵਾਦੀ ਸੁਧਾਰਵਾਦ ਸੀਗਾ, ਇਸ ਤਰ੍ਹਾਂ ਦੀਆਂ ਵੀ ਪਰਤਾਂ ਮੈਨੂੰ ਸਮਕਾਲੀ ਨਾਵਲ ਦੇ ਵਿੱਚ ਦੇਖਣ ਨੂੰ ਮਿਲਦੀਆਂ। ਭਾਵ ਕਿ ਕੋਈ ਅਕਹਿਰੀ ਵਿਚਾਰਧਾਰਾ ਮੌਜੂਦਾ ਪੰਜਾਬੀ ਨਾਵਲ ਦੇ ਖੇਤਰ ਵਿੱਚੋਂ ਜਿਹੜੀ ਹੈਗੀ ਉਹ ਦਿਖਾਈ ਨਹੀਂ ਦੇ ਰਹੀ। ਬਹੁਤ ਸਾਰੇ ਰੂਪ ਦੇ ਵਿੱਚ ਪੰਜਾਬੀ ਸਮਾਜ ਨੂੰ ਇਹ ਨਾਵਲ ਸੰਬੋਧਿਤ ਹੋ ਰਿਹਾ। ਜੀ ਸਰ, ਥੈਂਕ ਯੂ। ਆਪਾਂ ਕਹਾਣੀ ਬਾਰੇ ਅਗਲੇ ਰਾਉਂਡ ਦੇ ਵਿੱਚ ਗੱਲ ਕਰਾਂਗੇ। ਅੱਗੇ ਤੁਰਦੇ ਹਾਂ ਆਪਾਂ। ਤੁਸੀਂ ਬਹੁਤ ਖੂਬਸੂਰਤੀ ਨਾਲ ਨਾਵਲ ਦੇ ਬਹੁਤ ਸਾਰੇ ਰੁਝਾਨਾਂ ਦੀ ਗੱਲ ਕੀਤੀ ਹੈ, ਨਾਵਲ ਦੀਆਂ ਬਹੁਤ ਸਾਰੀਆਂ ਪਰਤਾਂ ਫੁੱਲੀਆਂ ਨੇ। ਉਮੀਦ ਕਰਦੇ ਹਾਂ ਕਿ ਕਹਾਣੀ ਦੇ ਮਾਮਲੇ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਸਾਡੇ ਦਰਸ਼ਕ, ਸਾਡੇ ਪਾਠਕ ਕੁਝ ਨਵਾਂ ਸਮਝਣਗੇ। ਸਾਡੇ ਨਾਲ ਬਹੁਤ ਸਾਰੇ ਦੋਸਤ ਸ਼ਾਮਲ ਹੋਏ ਨੇ। ਮੈਡਮ ਅਮਰਦੀਪ ਕੌਰ, ਡਾਕਟਰ ਰਣਜੋਤ ਸਿੰਘ ਸਿੱਧੂ, ਡਾਕਟਰ ਅਮਰਜੀਤ ਸਿੰਘ, ਡਾਕਟਰ ਗਗਨਦੀਪ ਸਿੰਘ, ਡਾਕਟਰ ਰਾਜਵੀਰ ਕੌਰ, ਮੈਡਮ ਪਰਮਜੀਤ ਦਿਓਲ, ਜਗਦੀਸ਼ ਰਾਏ ਕੁਲਰੀਆ, ਕੇਰ ਸ਼ਰੀਫ ਜੀ, ਨਰਿੰਦਰਪਾਲ, ਨਿਰਵੈਰ ਸਿੰਘ ਅਰੋੜਾ, ਪ੍ਰਵੀਨ ਸ਼ਰਮਾ ਤੇ ਮੈਡਮ ਰਮਿੰਦਰ ਬਾਲੀਆ। ਅਸੀਂ ਇਹਨਾਂ ਸਾਰੇ ਦੋਸਤਾਂ ਨੂੰ ਇਸਤਕਬਾਲ ਕਰਦੇ ਹਾਂ, ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਦਾ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਜੁੜੇ ਰਹਿਣਗੇ। ਤੇ ਹੁਣ ਆਪਾਂ ਮੈਂ ਅਰਵਿੰਦਰ ਕਾਕੜਾ ਨੂੰ ਇੱਕ ਵਾਰੀ ਆਵਾਜ਼ ਮਾਰਨਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਕਿ ਕਿਤੇ ਡਿਸਕਨੈਕਟ ਹੋ ਗਏ। ਜੇ ਮੇਰੀ ਆਵਾਜ਼ ਸੁਣਦੇ ਨੇ ਪਲੀਜ਼ ਇੱਕ ਵਾਰੀ, ਹਾਂ ਬੈਠੇ ਨੇ ਜੀ, ਰਮਿੰਦਰ ਸਿੰਘ ਉਹਨਾਂ ਦੇ ਜੁਆਇਨ ਕੀਤਾ ਇਹਨਾਂ ਨੇ ਦੁਬਾਰਾ। ਮੈਡਮ ਅਰਵਿੰਦਰ ਕਾਕੜਾ ਨੇ ਕਿਸਾਨ ਸੰਘਰਸ਼ ਦੇ ਵਿੱਚ ਤੇ ਕਿਸਾਨ ਸੰਘਰਸ਼ ਤੋਂ ਬਾਅਦ ਵੀ ਪ੍ਰਗਤੀਵਾਦੀ ਜਿਹੜੇ ਅੰਦੋਲਨ ਚੱਲੇ ਨੇ ਇਸ ਸਮਾਜ ਦੇ ਵਿੱਚ, ਉਹਨਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ।
ਪਰ ਨਾਲ ਸਾਹਿਤ ਦੇ ਖੇਤਰ ਦੇ ਵਿੱਚ ਵੀ ਉਸੇ ਸ਼ਿੱਦਤ ਨਾਲ ਕੰਮ ਕੀਤਾ। ਖਾਸ ਤੌਰ ਤੇ ਕਵਿਤਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਬਹੁਤ ਨੀਜ਼ ਨਾਲ ਤੇ ਬਹੁਤ ਰੀਝ ਨਾਲ ਪੰਜਾਬੀ ਕਵਿਤਾ ਨੂੰ ਪੜ੍ਹਿਆ ਤੇ ਮਾਣਿਆ। ਆਪਾਂ ਸੁਣਦੇ ਹਾਂ ਸੰਖੇਪ ਦੇ ਵਿੱਚ। ਮੈਡਮ, ਅਸੀਂ ਚਾਹਾਂਗੇ ਕਿ 7-8-10 ਮਿੰਟ ਦੇ ਵਿੱਚ ਤੁਸੀਂ ਪੰਜਾਬੀ ਕਵਿਤਾ ਦੇ ਰੁਝਾਨਾਂ ਤੇ ਗੱਲ ਕਰੋਗੇ ਕਿ ਕੀ ਚੰਗਾ ਹੋ ਰਿਹਾ ਹੈ ਤੇ ਕੀ ਸਾਨੂੰ ਲੱਗਦਾ ਹੈ ਕਿ ਜਿਹੜਾ ਅਖਰਦਾ ਸਾਨੂੰ ਕੀ ਨਹੀਂ ਹੋਣਾ ਚਾਹੀਦਾ। ਮੈਡਮ ਅਰਵਿੰਦਰ ਕੌਰ ਕਾਕੜਾ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਜੀ ਮੇਰੇ ਤੋਂ ਪਹਿਲਾਂ ਜਿਵੇਂ ਡਾਕਟਰ JV ਸੇਖੋ ਹੋਰਾਂ ਨੇ ਗੱਲ ਕੀਤੀ ਹੈ, ਮੈਂ ਉੱਥੋਂ ਹੀ ਆਪਣੀ ਗੱਲ ਸ਼ੁਰੂ ਕਰਾਂਗੀ। ਜਦੋਂ ਆਪਾਂ ਪੰਜਾਬੀ ਸ਼ਾਇਰੀ ਦੀ ਗੱਲ ਕਰਦੇ ਆ ਤੇ ਅੱਜ ਜਿਹੜੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ, ਗਿਣਾਤਮਕ ਤੌਰ ਤੇ ਬਹੁਤ ਜ਼ਿਆਦਾ ਲਿਖੀ ਜਾ ਰਹੀ ਹੈ, ਕਿਉਂਕਿ ਬਹੁਤ ਜ਼ਿਆਦੀਆਂ ਕਿਤਾਬਾਂ ਜਿਹੜੀਆਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ। ਤੇ ਦੂਸਰੇ ਪਾਸੇ ਗੁਣਾਤਮਕ ਤੌਰ ਤੇ ਜੇ ਆਪਾਂ ਵੇਖੀਏ ਤਾਂ ਗੁਣਾਤਮਕ ਤੌਰ ਤੇ ਜਿਹੜੀ ਪੰਜਾਬੀ ਕਵਿਤਾ ਹੈਗੀ ਏ ਉਹ ਬਹੁਤ ਟਾਵੀਂ ਸਾਨੂੰ ਨਜ਼ਰ ਆਉਂਦੀ ਏ। ਇਸ ਵਾਰੀ ਜਦੋਂ ਮੈਂ 2022 ਦੀਆਂ ਪੁਸਤਕਾਂ ਦੇਖ ਰਹੀ ਸੀ ਤਾਂ ਘੱਟੋ ਘੱਟ 300 ਦੇ ਕਰੀਬ ਜਿਹੜੀ ਪੰਜਾਬੀ ਕਵਿਤਾ ਦੀਆਂ ਕਿਤਾਬਾਂ ਸਾਡੇ ਸਾਹਮਣੇ ਆਈਆਂ ਤੇ ਉਹਨਾਂ ਵਿੱਚੋਂ ਜਦੋਂ ਮੈਂ ਕੱਢਣ ਲੱਗੀ ਕਿ ਵੇਖਾਂ ਕਿਸ ਤਰ੍ਹਾਂ ਦੇ ਕਵਿਤਾ ਦੇ ਨਵੇਂ ਰੁਝਾਨ ਸਾਡੇ ਸਾਹਮਣੇ ਆਉਂਦੇ ਨੇ, ਕਿਉਂਕਿ ਕਵੀ ਨੇ ਸਿਰਫ ਕਵਿਤਾ ਲਿਖਣੀ ਨਹੀਂ ਹੁੰਦੀ ਹੈਗੀ। ਜਦੋਂ ਕਵੀ ਇੱਕ ਸਿਰਜਣਾ ਕਰਦਾ ਕਵਿਤਾ ਦੀ, ਉਹ ਜਦੋਂ ਉਹ ਪਾਠਕਾਂ ਤੱਕ ਜਾਂਦੀ ਹੈ ਜਾਂ ਆਲੋਚਕਾਂ ਤੱਕ ਜਾਂਦੀ ਹੈ ਤਾਂ ਆਲੋਚਕ ਨੇ ਉਸਦੇ ਵਿੱਚੋਂ ਵੱਖੋ ਵੱਖਰੇ ਸ਼ੇਡ ਫੜਨੇ ਹੁੰਦੇ ਨੇ ਤੇ ਪਾਠਕ ਨੇ ਵੇਖਣਾ ਹੁੰਦਾ ਕਿ ਉਸ ਕਵਿਤਾ ਦੇ ਵਿੱਚੋਂ ਕੀ ਕੁਝ ਮਿਲਦਾ ਹੈਗਾ ਆ। ਇਹ ਕੁਝ ਦੇਖ ਕੇ ਮੈਨੂੰ ਲੱਗਿਆ ਕਿ ਜਿਹੜੀ ਸਾਡੀ ਬਹੁਤੀ ਕਵਿਤਾ ਦਾ ਰੁਝਾਨ ਜਿਹੜਾ ਹੈਗਾ, ਜਿਹੜੀ ਬਹੁਤੀ ਕਵਿਤਾ ਵੇਖਣ ਨੂੰ ਆਈ ਉਹ ਬੜੀ ਖੁਸ਼ਕ ਸੀ, ਸਤਹੀ ਸੀ, ਖਿਆਲੀ ਬੌਧਿਕਤਾ ਦਾ ਸ਼ਿਕਾਰ ਹੋਈ ਮਿਲੀ ਤੇ ਜ਼ਿਆਦਾਤਰ ਇਹਦੇ ਵਿੱਚੋਂ ਰੂਟੀਨਵਾਦ ਦਾ ਸ਼ਿਕਾਰ ਹੋਈ ਕਵਿਤਾ ਮਿਲੀ। ਉਹੀ ਪਰੰਪਰਾ ਤੇ ਤੁਰਦੀ ਆਂਦੀ ਕਵਿਤਾ ਸਾਡੇ ਸਾਹਮਣੇ ਆਉਂਦੀ ਆ। ਪਰ ਇਸ ਤੋਂ ਵੀ ਨਿਰਾਸ਼ ਨਹੀਂ ਹੋਇਆ ਜਾ ਸਕਦਾ, ਕਿਉਂਕਿ ਪੰਜਾਬੀ ਕਵਿਤਾ ਦੇ ਵਿੱਚ ਕੁਝ ਅਜਿਹੇ ਸਾਨੂੰ ਅੰਸ਼ ਮਿਲੇ, ਅਜਿਹੇ ਚਿਹਰੇ ਸਾਡੇ ਸਾਹਮਣੇ ਆਏ ਜਿਨ੍ਹਾਂ ਨੇ ਹਟ ਕੇ ਕਵਿਤਾ ਲਿਖੀ। ਮੈਂ ਸਪੈਸ਼ਲ ਤੌਰ ਤੇ ਗੱਲ ਕਰਾਂਗੀ ਡਾਕਟਰ ਪਾਲ ਕੌਰ ਹੋਰਾਂ ਦੇ, ਕਿਉਂਕਿ ਕਵੀ ਜਿਹੜਾ ਹੁੰਦਾ ਉਸ ਇਸ ਸਮਾਜ ਦੇ ਵਿੱਚ ਵਿਚਰਦਾ ਤੇ ਸਮਾਜ ਦੇ ਵਰਤਾਰੇ ਤੋਂ ਕੁਛ ਨਾ ਕੁਝ ਪ੍ਰਭਾਵਿਤ ਵੀ ਹੁੰਦਾ ਆ। ਕੁਝ ਉਹਦੀ ਸੋਚ ਹੁੰਦੀ ਆ, ਕੁਛ ਉਹਦਾ ਅਨੁਭਵ ਹੁੰਦਾ, ਕੁਛ ਉਹਦੀ ਦ੍ਰਿਸ਼ਟੀ ਹੁੰਦੀ ਆ। ਉਹ ਸਾਰਿਆਂ ਨੂੰ ਕੇਂਦਰ ਵਿੱਚ ਰੱਖ ਕੇ ਆਪਣੀ ਸਿਰਜਣਾ ਕਰਦਾ ਆ। ਜਿਸ ਤਰ੍ਹਾਂ ਅੱਜ ਸਮਾਜ ਦੇ ਹਾਲਾਤ ਬਣੇ ਹੋਏ ਨੇ ਕਿ ਇੱਕ ਧਰਮ ਰਾਸ਼ਟਰ ਬਣਾਉਣਾ, ਇੱਕ ਭਾਸ਼ਾਈ ਰਾਸ਼ਟਰ ਬਣਾਉਣਾ ਆ, ਇਸ ਤਰ੍ਹਾਂ ਦੇ ਜਿਹੜੇ ਜਿੱਦਾਂ ਦੀ ਸਾਜ਼ਿਸ਼ ਹੋ ਰਹੀ ਆ, ਸਾਡੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਆ ਤੇ ਉਸੇ ਦਾ ਜਵਾਬ ਦਿੰਦੀ ਹੋਈ ਜਦੋਂ ਡਾਕਟਰ ਪਾਲ ਕੌਰ ਹੋਰਾਂ ਦੀ ਕਵਿਤਾ ਸੁਣ ਗੁਣਵੰਤਾ ਸੁਣ ਬੁੱਧੀਵੰਤਾ ਸਾਡੇ ਸਾਹਮਣੇ ਆਉਂਦੀ ਆ ਤਾਂ ਇੱਕ ਬੜਾ ਹੀ ਸ਼ੁਭ ਚਿੰਨ੍ਹ ਹੈਗਾ ਕਿ ਸਾਡੀ ਇੱਕ ਨਾਰੀ ਕਵੀ ਉਸ ਇਤਿਹਾਸ ਨੂੰ, ਜਿਹੜਾ ਕਿ ਇੱਕ ਪਿਤਰਕੀ ਨਜ਼ਰੀਏ ਤੋਂ ਲਿਖਿਆ ਗਿਆ ਇਤਿਹਾਸ ਹੈ, ਉਸ ਇਤਿਹਾਸ ਨੂੰ ਇੱਕ ਨਾਰੀ ਦ੍ਰਿਸ਼ਟੀ ਤੋਂ ਵਾਚਦੀ ਆ ਤੇ ਸਿਰਫ ਇਤਿਹਾਸ ਨੂੰ ਲਿਖਦੀ ਹੀ ਨਹੀਂ, ਜਿਹੜੇ ਉਸ ਪਹਿਲੇ ਇਤਿਹਾਸ ਦੇ ਵਿੱਚ ਪਏ ਹੋਏ ਮੈਟਾਫਰ ਨੇ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਆਪਣੇ ਮੈਟਾਫਰ ਲੈ ਕੇ ਆਪਣੀ ਗੱਲ ਕਰਦੀ ਆ। ਇਸ ਪੁਸਤਕ ਦੀ ਜਿਹੜੀ ਖੂਬੀ ਬਹੁਤ ਕਮਾਲ ਦੀ ਸੀ ਕਿ ਕਿਉਂਕਿ ਜਦੋਂ ਮੈਂ ਇਹ ਸਾਰੀਆਂ ਹੀ ਸ਼ਾਇਰੀ ਦੀਆਂ ਕਿਤਾਬਾਂ ਪੜ੍ਹ ਰਹੀ ਸੀ ਤਾਂ ਮੈਨੂੰ ਇਹ ਕਿਤਾਬ ਇਸ ਪੱਖੋਂ ਵੀ ਬੜੀ ਵਿਲੱਖਣ ਲੱਗੀ ਕਿ ਡਾਕਟਰ ਪਾਲ ਕੌਰ ਇੱਕ ਵਿੱਤ ਸਿਰਜ ਲੈਂਦੀ ਆ ਪਹਿਲੇ ਇਤਿਹਾਸ ਦੇ ਨਾਲੋਂ। ਜੇ ਇਹੋ ਜਿਹਾ ਤਜਰਬਾ ਸਾਡੀ ਪੰਜਾਬੀ ਸ਼ਾਇਰੀ ਦੇ ਵਿੱਚ ਹੋਣ ਲੱਗਾ ਜਿਸ ਦੇ ਵਿੱਚ ਸਾਡੇ ਕਵੀ ਜਿਹੜੇ ਹੈਗੇ ਨੇ ਇਤਿਹਾਸ ਦਾ ਮੁਲਾਂਕਣ ਕਰਕੇ ਆਪਣੀ ਕਵਿਤਾ ਦੇ ਵਿੱਚ ਇਤਿਹਾਸਿਕ ਪ੍ਰਸੰਗ ਨੂੰ ਲੈ ਕੇ ਇੱਕ ਨਵੇਂ ਵਿਸ਼ੇ ਜਾਂ ਅੰਸ਼ ਲੈ ਕੇ ਆਉਣਾ ਉਹ ਸ਼ੁਰੂ ਕਰਦੇ ਨੇ, ਤਾਂ ਮੈਨੂੰ ਲੱਗਦਾ ਇਹੋ ਜਿਹੀ ਜਿਹੜਾ ਰੁਝਾਨ ਹੈ ਉਸ ਦਾ ਸਵਾਗਤ ਕਰਨਾ ਬਣਦਾ ਆ। ਤੇ ਦੂਸਰਾ, ਮੈਨੂੰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਮੇਰੇ ਤੋਂ ਪਹਿਲੇ ਵਿਦਵਾਨ ਸੇਖੋ ਹੋਰਾਂ ਨੇ ਕਿ ਕਿਸਾਨ ਅੰਦੋਲਨ ਰਿਹਾ, ਕਿਸਾਨ ਅੰਦੋਲਨ ਹੁਣ ਵੀ ਚੱਲ ਰਿਹਾ ਆ ਤੇ ਉਸ ਸਮੇਂ ਦੌਰਾਨ ਬਹੁਤ ਸਾਰੀ ਕਵਿਤਾ ਆਈ, ਕਵਿਤਾ ਹੁਣ ਵੀ ਆ ਰਹੀ ਆ ਜਿਸ ਦੇ ਵਿੱਚ ਇੱਕ ਸਿੱਧਾ ਪ੍ਰਤੀਕਰਮ ਹੈਗਾ ਆ, ਜਿਸ ਦੇ ਵਿੱਚ ਇੱਕ ਫੋਟੋਗ੍ਰਾਫੀ ਵੀ ਹੈ, ਜਿਸ ਦੇ ਵਿੱਚ ਇੱਕ ਰੋਸ ਵੀ ਹੈ, ਜਿਸ ਦੇ ਵਿੱਚ ਪੂਰੀ ਜਿਹਨੂੰ ਆਪਾਂ ਕਹਿੰਦੇ ਆ ਨਾ ਉਸ ਸਿਸਟਮ ਦੇ ਵਿਰੁੱਧ ਬਗਾਵਤ ਵੀ ਹੈ। ਪਰ ਇਸ ਸਿਸਟਮ ਨੂੰ ਵੇਖਣਾ, ਇੱਕ ਨਜ਼ਰੀਏ ਤੋਂ ਵੇਖਣਾ, ਇੱਥੋਂ ਦਾ ਜਿਹੜਾ ਰਾਜ ਪ੍ਰਬੰਧ ਹੈ ਉਸ ਸਟਰਕਚਰ ਨੂੰ ਵਾਂਚਣਾ ਤੇ ਉਹ ਸਾਡੇ ਸਾਹਮਣੇ ਸੁਰਜੀਤ ਜੱਜ ਹੋਰਾਂ ਦੀ ਜਿਹੜੀ ਕਿਤਾਬ ਆਉਂਦੀ ਹੈ ਕਿਸਾਨ ਜੂਝ, ਮੈਨੂੰ ਲੱਗਦਾ ਕਿ ਪਹਿਲੇ ਜਿੰਨੀਆਂ ਵੀ ਕਿਸਾਨ ਅੰਦੋਲਨ ਤੇ ਸ਼ਾਇਰੀ ਸਾਡੇ ਸਾਹਮਣੇ ਆਈ, ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਉਸ ਤੋਂ ਵਿਲੱਖਣ ਸ਼ਾਇਰੀ ਆ।
ਕਾਰਨ ਕੀ ਸੀ? ਕਿਉਂਕਿ ਇੱਕ ਤਾਂ ਇਸ ਕਵਿਤਾ ਦੇ ਵਿੱਚ ਸ਼ਾਇਰ ਨੇ ਇੱਕ ਰੂਪ ਦੇ ਵਿੱਚ ਨਹੀਂ ਆਪਣੀ ਕਵਿਤਾ ਲਿਖੀ, ਉਸਨੇ ਇਸ ਦੇ ਵਿੱਚ ਵੱਖੋ ਵੱਖਰੇ ਖੰਡਾਂ ਦੇ ਵਿੱਚ ਕਵਿਤਾ ਦੇ ਵੱਖੋ ਵੱਖਰੇ ਰੂਪਾਂ ਨੂੰ ਇਸ ਦੇ ਵਿੱਚ ਯੂਜ਼ ਕੀਤਾ ਆ। ਕਹਿਣ ਦਾ ਭਾਵ ਇਹ ਹੈ ਕਿ ਜੇ ਸਾਡਾ ਕਵੀ ਵਿਸ਼ੇਗਤ ਤੌਰ ਤੇ ਇੱਕ ਨਵਾਂ ਤਜਰਬਾ ਕਰਦਾ ਆ ਤੇ ਰੂਪਕ ਪੱਖ ਤੇ ਨਵਾਂ ਤਜਰਬਾ ਕਰਦਾ ਆ, ਤਾਂ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਨਾ ਵਧੀਆ ਰੁਝਾਨ ਹੈਗਾ ਕਵਿਤਾ ਦੇ ਵਿੱਚ, ਜਿਹੜਾ ਸਾਡੇ ਸਾਹਮਣੇ ਸੁਰਜੀਤ ਜੱਜ ਹੋਰੀ ਲੈ ਕੇ ਆਏ ਨੇ, ਇੱਕ ਜਮਾਤੀ ਪੈਂਤੜੇ ਤੋਂ ਵੇਖਣਾ। ਤੇ ਦੂਸਰੀ ਗੱਲ ਜਿਹੜੀ ਇਸ ਕਿਤਾਬ ਦੀ ਜਿਹੜੀ ਵਧੀਆ ਲੱਗੀ, ਇਹ ਅੰਸ਼ ਜਿਹੜਾ ਮੈਨੂੰ ਹੋਰ ਕਿਤਾਬਾਂ ਦੇ ਵਿੱਚੋਂ ਵੀ ਨਜ਼ਰ ਆਇਆ ਕਿ ਜਿਹੜਾ ਸਾਡਾ ਕਵੀ ਹੈਗਾ ਆ ਉਹ ਪਾਤਰ ਦੀ ਮਾਨਸਿਕਤਾ ਨੂੰ ਪਕੜਨ ਲੱਗ ਗਿਆ ਆ, ਉਸ ਦੇ ਅੰਦਰ ਕੀ ਚੱਲ ਰਿਹਾ ਆ ਤੇ ਉਹ ਕਿਹੜੇ ਦਵੰਦ ਦੇ ਵਿੱਚ ਹੈਗਾ ਆ, ਜਾਂ ਉਹਦੇ ਦਰਪੇਸ਼ ਕਿਹੜੀਆਂ ਕਿਹੜੀਆਂ ਮੁਸ਼ਕਲਾਵਾਂ ਨੇ। ਤੇ ਸੁਰਜੀਤ ਜੱਜ ਹੋਰਾਂ ਨੇ ਜਿਹੜਾ ਜੁਝਾਰੂ ਸਾਥੀ ਆ, ਜਿਹੜਾ ਮੈਦਾਨ ਦੇ ਵਿੱਚ ਹੈਗਾ, ਉਹਦੀ ਮਾਨਸਿਕਤਾ ਨੂੰ ਪੜ੍ਹਦੇ ਨੇ, ਉਹਦੀ ਮਾਨਸਿਕਤਾ ਨੂੰ, ਉਹਦੇ ਵਿਵਹਾਰਿਕਤਾ ਨੂੰ, ਉਹਦੀ ਕਾਰਜਸ਼ੀਲਤਾ ਨੂੰ ਪਕੜਦੇ ਨੇ। ਇਹ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਕਿਸਾਨ ਅੰਦੋਲਨ ਦੇ ਨਜ਼ਰੀਏ ਤੋਂ ਇਸੇ ਤਰ੍ਹਾਂ ਦੀ ਕਿਤਾਬ ਦਾ ਸਾਡੇ ਸਾਹਮਣੇ ਆਉਣਾ ਇੱਕ ਬਹੁਤ ਵਧੀਆ ਸਵਾਗਤ ਹੈ, ਬਹੁਤ ਵਧੀਆ ਇੱਕ ਰੁਝਾਨ ਹੈਗਾ ਆ। ਇਸੇ ਦੇ ਜੇ ਆਪਾਂ ਲਹਿਜੇ ਦੇ ਵਿੱਚ ਵੇਖੀਏ ਤਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ, ਤੇ ਪਰ ਉਹਨਾਂ ਕਿਤਾਬਾਂ ਦੇ ਵਿੱਚ ਚਾਹੇ ਗੁਰਦਿਆਲ ਰੋਸ਼ਨ ਹੋਰਾਂ ਦੀ ਕਿਤਾਬ ਆਈ ਹੈਗੀ, ਚਾਹੇ ਗੁਰਦੇਵ ਢਿੱਲੋਂ ਹੋਰਾਂ ਦੀ ਕਿਤਾਬ ਆਉਂਦੀ ਹੈਗੀ ਹੈ ਇਸ ਦੇ ਵਿੱਚ, ਤੇ ਹੋਰ ਵੀ ਕਈ ਇਸੇ ਦੇ ਵਿੱਚ ਕਿਤਾਬਾਂ ਆਉਂਦੀਆਂ ਹੈਗੀਆਂ ਨੇ, ਪਰ ਉਹਨਾਂ ਕਿਤਾਬਾਂ ਨੇ ਸਿਰਫ ਤੇ ਸਿਰਫ ਇਹ ਦੋ ਜਿਹੜੇ ਯਥਾਰਥ ਨੇ, ਇਕੁਅਲ ਇੱਕ ਵਿਰੋਧੀ ਯਥਾਰਥ, ਇੱਕ ਸਥਾਪਤੀ ਦਾ ਯਥਾਰਥ, ਇੱਕ ਜਿਹੜਾ ਹੈਗਾ ਜੁਝਾਰੂ ਲੋਕਾਂ ਦਾ ਯਥਾਰਥ, ਦੋਨਾਂ ਦੇ ਅੰਦਰਲਾ ਜਿਹੜਾ ਸੰਵਾਦ ਹੈ ਨਾ ਉਹ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਪਰ ਇੱਕ ਵਿਲੱਖਣ ਰੂਪ ਦੇ ਵਿੱਚ ਇੱਕ ਮਾਨਸਿਕਤਾ ਨੂੰ ਪਕੜਨਾ, ਉਹ ਮੈਨੂੰ ਲੱਗਦਾ ਕਿ ਸੁਰਜੀਤ ਜੱਜ ਹੋਰਾਂ ਦੀ ਇਸ ਕਿਤਾਬ ਨੇ ਪਕੜਿਆ। ਇਸੇ ਹੀ ਸਮੇਂ ਦੌਰਾਨ ਮਦਨ ਵੀਰਾ ਹੋਰਾਂ ਦੀ ਪੁਸਤਕ ਆਉਂਦੀ ਹੈ ਘੇਰੇ ਤੋਂ ਬਾਹਰ। ਆਮ ਤੌਰ ਤੇ ਅਸੀਂ ਕੀ ਕਰਦੇ ਸੀ ਕਿ ਮਦਨ ਵੀਰਾ ਹੋਰਾਂ ਨੂੰ ਇੱਕ ਚੌਕਟੇ ਵਿੱਚ ਬੰਨ ਕੇ ਦਲਿਤ ਚੇਤਨਾ ਦਾ ਕਵੀ ਆ ਉਹਦੇ ਵਿੱਚ ਰੱਖ ਦਿੰਦੇ ਸੀ, ਪਰ ਇਸ ਕਿਤਾਬ ਦੇ ਵਿੱਚ ਇਹ ਜਿਹੜਾ ਇਹਨਾਂ ਨੇ ਹਟਵਾਂ ਕੰਮ ਕੀਤਾ ਹੈਗਾ ਆ, ਉਹ ਇਹ ਕੀਤਾ ਹੈ ਕਿ ਦਲਿਤ ਪੈਂਤੜੇ ਤੋਂ ਹਟ ਕੇ ਹਾਸ਼ਿਆਗਤ ਜਿਹੜਾ ਵਰਗ ਨੇ, ਚਾਹੇ ਉਹ ਛੋਟੇ ਕਿਸਾਨ ਨੇ, ਚਾਹੇ ਉਹਦੇ ਵਿੱਚ ਔਰਤਾਂ ਆ ਜਾਂਦੀਆਂ ਨੇ, ਚਾਹੇ ਹੋਰ ਵਰਗ ਆ ਜਾਂਦੇ ਨੇ ਨਾ, ਉਹਨਾਂ ਦੀ ਮਾਨਸਿਕਤਾ ਨੂੰ ਵੀ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਬਹੁਤ ਵਧੀਆ ਗੱਲ ਹੈ ਜੇ ਪੰਜਾਬੀ ਕਵਿਤਾ ਦੇ ਵਿੱਚ ਜਿਹੜਾ ਕਵੀ ਇੱਕ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ, ਉਸ ਤੋਂ ਹਟ ਕੇ, ਉਸ ਦਾਇਰੇ ਤੋਂ ਬਾਹਰ ਨਿਕਲ ਕੇ ਗੱਲ ਕਰਦਾ ਹੈ ਤੇ ਬਾਹਰਲੇ ਵੱਖੋ ਵੱਖਰੇ ਅੰਸ਼ਾਂ ਨੂੰ ਪਕੜਦਾ ਹੈਗਾ, ਤਾਂ ਉਹ ਪੰਜਾਬੀ ਕਵਿਤਾ ਦੇ ਲਈ ਬਹੁਤ ਵਧੀਆ ਗੱਲ ਹੈਗੀ ਹੋਵੇਗੀ ਤੇ ਹੈ ਵੀ ਇਹ। ਇਸ ਤਰ੍ਹਾਂ ਦੇ ਅੰਸ਼ ਜਿਹੜੇ ਨੇ ਸਾਨੂੰ ਮਦਨ ਵੀਰਾ ਹੋਰਾਂ ਦੀ ਪੁਸਤਕ ਦੇ ਵਿੱਚੋਂ ਮਿਲੇ। ਗੁਰਮੀਤ ਕਲਰ ਮਾਜਰੀ ਹੋਰਾਂ ਦੀ ਕਿਤਾਬ ਆਉਂਦੀ ਹੈਗੀ ਪੈਰਾਂ ਦੀ ਪਿਆਸ। ਹੁਣ ਇਹ ਕਿਤਾਬ ਦਾ ਜਿਹੜਾ ਮੈਟਾਫਰ ਮੈਨੂੰ ਬੜਾ ਵਧੀਆ ਲੱਗਿਆ, ਬੜਾ ਹੀ ਨਿਵੇਕਲਾ ਮੈਟਾਫਰ ਸੀ ਕਿ ਸਾਨੂੰ ਦੂਸਰੀ ਤਰ੍ਹਾਂ ਪਿਆਸ ਜ਼ਰੂਰ ਲੱਗਦੀ ਹੈਗੀ ਆ, ਵੀ ਸਾਨੂੰ ਪਿਆਸ ਲੱਗੀ, ਅਸੀਂ ਪਾਣੀ ਪੀਤਾ, ਉਹ ਕੀਤਾ। ਇੱਕ ਪੈਰਾਂ ਦੀ ਪਿਆਸ ਲੱਗਣਾ, ਇੱਕ ਆਪਣੀ ਮੰਜ਼ਿਲ ਦੇ ਵੱਲ ਵਧਣਾ, ਇੱਕ ਕਿੱਤ ਦੀ ਲੁੱਟ ਨੂੰ ਵਾਚਣਾ ਤੇ ਉਸ ਲੁੱਟ ਦੇ ਪਿੱਛੇ ਪਈ ਹੋਈ ਜੜ ਨੂੰ ਵੇਖਣਾ, ਉਸ ਤਰ੍ਹਾਂ ਦੇ ਮੈਟਾਫਰ ਨੂੰ ਲੈ ਕੇ ਆਉਣਾ ਪੰਜਾਬੀ ਕਵਿਤਾ ਦੇ ਵਿੱਚ, ਇਹ ਵੀ ਪੰਜਾਬੀ ਕਵਿਤਾ ਦੇ ਵਾਸਤੇ ਇੱਕ ਬਹੁਤ ਵਧੀਆ ਜਿਹੜਾ ਸ਼ੁਭ ਚਿੰਨ੍ਹ ਸਾਡੇ ਸਾਹਮਣੇ ਆਉਂਦਾ ਹੈਗਾ ਆ। ਤੇ ਸਾਡੇ ਸਾਹਮਣੇ ਹਰਮੀਤ ਵਿਦਿਆਰਥੀ ਹੋਰਾਂ ਦੀ ਕਿਤਾਬ ਆਉਂਦੀ ਹੈ ਜਦ ਰੁੱਤ ਦਾ ਹਲਫੀਆ ਬਿਆਨ। ਉਸ ਦੇ ਵਿੱਚ ਵੀ ਉਹਨਾਂ ਨੇ ਸਮਕਾਲੀ ਬਿਲਕੁਲ ਠੀਕ ਆ ਕਿ ਜਿਹੜਾ 2022 ਦਾ ਸਾਲ ਆ ਉਹਨੂੰ ਅਸੀਂ ਇੱਕ ਕਾਲਕ੍ਰਮ ਵਿੱਚ ਨਹੀਂ ਬਣ ਸਕਦੇ, ਇਹਦੇ ਪਿੱਛੇ ਇੱਕ ਆਧਾਰ ਸਮਕਾਲ ਦਾ ਪਿਆ ਆ। ਜੇ ਕਿਸਾਨ ਅੰਦੋਲਨ ਵਾਪਰਿਆ, ਕਿਸਾਨ ਅੰਦੋਲਨ ਦੇ ਪਿੱਛੇ ਵੀ ਇੱਕ ਆਧਾਰ ਸੀ ਤੇ ਹੁਣ ਵੀ ਜੋ ਜਿਹੜੇ ਹਾਲਾਤ ਨੇ ਉਸੇ ਤਰ੍ਹਾਂ ਦੇ ਨੇ। ਜੇ ਆਪਾਂ ਇਹ ਕਹੀਏ ਕਿ ਕਿਸਾਨ ਅੰਦੋਲਨ 1 ਸਾਲ ਚੱਲਿਆ, ਉਸ ਕਾਲਕ੍ਰਮ ਵਿੱਚ ਬੰਨ ਕੇ ਆਪਣੀ ਗੱਲ ਕਰੀਏ ਤਾਂ ਉਹ ਠੀਕ ਨਹੀਂ ਲੱਗੇਗੀ। ਹਰਮੀਤ ਵਿਦਿਆਰਥੀ ਹੋਰਾਂ ਨੇ ਇਹਦੇ ਵਿੱਚ ਇਹੀ ਨਵਾਂ ਪ੍ਰਯੋਗ ਕੀਤਾ, ਉਹਨਾਂ ਨੇ ਸਮਕਾਲ ਦੇ ਪਿੱਛੋਂ ਤੋਂ ਲੈ ਕੇ ਪਿਛਲੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਲੈ ਕੇ ਅੱਜ ਦੇ ਤਤਕਾਲ ਨੂੰ ਲੈ ਕੇ ਦੋਨਾਂ ਨੂੰ ਪੈਰਲਲ ਸਮਾਨ ਅੰਤਰ ਖੜਾ ਕਰਕੇ ਆਪਣੀ ਇਸ ਕਰੂਰ ਵਰਤਾਰੇ ਦੇ ਬਾਰੇ ਵਿੱਚ ਗੱਲਬਾਤ ਕੀਤੀ ਆ। ਜੇ ਮੈਂ ਗੱਲ ਕਰਾਂ ਸਾਡੀ ਨਾਰੀ ਕਵੀਆਂ ਦੀ,
ਹੁਣ ਉਹ ਗੱਲ ਨਹੀਂ ਰਹੀ ਕਿ ਜਿਹੜੀਆਂ ਸਾਡੀਆਂ ਨਾਰੀ ਕਵੀ ਨੇ ਉਹ ਸਿਰਫ ਔਰਤ ਦੀ ਹੀ ਗੱਲ ਕਰਨ। ਉਹਨਾਂ ਨੇ ਦੀ ਕਵਿਤਾ ਦੇ ਵਿੱਚ ਵੀ ਜਿਹੜੇ ਵਿਸ਼ੇ ਆਏ ਹੈਗੇ ਨੇ ਉਹ ਮਾਨਵ ਦੇ ਵਿਸ਼ੇ ਆਏ ਨੇ। ਪਰ ਮੈਂ ਕੁਛ ਨਿਰਾਸ਼ ਜ਼ਰੂਰ ਆ ਇਸ ਵਾਰੀ ਜਿਹੜੀ ਨਾਰੀ ਰਚਿਤ ਪੰਜਾਬੀ ਕਵਿਤਾ ਆਈ ਆ। ਜਿਸ ਤਰ੍ਹਾਂ ਮੈਂ ਪਿਛਲੇ ਸਾਲ ਦੀ ਪੰਜਾਬੀ ਕਵਿਤਾ ਪੜ੍ਹੀ ਸੀ ਜਾਂ ਉਸ ਤੋਂ ਪਿਛਲੇ ਸਾਲ ਪੜ੍ਹੀ ਸੀ, ਤਾਂ ਉਸ ਸਮੇਂ ਜਿਹੜੀ ਸਾਡੀ ਕਵਿਤਾ ਸਾਹਮਣੇ ਆਈ ਸੀ ਤਾਂ ਉਹਦੇ ਵਿੱਚ ਇੱਕ ਵਿਲੱਖਣ ਜਿਹੜੀ ਸੋਚ ਸੀ, ਵਿਲੱਖਣ ਅੰਸ਼ ਸੀਗੇ, ਵਿਲੱਖਣ ਸਰੋਕਾਰ ਸੀ, ਉਹ ਉੱਭਰ ਕੇ ਸਾਹਮਣੇ ਆਏ ਸਨ। ਪਰ ਇਸ ਵਾਰੀ ਜਿਹੜੀ ਸਾਡੀ ਨਾਰੀ ਕਵਿਤਾ ਹੈ ਉਹ ਜ਼ਿਆਦਾਤਰ ਜਿਹੜੀ ਹੈ ਉਹ ਰੁਟੀਨਵਾਦ ਦਾ ਸ਼ਿਕਾਰ ਹੋਈ। ਜੀ ਬਹੁਤ ਸ਼ੁਕਰੀਆ ਮੈਡਮ ਰਵਿੰਦਰ ਕਾਕੜਾ, ਤੁਸੀਂ ਪੰਜਾਬੀ ਕਵਿਤਾ ਦੇ ਬਹੁਤ ਸਾਰੇ ਰੁਝਾਨਾਂ ਤੇ ਗੱਲਬਾਤ ਕੀਤੀ ਹੈ, ਪਰ ਬਹੁਤ ਸਾਰੇ ਰੁਝਾਨ ਅਜੇ ਪੈਂਡਿੰਗ ਨੇ। ਆਪਾਂ ਕਿਤੇ ਇਸ ਗੱਲ ਨੂੰ ਵੀ ਚਰਚਾ ਦਾ ਵਿਸ਼ਾ ਬਣਾਵਾਂਗੇ ਕਿ ਜਿਹੜੀ ਕਵਿਤਾ ਸੋਸ਼ਲ ਮੀਡੀਆ ਰਾਹੀਂ ਆ ਰਹੀ ਹੈ, ਜਿਹੜੇ ਕਵੀ ਉਧਰੋਂ ਆ ਰਹੇ ਨੇ, ਉਹ ਕਿਸ ਕਿਸਮ ਦੀ ਕਵਿਤਾ ਹੈ, ਉਹ ਪੰਜਾਬੀ ਸਾਹਿਤ ਦਾ ਨੁਕਸਾਨ ਕਰ ਰਹੀ ਹੈ, ਪੰਜਾਬੀ ਸਾਹਿਤ ਦਾ ਫਾਇਦਾ ਕਰ ਰਹੀ ਹੈ, ਉਹਨੂੰ ਕਿਵੇਂ ਚੈਨਲਾਈਜ਼ ਕੀਤਾ ਜਾ ਸਕਦਾ ਹੈ। ਇਹੋ ਜਿਹੇ ਸਵਾਲ ਵੀ ਬਹੁਤ ਵੱਡੇ ਸਵਾਲ ਨੇ। ਆਪਾਂ ਇਹਨਾਂ ਤੇ ਅਗਲੇ ਰਾਉਂਡ ਦੇ ਵਿੱਚ ਜਾਂ ਕਿਸੇ ਅਗਲੇ ਦਿਨ ਆਪਾਂ ਇਹ ਤੇ ਜ਼ਰੂਰ ਚਰਚਾ ਕਰਾਂਗੇ। ਆਪਾਂ ਅੱਗੇ ਵਧਦੇ ਹਾਂ। ਅਸੀਂ ਕੁਝ ਹੋਰ ਸਾਥੀਆਂ ਦਾ ਵੀ ਸਵਾਗਤ ਕਰਦੇ ਹਾਂ। ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਮਨਦੀਪ ਰਤਨ ਮੈਡਮ ਸਾਡੇ ਨਾਲ ਜੁੜੇ ਨੇ, ਇਸੇ ਤਰ੍ਹਾਂ ਹੀ ਬੰਦੀਵਾਲ ਸਾਡੇ ਨਾਲ ਜੁੜੇ ਨੇ, ਸੁਨੀਲ ਰੋਪੜ, ਸੁਰਿੰਦਰ ਕੰਬੋਜ, ਸੁਰਜੀਤ ਕੌਰ, ਅਸ਼ੋਕ ਕੁਮਾਰ ਜੀ, ਮੋਹਿਤ ਸ਼ਰਮਾ, ਅਮਨਜੋਤ ਕੌਰ, ਕੁਲਦੀਪ ਸਿੰਘ। ਅਸੀਂ ਇਹਨਾਂ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦੇ ਹੋਏ ਮੈਂ ਹੁਣ ਸਾਡੇ ਨੌਜਵਾਨ ਸ਼ਾਇਰ ਸਤਪਾਲ ਭੀਖੀ ਨੂੰ ਬੇਨਤੀ ਕਰੂੰਗਾ ਕਿ ਉਹ ਯੁਵਾ ਸਾਹਿਤ ਤੇ ਬਾਲ ਸਾਹਿਤ ਦੇ ਜਿਹੜੇ ਰੁਝਾਨ ਨੇ ਉਹਨਾਂ ਬਾਰੇ ਗੱਲ ਕਰਨਗੇ, ਕਿਉਂਕਿ ਸਤਪਾਲ ਭੀਖੀ ਲੰਬੇ ਸਮੇਂ ਤੋਂ ਯੁਵਾ ਸਾਹਿਤ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਬਾਲ ਸਾਹਿਤ ਦੇ ਨਾਲ ਵੀ ਜੁੜਿਆ ਹੋਇਆ ਹੈ। ਹੁਣੇ ਇਹਨਾਂ ਨੇ ਤਾਸਮਨ ਦਾ ਯੁਵਾ ਸਾਹਿਤ ਅੰਕ ਤਿਆਰ ਕੀਤਾ ਹੈ। ਸੋ ਇਹਨਾਂ ਨੇ ਲਗਭਗ ਸਮੁੱਚਾ ਜਿਹੜਾ ਯੁਵਾ ਸਾਹਿਤ ਹੈ ਉਹਦੇ ਵਿੱਚ ਦੀ ਗੋ ਥਰੂ ਹੋਏ ਨੇ, ਲੰਘੇ ਨੇ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਲ ਸਾਹਿਤ ਨਾਲ ਬਹੁਤ ਲੰਮੇ ਸਮੇਂ ਤੋਂ ਸਤਪਾਲ ਜੁੜਿਆ ਹੋਇਆ ਹੈ। ਮੈਂ ਚਾਹੂੰਗਾ ਕਿ ਸੰਖੇਪ ਦੇ ਵਿੱਚ ਸਤਪਾਲ ਭੀਖੀ ਸਾਡੇ ਨੌਜਵਾਨਾਂ ਦੇ, ਗਭਰੇਟਾਂ ਦੇ ਸਾਹਿਤ ਬਾਰੇ ਤੇ ਸਾਡੇ ਬੱਚਿਆਂ ਦੇ ਸਾਹਿਤ ਬਾਰੇ ਗੱਲਬਾਤ ਕਰਨਗੇ। ਸਤਪਾਲ ਭੀਖੀ। ਹਾਜ਼ਰੀਨ ਦੋਸਤੋ, ਰਵਿੰਦਰ ਕਾਕੜਾ ਜੀ ਨੇ ਪੰਜਾਬੀ ਕਵਿਤਾ ਦੇ ਵਿੱਚ ਜਿਹੜੀ ਬਹੁਤਾਤ ਹੈ ਸ਼ਾਇਰੀ ਦੀ, ਉਹਦੇ ਬਾਰੇ ਗੱਲ ਛੇੜੀ ਹੈ। ਡਾਕਟਰ ਸਾਹਿਬ ਮੇਰੀ ਗੱਲ ਆਵਾਜ਼ ਆ ਰਹੀ ਹੈ? ਹਾਂ ਬਿਲਕੁਲ ਆ ਰਹੀ ਹੈ, ਬਿਲਕੁਲ ਆ ਰਹੀ ਹੈ ਜੀ। ਅੱਛਾ, ਤਾਂ ਜਦੋਂ ਮੈਂ ਯੁਵਾ ਸਾਹਿਤ ਨੂੰ ਵਾਚਦਾ ਵੇਖਦਾ ਤਾਂ ਯੁਵਾ ਸਾਹਿਤ ਦੇ ਵਿੱਚ ਵੀ ਜ਼ਿਆਦਾਤਰ ਜਿਹੜਾ ਹੈਗਾ ਰੁਝਾਨ ਉਹ ਕਵਿਤਾ ਤੇ ਗਜ਼ਲ ਦਾ ਹੈ। ਜਦੋਂ ਆਪਾਂ ਇਹਨਾਂ ਨੂੰ ਪੂਰੇ ਵਿਸਥਾਰ ਦੇ ਵਿੱਚ ਦੇਖਦੇ ਹਾਂ ਤਾਂ ਲੱਗਦਾ ਕਿ ਪੰਜਾਬੀ ਨਾਵਲ, ਪੰਜਾਬੀ ਕਹਾਣੀ ਤੇ ਨਾਟਕ ਦੇ ਵਿੱਚ ਜਿਹੜੇ ਸਾਡੇ ਯੁਵਾ ਲੇਖਕ ਨੇ ਉਹਨਾਂ ਦਾ ਉਸ ਤਰ੍ਹਾਂ ਦਾ ਰੁਝਾਨ ਨਹੀਂ ਬਣਿਆ। ਔਰ ਇੱਕ ਜਿਹੜੀ ਕਾਕੜਾ ਉਹਨਾਂ ਨੇ ਗੱਲ ਕਹੀ ਸੀ ਵੀ ਜਿਹੜੀ ਜ਼ਿਆਦਾਤਰ ਕਵਿਤਾ ਆ ਰਹੀ ਹੈ ਉਹ ਬੜੀ ਨੀਰਸ ਤੇ ਮਤਲਬ ਬੇਅਰਥੀ ਜਾਂ ਆਪਾਂ ਕਹਿੰਦੇ ਵਾਰਤਕਨੁਮਾ ਕਵਿਤਾ ਸਾਡੇ ਸਾਹਮਣੇ ਆ ਰਹੀ ਹੈ। ਤਾਂ ਜਦੋਂ ਮੈਂ ਯੁਵਾ ਸ਼ਾਇਰੀ ਨੂੰ ਵਾਚਦਾ ਤਾਂ ਮੈਨੂੰ ਥੋੜੀ ਤਸੱਲੀ ਮਿਲਦੀ ਹੈ ਕਿ ਜਿਹੜੇ ਸਾਡੇ ਯੁਵਾ ਸ਼ਾਇਰ ਨੇ ਉਹਨਾਂ ਕੋਲੇ ਨਵਾਂ ਮੁਹਾਵਰਾ, ਨਵੀਂ ਭਾਸ਼ਾ, ਨਵਾਂ ਅੰਦਾਜ਼ ਹੈਗਾ। ਜਿਵੇਂ ਇਸੇ ਵਾਰੀ ਆਪਾਂ ਦੇਖਦੇ ਹਾਂ ਕਿ ਸੰਧੂ ਗਗਨ ਦੀ ਕਿਤਾਬ ਪੰਜ ਤੀਲੇ ਨੂੰ ਅਵਾਰਡ ਮਿਲਿਆ ਔਰ ਉਹ ਬਹੁਤ ਅੱਛੀ ਕਿਤਾਬ ਹੈ। ਉਹਦੇ ਵਿੱਚ ਉਹਨੇ ਮਤਲਬ ਕੁਦਰਤ ਨੂੰ ਲੈ ਕੇ, ਸਵੈ ਮਲੰਕਣ ਨੂੰ ਲੈ ਕੇ ਕਈ ਖੂਬਸੂਰਤ ਕਵਿਤਾਵਾਂ ਲਿਖੀਆਂ। ਸ਼ਾਇਰੀ ਦੇ ਵਿੱਚ ਜੇ ਮੈਂ ਕੁਝ ਮੈਟਾਫਰ ਦੀ ਜੇ ਮੈਂ ਗੱਲ ਕਰਾਂ ਤਾਂ ਦੋ ਤਿੰਨ ਗੱਲਾਂ ਮੇਰੇ ਸਾਹਮਣੇ ਪਈਆਂ ਨੇ। ਬਿਲਕੁਲ ਆਧੁਨਿਕ ਸਮੇਂ ਵਿੱਚ ਜਿਹੜਾ ਸਾਡਾ ਯੂਥ ਹੈ, ਖਾਸ ਕਰਕੇ ਮੈਂ ਜਿਹੜੀ ਗੱਲ ਕਰਦਾ ਉਹ 30 ਸਾਲ ਤੱਕ ਦੇ ਜਿਹੜੇ ਹੈਗੇ ਨੇ ਸਾਡੇ ਲੇਖਕ, ਉਹਨਾਂ ਦੀ ਗੱਲ ਕਰਦਾ। ਗੁਰਦਿੱਤ ਸੇਖੋਂ ਇੱਕ ਨਵੇਂ ਮੈਟਾਫਰ ਨਾਲ ਸਾਡੇ ਕੋਲ ਹਾਜ਼ਰੀ ਲਵਾਉਂਦਾ। ਉਹ ਕਹਿੰਦਾ ਵੀ ਦੁੱਲਾ ਭੱਟੀ ਦੀ ਆਇਲਟਸ ਕਲੀਅਰ ਹੋ ਗਈ ਹੈ, ਉਸਨੂੰ ਵੀਜ਼ਾ ਵੀ ਮਿਲ ਗਿਆ ਹੈ ਤੇ ਅਕਬਰ ਤਖਤੇ ਤੌਖ ਤੇ ਬੈਠਾ ਮੁਸਕੜੀਆਂ ਹੱਸ ਰਿਹਾ। ਬਹੁਤ ਅੱਛੇ। ਤਾਂ ਅਜਿਹੇ ਮੈਟਾਫਰ ਫੜਨੇ ਕਿ ਸਾਡੀ ਯੁਵਾ ਪੀੜ੍ਹੀ ਕਿੱਧਰ ਜਾ ਰਹੀ ਹੈ ਔਰ ਉਹਦੇ ਬੈਕਗ੍ਰਾਉਂਡ ਤੇ ਕੀ ਹੋਊਗਾ ਤੇ ਕੀ ਹੋਣਾ। ਤੇ ਜਦੋਂ ਅਜਿਹੀ ਲੰਬੀ ਰੇਂਜ ਦੀਆਂ ਗੱਲਾਂ ਫੜੀਆਂ ਤਾਂ ਮਨ ਤਸੱਲੀ ਨਾਲ ਭਰਦਾ। ਮਨਪ੍ਰੀਤ ਚਾਨਕ ਦੀ ਕਵਿਤਾ ਹੈਗੀ ਹੈ ਰੱਖੜੀ। ਉਹ ਰੱਖੜੀ ਦੇ ਤਿਉਹਾਰ ਨੂੰ ਨਵੇਂ ਮੈਟਾਫਰ ਚ ਕਿਵੇਂ ਢਾਲਦੀ ਹੈ, ਉਹਦੀਆਂ ਚਾਰ ਲਾਈਨਾਂ ਮੈਂ ਥੀਮਸ ਮਤਲਬ ਸਾਂਝਾ ਕਰਦਾ। ਉਹ ਕਹਿੰਦੀ ਕਿ ਜਦੋਂ ਮੈਂ ਵੀਰ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹਾਂ ਤਾਂ ਉਹ ਕਹਿੰਦਾ ਵੀ ਮੰਗ, ਕੀ ਮੰਗਣਾ? ਤਾਂ ਮੈਂ ਕਹਿੰਦੀ ਵੀ ਮੈਨੂੰ ਕਿਤਾਬਾਂ ਚਾਹੀਦੀਆਂ ਨੇ। ਤਾਂ ਉਹ ਕਹਿੰਦੇ ਮੇਰੀ ਟੇਬਲ ਤੇ ਮਾਂ ਨਾਵਲ ਪਿਆ, ਯੁੱਧ ਤੇ ਅਮਨ ਪਿਆ ਔਰ ਜਿਹੜਾ ਉੜਦੇ ਬਾਜਾ ਮਗਰ
ਮੇਰੇ ਟੇਬਲ ਤੇ ਪਿਆ, ਤੇ ਉਹਨਾਂ ਨੂੰ ਪੜ੍ਹਦਿਆਂ ਮੈਂ ਪਹੁੰਚ ਗਈ ਹਾਂ ਅਸਲੀ ਰਾਖਿਆਂ ਕੋਲ। ਜ਼ਿੰਦਗੀ ਜਿਉਣ ਲਈ ਤੇ ਜ਼ਿੰਦਗੀ ਲੜਨ ਲਈ ਜੋ ਲੋਕ ਜੁੜੇ ਨੇ ਉਹਨਾਂ ਕੋਲ, ਤੇ ਹੁਣ ਮੇਰੇ ਕੋਲੇ ਬੇਸ਼ਕੀਮਤੀ ਤੋਹਫੇ ਨੇ। ਰੱਖੜੀ ਹੁਣ ਮੰਨਫੀ ਹੋ ਰਹੀ ਹੈ। ਤਾਂ ਬਹੁਤ ਅੱਛਾ। ਇਸ ਮੈਟਾਫਰ ਨੂੰ ਨਵੇਂ ਅਰਥਾਂ 'ਚ ਦੇਣਾ, ਇਹ ਮੈਨੂੰ ਵੱਡੀ ਗੱਲ ਲੱਗਦੀ ਹੈ। ਹੋਰ ਵੀ ਬਹੁਤ ਸਾਰੇ ਕਵੀ ਨੇ, ਜਿਵੇਂ ਕ੍ਰਿਸ਼ਪਿੰਦਰ ਕਹਿੰਦਾ ਵੀ ਜਦੋਂ ਸਾਡਾ ਯੁੱਧ ਸਾਡੇ ਨਿੱਜ ਨਾਲ ਹੋਊਗਾ ਤੇ ਸਾਡੀ ਲੜਾਈ ਸਾਡੇ ਆਪਣੇ ਨਾਲ ਹੋਊਗੀ, ਤਾਂ ਸਰਹੱਦ ਤੇ ਲੱਗੀਆਂ ਜਿਹੜੀਆਂ ਤਾਰਾਂ ਨੇ ਉਹਨਾਂ ਨੂੰ ਲੋਕ ਪੁੱਟ ਕੇ ਲੈ ਜਾਣਗੇ, ਔਰਤਾਂ ਪੁੱਟ ਕੇ ਲੈ ਜਾਣਗੀਆਂ ਕੱਪੜੇ ਸੁਕਾਉਣ ਦੇ ਲਈ। ਤਾਂ ਜਦੋਂ ਯੁੱਧ ਬਾਰੇ, ਸਾਡੇ ਰਿਸ਼ਤਿਆਂ ਬਾਰੇ, ਔਰ ਸਾਡੇ ਜਿਹੜੇ ਰੁਜ਼ਗਾਰ ਬਾਰੇ, ਔਰ ਸਾਡੇ ਪ੍ਰਵਾਸ ਬਾਰੇ ਜਦੋਂ ਗੱਲਾਂ ਇਸ ਚਿਹਨ ਚ ਆਉਂਦੀਆਂ ਨੇ, ਤਾਂ ਬੜੀ ਖੁਸ਼ੀ ਹੁੰਦੀ ਹੈ। ਪਰ ਜਿਹੜੀ ਇੱਕ ਗੱਲ ਮੈਂ ਮਹਿਸੂਸ ਕਰਦਾ ਕਿ ਯੁਵਾ ਸਾਹਿਤ ਨੂੰ ਤੇ ਬਾਲ ਸਾਹਿਤ ਨੂੰ ਅਸੀਂ ਉਨੀ ਵੇਟ ਨਹੀਂ ਦਿੰਦੇ। ਔਰ ਬਹੁਤ ਸਾਰੇ ਵਿਦਵਾਨ ਮੈਂ ਇਹ ਕਹਿੰਦੇ ਸੁਣਿਆ ਕਿ ਸਾਡੇ ਕੋਲ ਜਿਹੜਾ ਸਮਕਾਲੀ ਸਾਹਿਤ ਹੈ, ਪੜ੍ਹਨ ਦੇ ਵਿੱਚ, ਉਹਦੀ ਜਿਹੜੀ ਭਾਸ਼ਾਈ ਆਨੰਦ ਦੇ ਵਿੱਚ, ਸੱਭਿਆਚਾਰਕ ਪੱਖੋਂ ਇਹਨੇ ਖਤਮ ਹੋ ਜਾਣਾ, ਜਿਸ ਤਰ੍ਹਾਂ ਕਿ ਸਾਡੀ ਹੱਥ ਲਿਖਤ ਕੰਪਿਊਟਰ ਨੇ ਖਾ ਲਈ। ਇਸ ਤਰ੍ਹਾਂ ਦੇ ਜਦੋਂ ਕਮੈਂਟ ਆਉਂਦੇ ਨੇ, ਤਾਂ ਮੈਂ ਇਸ ਕਰਕੇ ਇਹ ਕੰਮ ਕਰ ਰਿਹਾ ਕਿ ਸਾਰਿਆਂ ਦੇ ਸਾਹਮਣੇ ਸ਼ੀਸ਼ਾ ਹੋਣਾ ਚਾਹੀਦਾ ਕਿ ਨੌਜਵਾਨ ਸੋਚਦੇ ਕੀ ਨੇ। ਉਹ ਸਾਡੇ ਵਾਂਗੂ ਨਹੀਂ ਸੋਚਦੇ, ਔਰ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਤੇ ਕੰਮ ਨਹੀਂ ਕੀਤਾ। ਜੇ ਕਰਦੇ ਤਾਂ ਸਾਡੇ ਸਾਹਮਣੇ ਯੁਵਾ ਸਾਹਿਤ ਦਾ ਇੱਕ ਵੱਖਰਾ ਦ੍ਰਿਸ਼ ਆ ਸਕਦਾ ਸੀ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਸਾਹਿਤ ਅਕਾਦਮੀ ਤੇ ਕੰਮ ਕੀਤਾ। ਪਹਿਲਾਂ ਅਸੀਂ ਬੱਚਿਆਂ ਬਾਰੇ ਕੰਮ ਕੀਤਾ, ਬੱਚਿਆਂ ਨੂੰ ਅਸੀਂ ਲਿਖਣ ਵੱਲ ਪ੍ਰੇਰਿਆ, ਤੇ ਉਹ ਫਿਰ ਘਬਰੇਟ ਹੋਏ, ਔਰ ਉਸ ਤੋਂ ਬਾਅਦ ਉਹ ਯੁਵਾ ਸ਼ਾਇਰੀ ਦੇ ਨਿਖਰਵੇਂ ਰੂਪ ਦੇ ਸਾਡੇ ਸਾਹਮਣੇ ਨੇ। ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਨਿਊਜ਼ੀਲੈਂਡ ਦੇ ਪੋਇਟ ਕ੍ਰਿਸਟਸੇ ਨੂੰ ਪੜ੍ਹ ਰਿਹਾ ਸੀ। ਔਰ ਨਿਊਜ਼ੀਲੈਂਡ ਦੇ ਵਿੱਚ ਇੱਕ ਕਲਚਰ ਹੈ ਕਿ ਜਦੋਂ ਬੱਚੇ 10-12 ਪੜ੍ਹ ਜਾਂਦੇ ਨੇ, ਤਾਂ ਉਹਨਾਂ ਦਾ ਪੂਰੇ ਦੇਸ਼ ਦੇ ਵਿੱਚ ਇੱਕ ਮੁਕਾਬਲਾ ਹੁੰਦਾ, ਔਰ ਉਹਦੇ ਵਿੱਚ ਜਿਹੜੇ ਸ਼ਾਇਰ ਵਧੀਆ ਆਉਂਦੇ ਨੇ ਉਹਨਾਂ ਦੀਆਂ ਕਿਤਾਬਾਂ ਛਾਪੀਆਂ ਜਾਂਦੀਆਂ ਨੇ, ਔਰ ਉਹਨਾਂ ਦੀ ਸ਼ਾਇਰੀ ਨੂੰ ਸਿਲੇਬਸ ਤੇ ਸ਼ਾਮਲ ਕੀਤਾ ਜਾਂਦਾ। ਕੀ ਬਾਤ। ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਸਿਲੇਬਸ ਦੇ ਵਿੱਚ ਕੌਣ ਸ਼ਾਮਲ ਹੈ, ਤਾਂ ਅਸੀਂ ਦੇਖਦੇ ਕਿ ਭਾਈ ਵੀਰ ਸਿੰਘ, ਪੂਰਨ ਸਿੰਘ ਤੋਂ ਲੈ ਕੇ, ਐਸੇ ਤਰੀ ਮੰਨ ਲਓ ਅਸੀਂ ਵੱਡੇ ਲੇਖਕਾਂ ਤੋਂ ਲੈ ਕੇ ਜਿਹੜਾ ਹੈਗਾ ਪ੍ਰੋੜ ਅਵਸਥਾ ਦੇ ਜਿਹੜੇ ਰਾਈਟਰ ਨੇ ਉਹਨੂੰ ਸ਼ਾਮਲ ਕਰਦੇ ਆ। ਪਰ ਉਹ ਪੂਰਾ ਸੁਚੇਤ ਹੋ ਕੇ ਯੁਵਾ ਸ਼ਾਇਰਾਂ ਨੂੰ, ਯੁਵਾ ਗਲਪਕਾਰਾਂ ਨੂੰ ਸ਼ਾਮਲ ਕਰਦੇ ਨੇ, ਔਰ ਉਹਦੀਆਂ ਬਕਾਇਦਾ ਕਿਤਾਬਾਂ ਛਾਪ ਕੇ ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ 10-12 ਪੜ੍ਹਨ ਤੋਂ ਬਾਅਦ ਉਸ ਪ੍ਰੋਸੈਸ ਤੋਂ ਲੰਘਣਾ ਜੀ। ਪੰਜਾਬ ਦੇ ਵਿੱਚ ਜਾਂ ਪੰਜਾਬੀ ਸਾਹਿਤ ਵਿੱਚ ਇਸ ਤਰ੍ਹਾਂ ਦਾ ਰੁਝਾਨ ਨਹੀਂ। ਔਰ ਜੇ ਮੇਰੇ ਸਾਹਮਣੇ ਜੇ ਹੁਣ ਸਾਡੇ ਨਾਲ ਪ੍ਰੀਤੀ ਸ਼ੈਲੀ ਜੁੜੀ ਹੋਈ ਹੈ, ਇਹ ਵੀ ਯੁਵਾ ਸ਼ਾਇਰਾ ਵੀ ਹੈਗੀ ਹੈ। ਔਰ ਜਦੋਂ ਪ੍ਰਕਾਸ਼ ਦੀ ਅਸੀਂ ਗੱਲ ਕਰਦੇ ਹਾਂ, ਤਾਂ ਮੈਂ ਸਭ ਤੋਂ ਪਹਿਲਾਂ ਇਸੇ ਦੀ ਪ੍ਰਸ਼ੰਸਾ ਕਰਦਾ ਕਿ ਪ੍ਰੀਤੀ ਸ਼ੈਲੀ ਨੇ ਸਾਡੇ ਪ੍ਰਕਾਸ਼ਨਾਂ ਦੇ ਵਿੱਚ ਬਹੁਤ ਬਰੀਕੀ ਨਾਲ ਨਿਹਾਰਿਆ, ਔਰ ਸਾਡੇ ਕੋਲੇ ਕਿਸ ਤਰ੍ਹਾਂ ਦਾ ਲਿਟਰੇਚਰ ਚਾਹੀਦਾ ਹੈ, ਔਰ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਸਾਡੇ ਜਿਹੜੇ ਲੇਖ ਸਾਹਮਣੇ ਨਹੀਂ ਆ ਸਕੇ, ਉਹ ਆਰਥਿਕ ਕਾਰਨਾਂ ਕਰਕੇ ਵੀ ਹੋ ਸਕਦਾ, ਉਹ ਰਾਜਸੀ ਕਾਰਨਾਂ ਕਰਕੇ ਵੀ ਹੋ ਸਕਦਾ। ਤੇ ਉਹ ਕਿਹੜੀਆਂ ਕਿਤਾਬਾਂ ਨੇ ਜਿਹੜੀਆਂ ਪੰਜਾਬ ਦਾ ਯੂਥ ਪੜ੍ਹੇ, ਔਰ ਉਹਦੇ ਤੇ ਪ੍ਰੀਤੀ ਸ਼ੈਲੀ ਨੇ ਬਹੁਤ ਖੂਬਸੂਰਤ ਕੰਮ ਕੀਤਾ। ਤੇ ਇਹਦੇ ਨਾਲ ਹੋਇਆ ਕੀ ਹੈ, ਬਹੁਤ ਸਾਰੇ ਤਾਂ ਅਨੁਵਾਦਕ ਇਹਨਾਂ ਨੇ ਜੋੜੇ, ਖਾਸ ਕਰਕੇ ਪ੍ਰੀਤੀ ਸ਼ੈਲੀ ਨੇ ਤੇ ਹੋਰ ਪ੍ਰਕਾਸ਼ਕਾਂ ਨੇ ਅਨੁਵਾਦਕ ਜੋੜੇ, ਔਰ ਇਹਦੇ ਨਾਲ ਸਾਡੇ ਕੋਲੇ ਬਹੁਤ ਸਾਰਾ ਰੁਝਾਨ ਹੈ। ਜਿਵੇਂ ਮੇਰੇ ਸਾਹਮਣੇ ਕਿ ਇਹਨਾਂ ਸਮਿਆਂ ਦੇ ਵਿੱਚ ਵਾਹਿਦ ਦੀ ਸ਼ਾਇਰੀ ਨੂੰ ਬਹੁਤ ਵਧੀਆ ਰੁਤਬਾ ਮਿਲਿਆ। ਔਰ ਐਸੇ ਤਰੀ ਸਾਡੇ ਕੋਲੇ ਬਰਕਤ ਕਿਤਾਬ ਜਿਹੜੀ ਪਿਛਲੇ ਸਾਲਾਂ ਚ ਆਈ ਸੀ, ਕਰਮਜੀਤ ਕੋਮਲ ਦੀ, ਤੇ ਗੁਰਦੀਪ ਦੀ ਜਿਹੜੀ ਗਲਪ ਦੇ ਵਿੱਚ ਹੈ ਮਾਨ ਸੱਚੇ ਇਸ਼ਕ ਦਾ, ਚਿੱਟਾ ਸਿੱਧੂ ਦੀ ਕਿਤਾਬ ਹੈ 2-2.5 ਸਾਲ। ਔਰ ਇਹਨਾਂ ਨੇ ਗਲਪ ਦੇ ਵਿੱਚ ਵੀ, ਆਲੋਚਨਾ ਦੇ ਵਿੱਚ ਵੀ ਨਵੀਆਂ ਪੈੜਾਂ ਪਾਈਆਂ ਨੇ। ਤੇ ਐਸੇ ਤਰੀ ਕਹਾਣੀ ਦੇ ਵਿੱਚ ਇੱਕ ਬਹੁਤ ਵੱਡਾ ਖੱਲਾ ਸਾਡੇ ਸਾਹਮਣੇ ਹੈਗਾ ਕਿ ਯੁਵਾ ਜਿਹੜੀ ਪੀੜ੍ਹੀ ਹੈ ਉਹ ਕਹਾਣੀ, ਨਾਵਲ ਤੇ ਨਾਟਕ ਕਿਉਂ ਨਹੀਂ ਪੜ੍ਹਦੀ। ਤਾਂ ਮੇਰੇ ਸਾਹਮਣੇ ਇਸ ਵਕਤ ਹੋਰ ਵੀ ਨਾਂ ਨੇ, ਪਰ ਇੱਕੋ ਇੱਕ ਨਾਂ ਜਿਹੜਾ ਰੇਮਨ ਦਾ ਨਾਂ ਆ ਰਿਹਾ, ਜਿਹਦੀ 6:45 PM ਕਿਤਾਬ ਹੈ, ਉਹ ਵੀ ਪ੍ਰੀਤੀ ਨੇ ਛਾਪੀ ਹੈ, ਆਟਮ ਆਰਟ ਨੇ। ਔਰ ਉਸ ਕਹਾਣੀਆਂ ਬਾਰੇ ਟਿੱਪਣੀ ਕਰਦਿਆਂ ਸਾਡੇ ਕਹਾਣੀਕਾਰ ਤੇ ਆਲੋਚਕ ਬਲਦੇਵ ਧਾਲੀਵਾਲ ਨੇ ਗੱਲ ਕਹੀ ਸੀ ਕਿ ਸਾਡੇ ਸਾਹਮਣੇ ਕੁਲਵੰਤ ਵਿਰਕ ਦੀ ਕਹਾਣੀ ਦਾ ਉਹ ਮਾਡਲ ਆਉਂਦਾ। ਬੇਸ਼ੱਕ ਅਸੀਂ ਪੂਰੀ ਤਰ੍ਹਾਂ ਭਾਵੇਂ ਨਾ ਸਹਿਮਤ ਹੋ ਇਸ ਗੱਲ ਨਾਲ, ਪਰ ਸਮਕਾਲੀ ਕਹਾਣੀ ਦੇ ਉੱਤੇ ਜਿਹੜਾ ਵਰਤਾਂਤ ਆ ਬਹੁਤ ਭਾਰੂ ਹੈ।
ਔਰ ਕਹਾਣੀਆਂ ਦਸਤਾਵੇਜ਼ੀ ਰੂਪ ਦੇ ਵਿੱਚ ਜ਼ਿਆਦਾ ਆ ਰਹੀਆਂ ਨੇ, ਔਰ ਉਹਦੀ ਲੇਖਕ ਖੁਦ ਜ਼ਿਆਦਾ ਸ਼ਾਮਲ ਹੋ ਰਿਹਾ ਤੇ ਕਹਾਣੀਆਂ ਨੂੰ ਕਹਾਣੀ ਨਹੀਂ ਅਸੀਂ ਰਹਿਣ ਦਿੱਤਾ। ਬਹੁਤ ਸਾਰੀਆਂ ਕਹਾਣੀਆਂ ਤਾਂ ਅਜਿਹੀਆਂ ਨੇ ਕਿ ਜੇ ਉਹਨਾਂ ਦੇ ਉੱਤੋਂ ਆਦਿ ਤੇ ਅੰਤ ਨੂੰ ਆਪਾਂ ਖਤਮ ਕਰ ਦਈਏ ਤਾਂ ਸਾਡੇ ਸਾਹਮਣੇ ਇੱਕ ਨਿਬੰਧ ਆ ਜਾਂਦਾ। ਰੇਮਨ ਨੇ ਉਸ ਜਮੂਦ ਨੂੰ ਤੋੜਿਆ, ਜਿਵੇਂ ਕੋਈ ਦਾਦੀ ਕਹਾਣੀ ਸੁਣਾਉਂਦੀ ਹੈ ਇਸ ਤਰ੍ਹਾਂ ਕਹਾਣੀ ਸ਼ੁਰੂ ਕਰਦੀ ਹੈ। ਤਾਂ ਉਹਦੀਆਂ ਕਈ ਕਹਾਣੀਆਂ ਨੇ, ਮਰ ਜਾਣੀ ਅੰਬਾ ਉਦਾਹਰਨ ਹੈ ਉਹਦੀ। ਪੰਜਾਬੀ ਕਹਾਣੀ ਦੇ ਵਿੱਚ ਜਿੱਥੇ 2022 ਦੇ ਵਿੱਚ ਹੋਰ ਕਹਾਣੀਆਂ ਦੀ ਗੱਲ ਹੁੰਦੀ ਹੈ ਜਾਂ ਮੈਂ ਜਿੰਨੀਆਂ ਪੜ੍ਹੀਆਂ ਨੇ, ਤਾਂ ਉਹਦੇ ਵਿੱਚ ਰੇਮਨ ਦੀ ਜਿਹੜੀ ਕਹਾਣੀ ਹੈ ਅੰਬਾ ਮਰ ਜਾਣੀ, ਜਿਹਨੂੰ ਮੈਂ ਨਿਲੰਬਰੀ ਸ਼ੋਹ ਕਹਾਣੀ ਕਹਿ ਦਿੰਦਾ ਹੁੰਦਾ, ਜਾਂ ਜਹਾਂ ਅੱਛੀ ਔਰਤ ਨਹੀਂ ਮਿਲਤੀ, ਨਿਰਮਲਾ, ਹੋਰ ਕਹਾਣੀਆਂ ਨੇ ਕਿ ਉਹਨੇ ਸਾਡੇ ਸਾਹਮਣੇ ਇੱਕ ਨਵੀਂ ਪ੍ਰਸਤੁਤੀ ਪੇਸ਼ ਕੀਤੀ ਹੈ। ਤੇ ਗੱਲਾਂ ਹੋਰ ਬਹੁਤ ਸਾਰੀਆਂ ਸੀਗੀਆਂ, ਮੈਂ ਉਹਨਾਂ ਨੂੰ ਵਿੱਚ ਛੱਡਦਾ ਕਿਉਂਕਿ ਸਮੇਂ ਦੀ ਘਾਟ ਹੈ। ਜੀ ਮੈਂ ਬਾਲ ਸਾਹਿਤ ਦੀ ਗੱਲ ਕਰਦਾ, ਜੇ ਮੈਨੂੰ ਸਮਾਂ ਮਿਲਿਆ ਤਾਂ ਆਪਾਂ ਯੁਵਾ ਸਾਹਿਤ ਦੇ ਦੁਆਰੇ ਵੀ ਗੱਲ ਕਰ ਲਾਂਗੇ। ਜੀ ਬਾਲ ਸਾਹਿਤ ਦੇ ਵਿੱਚ ਮੇਰੇ ਸਾਹਮਣੇ ਦੋ ਬੜੇ ਦੁਖਾਂਤ ਨੇ ਜਿਹੜੇ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਦਾ। ਪਹਿਲਾ ਤਾਂ ਇਹ ਕਿ ਇਸ ਸਾਲ ਦੇ ਵਿੱਚ ਦਸੰਬਰ ਦੇ ਅੰਤ ਦੇ ਵਿੱਚ ਸਾਡੇ ਕੋਲੋਂ ਬਾਲ ਸਾਹਿਤ ਦਾ ਇੱਕ ਬਹੁਤ ਖੂਬਸੂਰਤ ਲੇਖਕ ਅਨਿਲ ਆਦਮ ਖੁੱਸ ਗਿਆ। ਸਾਡੇ ਕੋਲੇ ਬਾਲ ਕਵਿਤਾਵਾਂ, ਕਹਾਣੀਆਂ, ਨਾਵਲ ਹੈਗੇ ਨੇ। ਸਾਡੇ ਕੋਲੇ ਜਿਵੇਂ ਇੰਗਲਿਸ਼ ਦੀ ਰਾਈਮ ਹੁੰਦੀ ਹੈ ਉਹ ਨਹੀਂ ਹੈਗੀ, ਬਹੁਤ ਘੱਟ ਹੈ। ਕਮਲਜੀਤ ਨੀਲੋ ਨੇ ਤੇ ਕੰਮ ਕੀਤਾ, ਹੋਰ ਵੀ ਕੀਤਾ, ਪਰ ਅਨਿਲ ਆਦਮ ਦੀ ਪਕੜ ਸੀ ਪੂਰੇ ਪੰਜਾਬ ਦੇ ਵਿੱਚ। ਉਹਦੀਆਂ ਰਚਨਾਵਾਂ ਦਾ ਇੱਕ ਸਕੂਲਾਂ ਦੇ ਵਿੱਚ ਵਰਤਾਓ ਸੀ, ਬੱਚੇ ਉਹਨੂੰ ਯਾਦ ਕਰਦੇ ਸੀ। ਔਰ ਡਾਕਟਰ ਸਾਹਿਬ ਤੁਹਾਡੇ ਨਾਲ ਮਿਲ ਕੇ ਇੱਕ ਆਪਾਂ ਨੇ ਕਿਤਾਬ ਕੱਢੀ ਸੀਗੀ, ਦਿੱਤੀ ਸੀ, ਖਾਸ ਕਰਕੇ ਰਾਈਮਸ ਦੀ, ਨਰਸਰੀ ਗੀਤ। ਤੇ ਉਹ ਹਾਂ ਨਰਸਰੀ ਗੀਤ। ਹੁਣ ਉਹਦੇ ਵਿੱਚ ਅਨਿਲ ਦੀਆਂ ਦੋ ਰਚਨਾਵਾਂ ਮੇਰੀ ਯਾਦ ਨੇ ਕਿ ਮੈਡਮ ਜੀ ਨਮਸਤੇ, ਸੋਹਣੇ ਸਾਡੇ ਬਸਤੇ, ਸੋਹਣੀ ਤੁਹਾਡੀ ਸਕੂਟੀ, ਸਾਨੂੰ ਵੀ ਦੇ ਦੇ ਝੂਟੀ, ਰੱਜ ਰੱਜ ਕੇ ਅਸੀਂ ਪੜ੍ਹਨਾ ਹੈ, ਅਸੀਂ ਵੀ ਟੀਚਰ ਬਣਨਾ। ਐਸੇ ਤਰੀ ਠੱਕ ਠੱਕ ਕਰਦਾ ਚੌਕੀਦਾਰ, ਕਰਦਾ ਹੈ ਸਭ ਨੂੰ ਹੁਸ਼ਿਆਰ, ਹੱਥ ਵਿੱਚ ਉਸਦੇ ਸੋਟੀ ਹੈ, ਸੋਟੀ ਬੜੀ ਹੀ ਮੋਟੀ ਹੈ, ਇਸ ਤਰ੍ਹਾਂ ਦੀ ਰਹਿਣ। ਤਾਂ ਇਸ ਤਰ੍ਹਾਂ ਦੀ ਜਿਹੜੀਆਂ ਰਚਨਾਵਾਂ ਨੇ ਕਰਨ ਵਾਲਾ ਬਹੁਤ ਸਾਡਾ ਜੀਨ ਬਾਲ ਲੇਖ ਸਾਥੋਂ ਖੁੱਸ ਗਿਆ। ਉਹਦਾ ਘਾਟਾ ਮੈਨੂੰ ਲੱਗਦਾ ਕਿ ਸਾਨੂੰ ਤਾਂ ਪੈਣਾ ਹੀ ਪੈਣਾ। ਬੱਚਿਆਂ ਕੋਲ ਜੋ ਖੂਬਸੂਰਤ ਰਚਨਾਵਾਂ ਜਾਂਦੀਆਂ ਸੀ ਉਹ ਤੋਂ ਅਸੀਂ ਪੁੰਜ ਗਏ। ਔਰ ਦੂਸਰੀ ਜਿਹੜੀ ਅਫਸੋਸ ਦੀ ਗੱਲ ਮੈਂ ਸਾਂਝੀ ਕਰਨੀ ਹੈ ਉਹ ਇਹ ਕਿ ਪਿਛਲੇ 2 ਸਾਲਾਂ ਤੋਂ ਭਾਰਤੀ ਸਾਹਿਤ ਅਕਾਦਮੀ ਨੇ ਬਾਲ ਪੁਰਸਕਾਰ ਨਹੀਂ ਦਿੱਤਾ। ਔਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਬਾਲ ਸਾਹਿਤ ਦੇ ਪੁਰਸਕਾਰ ਦਿੱਤੇ ਗਏ ਨੇ, ਪਰ ਭਾਰਤੀ ਸਾਹਿਤ ਅਕਾਦਮੀ ਨੇ 2 ਸਾਲ ਇਹ ਪੁਰਸਕਾਰ ਇਹ ਗੱਲ ਕਹਿ ਕੇ ਨਹੀਂ ਦਿੱਤਾ ਕਿ ਸਾਡੇ ਕੋਲ ਚੰਗੀਆਂ ਕਿਤਾਬਾਂ ਨਹੀਂ ਆਈਆਂ। ਉਹ ਕਿੱਥੋਂ ਮਤਲਬ ਵਿਸ਼ਲੇਸ਼ਣ ਕਰਵਾਉਂਦੇ ਨੇ, ਕਿਵੇਂ ਪਹੁੰਚਦੀਆਂ ਨੇ, ਇਹ ਬੜੀ ਹੈਰਾਨੀਜਨਕ ਗੱਲ ਹੈ। ਔਰ ਡਾਕਟਰ ਰਵੇਲ ਸਿੰਘ ਹੋਰੀ ਮੇਰੇ ਖਿਆਲ ਸਾਡੇ ਨਾਲ ਜੁੜੇ ਹੋਏ ਸੁਣ ਰਹੇ ਨੇ, ਉਹ ਹੁਣ ਸਲਾਹਕਾਰ ਬੋਰਡ ਦੇ ਵਿੱਚ ਆਏ ਨੇ, ਲੱਗਦਾ ਸ਼ਾਇਦ ਇਸ ਗੱਲ ਨੂੰ ਵਿਚਾਰਿਆ ਜਾਵੇ। ਜੀ ਸਾਡੇ ਕੋਲ ਇਹਨਾਂ ਸਮਿਆਂ ਦੇ ਵਿੱਚ ਗੁਰਬਚਨ ਭੁੱਲਰ ਦੀਆਂ 3 ਬਿਹਤਰੀਨ ਕਿਤਾਬਾਂ ਅਸੀਂ ਦੇਖੀਆਂ। ਔਰ ਸਾਡੇ ਵੱਡੇ ਰਾਈਟਰ ਸੁਖਵੀਰ ਬੰਬਈ ਹੋਰੇ, ਉਹਨਾਂ ਦੀਆਂ 2 ਬਾਲ ਕਹਾਣੀਆਂ ਦੀਆਂ ਕਿਤਾਬਾਂ ਸੀਗੀਆਂ ਜਿਹੜੇ ਕਿ ਨਹੀਂ ਛਪੇ ਸੀ, ਉਹ 2019 ਚ ਆਈਆਂ। ਐਸੇ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਵੱਡੇ ਜਿਹੜੇ ਰਾਈਟਰ ਨੇ ਉਹਨਾਂ ਦੀਆਂ ਕਿਤਾਬਾਂ ਸਾਡੇ ਕੋਲ ਨੇ, ਸਾਡੇ ਕੋਲ ਉਹਦੀ ਲਿਸਟ ਵੀ ਹੈ। ਔਰ ਇਹ 'ਚ ਬੜੀ ਡਿਟੇਲ 'ਚ ਗੱਲ ਕੀਤੀ, ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਵੱਡੇ ਵੱਡੇ ਅਦਾਰਿਆਂ ਦੇ ਵਿੱਚ ਬਾਲ ਸਾਹਿਤ ਨੂੰ ਰਿਜੈਕਟ ਕਰਦਾ, ਇਗਨੋਰ ਕਰ ਦਿੱਤਾ ਜਾਂਦਾ। ਔਰ ਪੰਜਾਬ ਦੇ ਵਿੱਚ ਵੀ ਇਹ ਹੁੰਦਾ ਹੈ। ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਕਿ ਜਿਹਨੂੰ ਨਹੀਂ ਲਿਖਣਾ ਆਉਂਦਾ ਉਹ ਬਾਲ ਸਾਹਿਤ ਲਿਖ ਲੇ। ਪਰ ਜਦੋਂ ਇਨਾਮ ਸਨਮਾਨ ਸ਼ੁਰੂ ਹੋਏ ਭਾਰਤੀ ਸਾਹਿਤ ਅਕਾਦਮੀ ਦੇ, ਪੰਜਾਬ ਦੇ ਵਿੱਚ ਮਾਤਾ ਜਸਵੰਤ ਕੌਰ ਯਾਦਗਾਰੀ ਪੁਰਸਕਾਰ, ਔਰ ਪੰਜਾਬ ਸਾਹਿਤ ਅਕਾਦਮੀ ਨੇ ਆਪਣੀ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ, ਤਾਂ ਵੱਡੀ ਪੱਧਰ ਤੇ ਉਹਨਾਂ ਹੀ ਲੇਖਕਾਂ ਨੇ ਲਿਖਣਾ ਸ਼ੁਰੂ ਕੀਤਾ। ਤੇ ਸਾਡੇ ਕੋਲੇ ਬਹੁਤ ਸਾਰੀਆਂ ਮਤਲਬ ਵਧੀਆ ਕਿਤਾਬਾਂ ਇਹਨਾਂ ਸਮੇਂ ਦੇ ਵਿੱਚ ਆਈਆਂ। ਜਿਵੇਂ ਮੈਂ ਜੋ ਪੜ੍ਹਿਆ, ਤਰਸੇਮ ਦੀ ਚੇਤਨਾ ਪੁਸਤਕ ਆਈ ਸੀ, ਔਰ ਸਰੋਜ ਦੀ ਗਿਆਨ ਦੇ ਪਾਂਧੀ, ਡਾਕਟਰ ਹਰਜੀਤ ਸਿੰਘ ਜੋ ਫਿਲਮ ਮੇਕਰ ਨੇ, ਉਹਨਾਂ ਦੀ ਸੱਚੀ ਮੁੱਚੀ ਐਵੇਂ ਮੁੱਚੀ, ਤੇ ਗੁਰਿੰਦਰ ਕਲਸੀ ਸਾਡਾ ਸ਼ਾਇਰ ਮਿੱਤਰ ਹੈ, ਉਹਦੀ ਪੁਸਤਕ ਨਿੱਕਾ ਵਿਗਿਆਨੀ, ਜਾਂ ਹੋਰ ਇਸ ਤਰ੍ਹਾਂ ਸਾਡੇ ਕੋਲ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਆਈਆਂ ਨੇ। ਔਰ ਉਹ ਤੇ ਬਹੁਤ ਵਧੀਆ ਗੱਲਬਾਤ ਹੋਈ। ਪਰ ਮੈਨੂੰ 2-3 ਗੱਲਾਂ ਦਾ ਜਿਹੜਾ ਹੈਗਾ ਕਿੰਤੂ ਹੈ। ਇੱਕ ਤਾਂ ਇਹ ਕਿ ਪੰਜਾਬੀ ਦੇ ਪਬਲਿਸ਼ਰਾਂ ਨੇ ਕਲਰਫੁਲ ਕਿਤਾਬਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਉਹਦੇ ਨਾਲ ਹੋਇਆ ਕੀ, ਇੱਕ ਤਾਂ ਇਹ ਹੋਇਆ ਕਿ ਵੱਡੀ ਪੱਧਰ ਤੇ ਜਿਹੜੇ ਬਹੁਤ ਅੱਛਾ ਲਿਖਣ ਵਾਲੇ ਲੇਖਕ ਸੀ ਉਹ ਛਾਪਣੋਂ ਖੁੰਝ ਗਏ।
ਔਰ ਜਿਹੜੇ ਅਦਾਰੇ ਨੇ ਉਹ ਕਿਤਾਬਾਂ ਨਹੀਂ ਛਾਪਦੇ ਤੇ ਨਿੱਜੀ ਤੌਰ ਤੇ ਕਿਤਾਬਾਂ ਛਪ ਨਹੀਂ ਰਹੀਆਂ ਤੇ ਪਬਲਿਸ਼ਰ ਨੇ ਆਪਣੇ ਪੈਸੇ ਲੈਣੇ ਹੁੰਦੇ ਆ। ਤਾਂ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹਨੇ ਪਿੱਛੇ ਜੇ ਇੱਕ ਮਤਾ ਪਾਇਆ ਸੀ ਕਿ ਸਾਡੇ ਕੋਲ ਰੰਗਦਾਰ ਪੁਸਤਕਾਂ ਆਉਣੀਆਂ ਚਾਹੀਦੀਆਂ ਨੇ। ਤਾਂ ਹੋਇਆ ਕਿ ਪੰਨੇ ਘਟ ਗਏ, ਕੀਮਤ ਵੱਧ ਗਈ ਉਹਦੀ, ਔਰ ਪਬਲਿਸ਼ ਕਿਉਂਕਿ ਛਾਪਣ ਦੇ ਵਿੱਚ ਵੀ ਜ਼ਿਆਦਾ ਪੈਸਾ ਖਰਚ ਹੁੰਦਾ। ਤਾਂ ਜਿਹੜੀਆਂ ਬਲੈਕ ਐਂਡ ਵਾਈਟ ਜਿਹੜੀਆਂ ਪੁਸਤਕਾਂ ਸੀ, ਜਿਹੜਾ ਉਹਨਾਂ ਦਾ ਸੋਹਜ ਸੀ, ਜਿਹੜੀ ਉਹਨਾਂ ਦੀ ਛਾਪਣ ਦੀ ਸਮਰੱਥਾ ਸੀ, ਉਹ ਕਿਤੇ ਨਾ ਕਿਤੇ ਜਾਂਦੀ ਰਹੀ। ਔਰ ਮੈਂ ਕਿਉਂਕਿ ਤਾਰੇ ਭਲਕ ਦੇ ਪ੍ਰਤਿਭਾ ਮੰਚ ਨਾਲ ਜੁੜਿਆ ਹੋਇਆ, ਅਸੀਂ ਹਰ ਸਾਲ ਬੱਚਿਆਂ ਨੂੰ, ਖਾਸ ਕਰਕੇ 10ਵੀਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਵਾਰਡ ਦਿੰਦੇ ਹਾਂ। ਅਸੀਂ ਉਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਨਹੀਂ ਆ ਸਕੇ ਕਿਉਂਕਿ ਪਬਲਿਸ਼ਰ ਉਹ ਕਿਤਾਬਾਂ ਨਹੀਂ ਛਾਪਦੇ, ਕਲਰਫੁਲ ਅਸੀਂ ਨਹੀਂ ਛਪਵਾ ਸਕਦੇ। ਤਾਂ ਪ੍ਰਾਇਮਰੀ ਪੱਧਰ ਤੇ, ਹਾਈ ਪੱਧਰ ਤੇ ਜਿਹੜੇ ਬੱਚੇ ਲਿਖਦੇ ਸੀਗੇ, ਉਹਨਾਂ ਦੀਆਂ ਕਿਤਾਬਾਂ ਤੇ ਜਿਹੜੇ ਚੰਗੇ ਲਿਖਾਰੀ ਨੇ ਤੇ ਜ਼ਿਆਦਾ ਪੈਸਾ ਨਹੀਂ ਲਾ ਸਕਦੇ, ਉਹ ਕਿਤਾਬਾਂ ਛਾਪਣ ਖੁਣੋਂ ਰਹਿ ਗਈਆਂ। ਜੀ ਇਹਦਾ ਅਸਰ ਸਾਡੇ ਬਾਲ ਸਾਹਿਤ ਤੇ ਪਿਆ ਤੇ ਮੈਨੂੰ ਲੱਗਦਾ ਮੈਂ ਜ਼ਿਆਦਾ ਸਮਾਂ ਲੈ ਲਿਆ। ਡਾਕਟਰ ਸਾਹਿਬ ਥੈਂਕ ਯੂ। ਤੁਸੀਂ ਸਮਾਂ ਤਾਂ ਜ਼ਰੂਰ ਬਦਲਿਆ, ਪਰ ਤੁਸੀਂ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਤੇ ਉਂਗਲ ਧਰੀ ਹੈ ਜਿਨ੍ਹਾਂ ਤੇ ਉਂਗਲ ਧਰਨੀ ਬਣਦੀ ਸੀ। ਇਕੱਲੇ ਟੈਕਸਟ ਨਹੀਂ ਸਾਡੇ ਸਾਹਮਣੇ ਹੁੰਦੀ, ਟੈਕਸਟ ਦੇ ਨਾਲ ਨਾਲ ਬਹੁਤ ਸਾਰੇ ਪ੍ਰਸ਼ਨ ਵੀ ਹੁੰਦੇ ਨੇ ਕਿਸੇ ਵਿਧਾ ਬਾਰੇ। ਉਹ ਸਾਰੇ ਪ੍ਰਸ਼ਨ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਲਿਆਂਦੇ ਨੇ। ਸੋ ਇਹਨਾਂ ਸਵਾਲਾਂ ਦੇ ਜਵਾਬ ਨੇ ਜਿਹੜੇ ਆਉਣ ਵਾਲਾ ਵਕਤ 2023 ਸ਼ਾਇਦ ਦੇਵੇ। ਆਪਾਂ ਆਸ ਕਰਾਂਗੇ ਇਸ ਗੱਲ ਲਈ। ਆਪਾਂ ਅੱਗੇ ਵੱਧਦੇ ਹਾਂ, ਪ੍ਰੀਤੀ ਸ਼ੈਲੀ ਕੋਲੇ ਚੱਲਦੇ ਹਾਂ। ਪ੍ਰੀਤੀ ਸ਼ੈਲੀ ਬਾਰੇ ਮੈਂ ਇੰਨਾ ਹੀ ਕਹੂੰਗਾ ਕਿ ਮੈਨੂੰ ਲੱਗਦਾ ਕਿ ਪ੍ਰੀਤੀ ਸ਼ੈਲੀ ਨੂੰ ਕਦੇ ਗੁੜਤੀ ਕਿਤਾਬਾਂ ਦੀ ਮਿਲੀ ਹੋਣੀ। ਜਦੋਂ ਤੋਂ ਮੈਂ ਉਹਨੂੰ ਦੇਖਦਾ ਬਹੁਤ ਨਿੱਕੀ ਜੀ ਸੀ, ਜਦੋਂ ਕਿਤਾਬਾਂ ਨਾਲ ਜੁੜੀ ਸੀ ਤੇ ਪ੍ਰਕਾਸ਼ਨ ਨਾਲ ਜੁੜੀ ਸੀ। ਐਡੀ ਛੋਟੀ ਉਮਰ ਦੇ ਬੱਚੇ ਦਾ ਪ੍ਰਕਾਸ਼ਨ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਸੀ ਤੇ ਉਹ ਘਟਨਾ ਸੱਚਮੁੱਚ ਵੱਡੀ ਸੀ। ਉਹ ਸਿੱਧ ਹੋ ਗਿਆ ਜਦੋਂ ਪ੍ਰੀਤੀ ਸ਼ੈਲੀ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੁਣ ਪਬਲਿਕੇਸ਼ਨ ਦੇ ਖੇਤਰ ਦੇ ਵਿੱਚ। ਆਪਾਂ ਉਹਨਾਂ ਤੋਂ ਸੁਣਦੇ ਹਾਂ ਕਿ ਇਸ ਵੇਲੇ ਇੱਕ ਵੱਡੇ ਪਬਲਿਸ਼ਰ ਨੇ ਉਸ ਵੱਡੇ ਪਬਲਿਸ਼ਰ ਦੇ ਸਾਮਰਾਜ ਨੂੰ ਨਿੱਕੇ ਨਿੱਕੇ ਪਬਲਿਸ਼ਰ ਚੈਲੰਜ ਕਰ ਰਹੇ ਨੇ। ਇਹ ਕੀ ਰੁਝਾਨ ਨੇ 2022 ਦੇ ਪ੍ਰਸੰਗ ਦੇ ਵਿੱਚ? ਪ੍ਰੀਤੀ ਸ਼ੈਲੀ ਤੋਂ ਜਾਣਦੇ ਆਪਾਂ। ਆਵਾਜ਼ ਆ ਰਹੀ ਹੈ ਜੀ ਜੀ। ਸਾਰੇ ਜਿਹੜੇ ਸਤਿਕਾਰਯੋਗ ਤੁਹਾਡੇ ਇਹਦੇ ਵਿੱਚ ਪਾਰਟਿਸਿਪੇਟਸ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿ ਜਿਹੜਾ ਮੇਰਾ ਮੇਨ ਜਿਹੜਾ ਗੱਲਬਾਤ ਦਾ ਟਾਰਗੇਟ ਆ, ਉਹ 2022 ਦੇ ਵਿੱਚ ਜੋ ਅਸੀਂ ਕੰਮ ਕੀਤਾ ਆ, ਨਵੇਂ ਪਬਲਿਸ਼ਰਸ ਨੇ ਤੇ ਪੁਰਾਣੇ ਪਬਲਿਸ਼ਰਸ ਨੇ, ਉਹਦੇ ਬਾਰੇ ਗੱਲ ਕਰਨੀ ਹੈ ਮੈਂ। ਤਾਂ ਉਹਦੇ ਵਿੱਚ ਜਦੋਂ ਮੈਂ ਬਹੁਤ ਸਾਰੇ ਪਬਲਿਕੇਸ਼ਨ ਨੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਜਾਂ ਜਿਨ੍ਹਾਂ ਨੇ ਪਿਛਲੇ 5 ਸਾਲਾਂ ਦੇ ਵਿੱਚ। ਪ੍ਰੀਤੀ, ਤੁਹਾਡੀ ਇਮੇਜ ਸਟੇਬਲ ਨਹੀਂ ਹੋ ਰਹੀ, ਕਿਤੇ ਕੋਈ ਪ੍ਰੋਬਲਮ ਹੈ? ਜੀ ਆਈ ਥਿੰਕ ਉਹੀ ਸਤਪਾਲ ਦੱਸਣ ਆਏ ਸੀ ਮੈਨੂੰ। ਓਕੇ, ਮੈਨੂੰ ਮੇਰੀ ਵੀਡੀਓ ਆਈ ਥਿੰਕ ਆਫ ਕਰਨੀ ਪਏਗੀ। ਕੋਈ ਨਹੀਂ, ਕੋਈ ਗੱਲ ਨਹੀਂ। ਜੀ 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 ਜੀ। 2022 ਨੂੰ ਜਦੋਂ ਅਸੀਂ ਦੇਖਦੇ ਆਂਗੇ, 2022 ਦੇ ਵਿੱਚ ਬਹੁਤ ਸਾਰੇ ਨਵੇਂ ਪਬਲਿਕੇਸ਼ਨਸ ਨੇ ਕੰਮ ਕੀਤਾ, ਬਹੁਤ ਸਾਰੇ ਨਵੇਂ ਰਾਈਟਰਸ ਨੇ ਕੰਮ ਕੀਤਾ। ਮੈਂ ਆਪਣੀ ਗੱਲਬਾਤ ਨੂੰ 2 ਲੇਅਰਸ ਦੇ ਵਿੱਚ ਕਰਨ ਦਾ ਸੋਚਿਆ ਸੀ। ਇੱਕ ਇਹ ਕਿ ਬਾਕੀ ਪਬਲਿਕੇਸ਼ਨਸ ਕੀ ਕੰਮ ਕਰ ਰਹੇ ਨੇ, ਜਿਹੜੇ ਯੰਗ ਮੁੰਡੇ ਕੁੜੀਆਂ ਐਜ਼ ਅ ਪਬਲਿਸ਼ਰ ਆ ਰਹੇ ਨੇ। ਦੂਸਰਾ ਇਹ ਸੀਗਾ ਵੀ ਅਸੀਂ ਆਪਣੇ ਪਬਲਿਕੇਸ਼ਨ ਦੇ ਵਿੱਚ ਯੰਗ ਮੁੰਡੇ ਕੁੜੀਆਂ ਦੇ ਲਈ ਕੀ ਕੰਮ ਕੀਤਾ ਜੀ। ਤਾਂ ਮੈਂ ਪਹਿਲਾਂ ਆਪਣੇ ਪਬਲਿਕੇਸ਼ਨ ਦਾ ਜੋ ਅਸੀਂ ਪੈਟਰਨ ਰੱਖਿਆ ਉਹਦੇ ਬਾਰੇ ਗੱਲ ਕਰਾਂਗੀ। ਜਦੋਂ 2015-16 ਚ ਅਸੀਂ ਕੰਮ ਸ਼ੁਰੂ ਕੀਤਾ ਤਾਂ ਉਦੋਂ ਸਾਡਾ ਮੇਨ ਟਾਰਗੇਟ ਇਹ ਸੀਗਾ ਕਿ ਅਸੀਂ ਟਰਾਂਸਲੇਸ਼ਨ ਵਰਕਸ ਦੇ ਉੱਤੇ ਕੰਮ ਕਰਨਾ ਹੈ। ਤੇ ਪਰ ਪਿਛਲੇ 2 ਸਾਲਾਂ ਚ ਮੈਂ ਇਹ ਚੀਜ਼ ਫੀਲ ਕਰ ਰਹੀ ਸੀ ਵੀ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਵੀ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦੇਣਾ ਚਾਹੀਦਾ ਆ, ਕਿਉਂਕਿ ਮੇਰੇ ਕੰਟੈਂਪਰੇਰੀ ਨੇ। ਜੇ ਮੈਂ ਨਹੀਂ ਉਹਨਾਂ ਨਾਲ ਕੰਮ ਕਰਾਂਗੀ ਤਾਂ ਹੋਰ ਕਿਹੜੇ ਬੰਦੇ ਹੋਣਗੇ ਜਿਹੜੇ ਉਹਨਾਂ ਨਾਲ ਮਿਲ ਕੇ ਕੰਮ ਕਰਨਗੇ। ਤਾਂ ਮੇਰੇ ਲਈ ਇਹਦੇ ਵਿੱਚ ਸਭ ਤੋਂ ਵੱਧ ਚੈਲੰਜਿੰਗ ਸੀਗਾ ਕਿ ਨਵੇਂ ਮੁੰਡੇ ਕੁੜੀਆਂ ਨੂੰ ਲੱਭਣਾ, ਚਾਹੇ ਉਹ ਲਿਖਣ ਦੇ ਵਿੱਚ ਨੇ ਚਾਹੇ ਅਨੁਵਾਦ ਦੇ ਵਿੱਚ ਨੇ। ਤਾਂ ਅਸੀਂ ਇੱਕ ਆਪਣੇ ਆਪ ਦੇ ਵਿੱਚ ਡਿਸੀਜ਼ਨ ਲੈਤਾ ਕਿ ਅਸੀਂ ਘੱਟੋ ਘੱਟ 4 ਨਵੇਂ ਕਵੀ ਜਿਨ੍ਹਾਂ ਦੀ ਪਹਿਲੀ ਕਿਤਾਬ ਹੋਵੇ ਉਹਨਾਂ ਨੂੰ ਛਾਪਾਂਗੇ, 4 ਹੀ ਨਵੇਂ ਅਨੁਵਾਦਕਾਂ ਨੂੰ ਛਾਪਾਂਗੇ ਤੇ ਕਹਾਣੀ ਦੇ ਵਿੱਚ ਵੀ ਘੱਟੋ ਘੱਟ 4 ਬੰਦੇ ਫਾਈਂਡ ਕਰਾਂਗੇ ਅਗਲੇ 1 ਜਾਂ 2 ਸਾਲਾਂ ਦੇ ਵਿੱਚ। ਤੇ ਇਹਦਾ ਜਿਹੜਾ ਸ਼ੁਰੂ ਕੀਤਾ ਸੀ ਕਵਿਤਾ ਦੇ ਵਿੱਚ, ਜਿਵੇਂ ਅਰਵਿੰਦ ਮੈਮ ਨੇ ਕਿਹਾ ਕਿ ਈਜ਼ੀਲੀ ਬੰਦੇ ਮਿਲ ਜਾਂਦੇ, ਬਟ ਸਾਡੇ ਲਈ ਸਭ ਤੋਂ ਵੱਧ ਚੈਲੰਜਿੰਗ ਕਵਿਤਾ ਦੇ ਵਿੱਚ ਸੀਗਾ ਵੀ ਅਸੀਂ ਕਵਿਤਾ ਦੇ ਵਿੱਚ ਕਿੰਨਾ ਬੰਦਿਆਂ ਨਾਲ ਕੰਮ ਕਰੀਏ। ਕਿਉਂਕਿ ਮੈਨੂੰ ਸਭ ਤੋਂ ਵੱਧ ਡਰ ਸੀ ਰੈਪੀਟੀਸ਼ਨ ਦਾ, ਕਿ ਮੇਰੀਆਂ ਜੋ 4 ਕਿਤਾਬਾਂ ਹੋਣ ਉਹਨਾਂ 'ਚ ਰੈਪੀਟੀਸ਼ਨ ਨਾ ਹੋਵੇ। ਉਹ 4 ਕਿਤਾਬਾਂ ਆਪਣੇ ਆਪ ਦੇ ਵਿੱਚ ਵੱਖਰੇ ਉਹਨਾਂ ਦੇ ਸਟਾਈਲ, ਲੈਂਗੁਏਜ
ਵੀ ਉਹ ਵੱਖਰੀ ਹੋਵੇ, ਵੀ ਅਸੀਂ ਇਹਨਾਂ ਨੂੰ ਕਿਉਂ ਚੁਣਿਆ। ਤੇ ਇਹਦੇ ਤਹਿਤ ਹੀ ਅਸੀਂ ਸੰਦੀਪ ਸ਼ਰਮਾ ਦੀ ਕਿਤਾਬ ਕੀਤੀ, ਹਰਜਿੰਦਰ ਆ ਮੁੰਡਾ ਉਹਦੀ ਕਿਤਾਬ ਕੀਤੀ, ਇਸ ਸਾਲ ਹਰਮਨ ਆ ਉਹਦੀ ਪਰਿਕਰਮਾ ਕਿਤਾਬ ਕੀਤੀ, ਤੇ ਚੌਥੀ ਕਿਤਾਬ ਇਸ ਲੜੀ 'ਚ ਸਾਡੀ ਸੀਗੀ ਮੁੰਡਾ ਕਿਰਤ ਹੈ ਜੀ ਬਠਿੰਡੇ ਤੋਂ, ਉਹਦੀ ਕਿਤਾਬ ਆ ਰਹੀ ਹੈ ਚੰਨਣਗਿਰੀ। ਬਟ ਜਿੰਨਾ ਅਸੀਂ ਸੋਚਿਆ ਸੀ ਇਹਨੂੰ ਲਗਭਗ ਉਸ ਤੋਂ ਡਬਲ ਸਮਾਂ ਲੱਗਿਆ, ਸਾਨੂੰ 2.5 ਸਾਲ ਲੱਗੇ ਸਾਨੂੰ 4 ਕਵੀ ਫਾਈਂਡ ਕਰਨ ਦੇ ਵਿੱਚ। ਤੇ ਨੋਵਲ ਦੇ ਵਿੱਚ ਬੜਾ ਇਸ ਤੋਂ ਵੀ ਟਫ ਸੀਗਾ, ਕਿਉਂਕਿ ਮੇਰੇ ਕੋਲ ਬਹੁਤ ਸਾਰੇ ਖਰੜੇ ਆਏ, ਬਟ ਸਾਨੂੰ ਕੋਈ ਵੀ ਇਦਾਂ ਦੀ ਸਕ੍ਰਿਪਟ ਨਹੀਂ ਲੱਗੀ ਕਿ ਜਿਹਦੇ ਤੇ ਅਸੀਂ ਕੰਮ ਕਰ ਸਕੀਏ। ਕਹਾਣੀ ਦੇ ਵਿੱਚ 3 ਬੰਦਿਆਂ ਦਾ ਜਿਹੜਾ ਮੈਨੂੰ ਕੰਮ ਪਸੰਦ ਆਇਆ ਸੀਗਾ, ਰੇਮਨ ਜਿਨ੍ਹਾਂ ਦੀ ਅਸੀਂ 645 ਇਸ ਸਾਲ ਛਾਪੀ ਹੈ ਜੀ, ਤੇ ਨਾਲ ਹੀ ਬਲਵਿੰਦਰ ਬੁਲਟ ਕਰਕੇ ਤੁਸੀਂ ਉਹਨਾਂ ਨੂੰ ਜਾਣਦੇ ਹੋ। ਉਹਨਾਂ ਦੀ ਕਹਾਣੀ ਦੇ ਵਿੱਚ ਜੋ ਨੈਰੇਟਿਵ ਆ ਉਹ ਬਹੁਤ ਸਟਰੋਂਗ ਆ, ਜਿਹੜੇ ਉਹਨਾਂ ਦੇ ਡਾਇਲੋਗ ਆ, ਲੈਂਗੁਏਜ ਆ, ਤੇ ਉਹ ਮੈਨੂੰ ਅਟਰੈਕਟ ਕੀਤੀ ਸੀ। ਤੀਸਰਾ ਮੈਨੂੰ ਸਵਾਮੀ ਸਰਬਜੀਤ ਦੀ ਕਹਾਣੀ ਨੇ ਬਹੁਤ ਅਟਰੈਕਟ ਕੀਤਾ ਸੀ, ਕਿਉਂਕਿ ਉਹਦੀ ਕਹਾਣੀ ਦੇ ਵਿਸ਼ੇ ਬਹੁਤ ਨਵੇਂ ਆ। ਨੋ ਡਾਊਟ ਉਹਦਾ ਸਟਾਈਲ ਆ ਜਿਹੜਾ ਉਹ ਕਾਫੀ ਪੁਰਾਣੇ ਕਹਾਣੀਕਾਰਾਂ ਤੋਂ ਪ੍ਰਭਾਵਿਤ ਕਹਿ ਸਕਦੇ, ਬਟ ਉਹਦੀ ਲੈਂਗੁਏਜ ਤੇ ਸਬਜੈਕਟ ਬਹੁਤ ਨਵੇਂ ਸੀਗੇ। ਤੇ ਇਸ ਤਰ੍ਹਾਂ ਅਸੀਂ ਜਿਹੜਾ ਟ੍ਰਾਂਸਲੇਸ਼ਨ ਦੇ ਵਿੱਚ ਨਵੇਂ ਮੁੰਡੇ ਕੁੜੀਆਂ ਨੂੰ ਚੁਣਿਆ, ਜਿਹਦੇ 'ਚ ਅਸੀਂ ਗੌਰਵ ਮੁੰਡਾ ਆ, ਨਿਤੇਸ਼ ਦੇ ਨਾਲ ਕੰਮ ਕੀਤਾ, ਮੁੰਡਾ ਰਿਸ਼ੀ ਹਿਰਦੇਪਾਲ ਆ ਉਹਦੇ ਨਾਲ ਕੰਮ ਕੀਤਾ, ਤੇ ਇੰਦਰ ਦੇ ਨਾਲ ਕੰਮ ਕੀਤਾ। ਤੇ ਨਾਲ ਅਸੀਂ ਕ੍ਰੀਏਟਿਵ ਵੀ ਸੋਚਿਆ ਸੀਗਾ ਵੀ ਕੁਛ ਨਵੇਂ ਯੋਨਰ ਇੰਟਰੋਡਿਊਸ ਕਰਵਾਏ ਜਾਣ ਸਾਇੰਸ ਦੇ ਵਿੱਚ, ਹਿਸਟਰੀ ਦੇ ਵਿੱਚ, ਜਿਹਦੇ 'ਚ ਅਸੀਂ ਮਨਦੀਪ ਚਾਹਲ ਨੇ ਉਹਨਾਂ ਦੀ ਨਿਊਟਨ ਤੋਂ ਹਿੱਗਸ ਬੋਸਨ ਕਿਤਾਬ ਰੈਡੀ ਕਰਾਈ, ਵੀ ਜਿਹੜੀ ਸਾਇੰਟਿਸਟਾਂ ਦੇ ਬਾਰੇ ਹੋਵੇ, ਸਾਇੰਸ ਦੇ ਬਾਰੇ ਹੋਵੇ, ਬਟ ਜਿਹੜੀ ਉਹਦੀ ਲੈਂਗੁਏਜ ਆ ਗਈ ਉਹ ਯੰਗ ਮੁੰਡੇ ਕੁੜੀਆਂ ਉਹਨੂੰ ਰੀਡ ਕਰ ਸਕਣ, ਉਹਨਾਂ ਨੂੰ ਉਹਦੇ 'ਚ ਟਫ ਨਾ ਲੱਗੇ। ਖਾਸ ਤੌਰ ਤੇ ਸਾਇੰਸ ਦੇ ਵਿੱਚ ਇਹ ਜ਼ਿਆਦਾ ਦਿੱਕਤ ਆਉਂਦੀ ਆ। ਜਦੋਂ ਮੈਂ ਕਿਤਾਬ ਪੜ੍ਹੀ ਕੁਆਂਟਮ ਫਿਜ਼ਿਕਸ ਦੇ ਬਾਰੇ, ਉਹਦੇ 'ਚ ਅਸੀਂ ਇੱਕ ਚੈਪਟਰ ਰੱਖਿਆ ਆ, ਤਾਂ ਉਹ ਇੰਨੀ ਜ਼ਿਆਦਾ ਸਮੂਥ ਲੈਂਗੁਏਜ ਦੇ ਵਿੱਚ ਉਹਨਾਂ ਨੇ ਉਹਦੇ ਤੇ ਕੰਮ ਕੀਤਾ, ਤੇ ਉਹਨੂੰ ਪੜ੍ਹਿਆ ਵੀ ਕਾਫੀ ਲੋਕਾਂ ਨੇ, ਤੇ ਕਾਫੀ ਜਿਹੜੇ ਲੋਕ ਸੀ ਉਹਨਾਂ ਨੇ ਉਹਨੂੰ ਪਸੰਦ ਕੀਤਾ। ਤਾਂ ਇਸ ਤਰ੍ਹਾਂ ਅਸੀਂ ਜਿਹੜਾ ਆਪਣੇ ਪਬਲੀਕੇਸ਼ਨ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਇਹ ਕੰਮ ਕੀਤਾ ਕਿ ਨਵੇਂ ਮੁੰਡੇ ਕੁੜੀਆਂ ਨੂੰ ਵੱਧ ਤੋਂ ਵੱਧ ਸਪੇਸ ਮਿਲੇ। ਇਹ ਸਤਪਾਲ ਮਤਲਬ ਇਸ ਫੀਲਡ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ, ਉਹ ਨੋ ਡਾਊਟ ਅਸੀਂ ਉਹਨਾਂ ਨਹੀਂ ਕਰ ਪਾਏ, ਬਟ ਸਾਡਾ ਐਫਰਟ ਹੁੰਦਾ ਆ ਵੀ ਅਸੀਂ ਉਹ ਈਵਨ ਸਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ, ਜੇ ਉਹਨਾਂ ਨੂੰ ਕੋਈ ਲੱਗਦਾ ਆ ਜਾਂ ਮੈਨੂੰ ਕੋਈ ਲੱਗਦਾ ਵੀ ਹਾਂ ਆ ਜਿਹੜਾ ਨਵਾਂ ਮੁੰਡਾ ਜਾਂ ਕੁੜੀ ਵਧੀਆ ਕੰਮ ਕਰ ਰਹੇ ਨੇ। ਖੈਰ ਮੇਰੇ ਲਈ ਇਹ ਜ਼ਿਆਦਾ ਲੱਕੀ ਰਿਹਾ ਕਿ ਮੈਨੂੰ ਕੁੜੀਆਂ ਬਹੁਤ ਚੰਗੀਆਂ ਮਿਲੀਆਂ ਇਸ ਸਾਲ, ਜਿਹਦੇ 'ਚ ਅਸੀਂ ਫੀਮੇਲ ਮਤਲਬ ਜ਼ਿਆਦਾ ਸਟਰੋਂਗ ਸਾਨੂੰ ਰਾਈਟਰ ਮਿਲੇ, ਜੀ ਪਾਲ ਕੌਰ ਜੀ ਦੀ ਕਿਤਾਬ ਦੀ ਗੱਲ ਕੀਤੀ ਆ ਅਰਵਿੰਦ ਜੀ ਨੇ, ਤੇ ਉਸ ਤੋਂ ਇਲਾਵਾ ਨਿਕਿਤਾ ਆਜ਼ਾਦ ਇੱਕ ਨਵੇਂ ਯੋਨਰ ਨੂੰ ਲੈ ਕੇ ਆਈ, ਕ੍ਰਿਟਿਸਿਜ਼ਮ, ਫੈਮਿਨਿਜ਼ਮ, ਉਹਦਾ ਖੁਦ ਦੇ ਪਰਸਨਲ ਐਕਸਪੀਰੀਅੰਸਿਸ ਦਖਲਅੰਦਾਜ਼ੀ ਕਿਤਾਬ ਦੇ ਨਾਲ ਲੈ ਕੇ ਆਈ ਆ। ਰਮਨ ਆ ਗਈ, ਤੇ ਮੇਰੇ ਕੋਲ ਟ੍ਰਾਂਸਲੇਟਰ ਆ ਮੇਰੀ ਨਿਤੇਸ਼, ਉਹਨੇ 2 ਕਿਤਾਬਾਂ ਦੇ ਉੱਤੇ ਕੰਮ ਕੀਤਾ, ਤੇ ਮੇਰੇ ਲਈ ਕਾਫੀ ਇੰਟਰਸਟਿੰਗ ਸੀਗਾ ਰੇਮਨ ਨੂੰ ਇੰਟਰੋਡਿਊਸ ਕਰਨਾ ਪੰਜਾਬੀ 'ਚ। ਤਾਂ ਇਸ ਸਾਲ ਦਾ ਸਾਡਾ ਇਹੀ ਹਾਸਿਲ ਰਿਹਾ ਕਿ ਸਾਡੇ ਨਾਲ ਕੁੜੀਆਂ ਬਰਾਬਰ, ਤੇ ਈਵਨ ਬਰਾਬਰ ਵੀ ਕਹਿ ਲਓ ਜਾਂ ਅੱਗੇ ਹੋ ਕੇ ਖੜੀਆਂ ਨੇ, ਤੇ ਮੇਰੇ ਲਈ ਇਹ ਬਹੁਤ ਪ੍ਰਾਊਡ ਸੀਗਾ ਕਿ ਮੈਂ ਉਹ ਕਰ ਪਾਈ ਜਿਹੜੀ ਚੀਜ਼ ਮੈਂ ਸੋਚੀ ਸੀਗੀ ਕਿ ਨਵੇਂ ਮੁੰਡੇ ਕੁੜੀਆਂ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਦੇ ਹਾਂ। ਤੇ ਮੈਂ ਪੋਜ਼ਿਟਿਵ ਜ਼ਿਆਦਾ ਸੀਗੀ, ਹੋ ਸਕਦਾ ਮੇਰੇ ਸੁਭਾਅ ਦੀ ਹੋਵੇ ਇਹ ਗੱਲ, ਬਟ ਮੈਨੂੰ ਕਦੇ ਨੈਗੇਟਿਵ ਨਹੀਂ ਲੱਗਿਆ ਵੀ ਲਿਟਰੇਚਰ 'ਚ ਇਹ ਹੋ ਗਿਆ, ਕੋਈ ਦੁੱਖ ਮਨਾਉਣ ਵਾਲੀ ਗੱਲ ਨਹੀਂ ਲੱਗੀ। ਹਮੇਸ਼ਾ ਤੋਂ ਇਹ ਹੁੰਦਾ ਆ ਵੀ ਕੁਛ ਚੰਗੀਆਂ ਕਿਤਾਬਾਂ ਆਉਂਦੀਆਂ ਨੇ, ਕੁਛ ਐਵਰੇਜ ਆਉਂਦੀਆਂ ਨੇ, ਕੁਛ ਬਿਲੋ ਐਵਰੇਜ ਆਉਂਦੀਆਂ ਨੇ, ਤੇ ਜਿਹੜੀਆਂ ਚੰਗੀਆਂ ਹੁੰਦੀਆਂ ਨੇ ਉਹ ਟਾਈਮ ਨੂੰ ਜਾਂ ਸਪੇਸ ਨੂੰ ਕ੍ਰਾਸ ਕਰਕੇ ਉਹ ਤੋਂ ਬਿਯੋਂਡ ਚਲੀਆਂ ਜਾਂਦੀਆਂ ਨੇ, ਤੇ ਉਹ ਬਾਰ-ਬਾਰ ਛਪਦੀਆਂ ਨੇ ਜਾਂ ਲੋਕ ਉਹਨਾਂ ਨੂੰ ਪੜ੍ਹਦੇ ਨੇ, ਤੇ ਇਸ ਤਰ੍ਹਾਂ ਦਾ ਅਸੀਂ ਕੰਮ ਕੀਤਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕੁਲਦੀਪ ਜੀ ਕਿ ਪੰਜਾਬੀ ਪਬਲਿਸ਼ਿੰਗ ਦੇ ਵਿੱਚ ਨਵੇਂ ਮੁੰਡੇ ਕੁੜੀਆਂ ਨੇ ਕਿੱਦਾਂ ਦਾ ਕੰਮ ਕੀਤਾ। ਜਦੋਂ ਮੈਂ 12-13 ਦੇ ਵਿੱਚ ਸ਼ੁਰੂ ਕੀਤਾ ਸੀਗਾ, ਉਸ ਸਮੇਂ ਕਈ ਪਬਲੀਕੇਸ਼ਨਸ ਆਏ, ਬਟ ਕੁੜੀਆਂ ਇਸ ਫੀਲਡ ਤੋਂ ਹਮੇਸ਼ਾ ਹੀ ਥੋੜਾ ਡਿਸਟੈਂਸ ਬਣਾ ਕੇ ਰੱਖਦੀਆਂ ਨੇ। ਮੈਨੂੰ ਕਾਰਨ ਨਹੀਂ ਪਤਾ, ਈਵਨ ਮੈਨੂੰ ਕੰਮ ਕਰਦੇ ਇਸ ਫੀਲਡ ਦੇ ਵਿੱਚ ਲਗਭਗ 10 ਸਾਲ ਹੋ ਗਏ ਆ, ਹੁਣ ਵੀ ਖੁੱਲ ਕੇ ਨਹੀਂ ਕੁੜੀਆਂ ਇਸ ਫੀਲਡ 'ਚ ਆ ਰਹੀਆਂ। ਸੈਲਿੰਗ ਦੇ ਵਿੱਚ ਜ਼ਰੂਰ ਆਈਆਂ ਨੇ 3-4 ਕੁੜੀਆਂ, ਬਟ ਉਹ ਜ਼ਿਆਦਾਤਰ ਕੁੜੀਆਂ ਦੀ ਮੈਂ ਇਹ ਸਮੱਸਿਆ ਦੇਖੀ ਹੈ ਕਿ ਉਹ ਕਿਸੇ ਸਹਾਰੇ ਦੇ ਨਾਲ ਕੰਮ ਜ਼ਰੂਰ ਕਰ ਰਹੀਆਂ ਨੇ। ਪਰ ਮੇਰੀ ਕੋਸ਼ਿਸ਼ ਇਸ ਫੀਲਡ ਦੇ ਵਿੱਚ ਵੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ 4 ਕਵੀ, 4 ਮਤਲਬ ਕਹਾਣੀਕਾਰ ਨਵੇਂ ਲੱਭਣੇ ਸੀ, ਉਸੇ ਤਰ੍ਹਾਂ ਮੇਰਾ ਟਾਰਗੇਟ ਸੀਗਾ ਕਿ ਅਸੀਂ ਘੱਟੋ ਘੱਟ 4 ਕੁੜੀਆਂ ਨੂੰ ਸੈਲਿੰਗ ਦੇ ਫੀਲਡ 'ਚ ਲੈ ਕੇ ਜਾਣਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਆ।
ਤੇ ਤਾਂ ਕਿ ਉਹ ਇਸ ਫੀਲਡ 'ਚ ਅੱਗੇ ਕੰਮ ਕਰ ਸਕਣ। ਬਟ ਯੰਗਸਟਰ ਬਹੁਤ ਜ਼ਿਆਦਾ ਡੈਡੀਕੇਸ਼ਨ ਨਾਲ ਕੰਮ ਕਰ ਰਹੇ ਨੇ। ਬਹੁਤ ਸਾਰੇ ਨਵੇਂ ਪਬਲੀਕੇਸ਼ਨ ਨੇ ਜਿਹੜੇ 2022 'ਚ ਹੀ ਮੇਰੇ ਖਿਆਲ 'ਚ 21 ਜਾਂ 22 'ਚ ਸ਼ੁਰੂ ਹੋਏ, ਤੇ ਜਿਨ੍ਹਾਂ ਨੇ ਬਹੁਤ ਮਤਲਬ ਸੋਹਣੀਆਂ ਕਿਤਾਬਾਂ ਵੀ ਛਾਪੀਆਂ। ਨੋ ਡਾਊਟ ਇਹ 2 ਸਾਲਾਂ 'ਚ ਪੋਪੂਲਰ ਲਿਟਰੇਚਰ ਦਾ ਕਾਫੀ ਬੋਲਬਾਲਾ ਰਿਹਾ ਆ। ਜੀ 2 ਕੈਟਾਗਰੀਜ਼ ਪੈਰਲਲ ਚੱਲੀਆਂ ਨੇ, ਇੱਕ ਸੀਰੀਅਸ ਲਿਟਰੇਚਰ ਜਿਹਦੇ ਕੋਈ ਮਾਇਨੇ ਵੀ ਨਿਕਲ ਰਹੇ ਸੀ ਜਾਂ ਜਿਹਦਾ ਕੋਈ ਪਰਪਸ ਸੀਗਾ, ਇੱਕ ਸੀਗਾ ਪੋਪੂਲਰ ਲਿਟਰੇਚਰ ਜਿਹਨੂੰ ਸਿਰਫ ਸੋਸ਼ਲ ਮੀਡੀਆ ਜਾਂ ਐਡਵਰਟਾਈਜ਼ਮੈਂਟ ਦੇ ਜ਼ਰੀਏ ਵੇਚਿਆ ਜ਼ਰੂਰ ਗਿਆ, ਪਰ ਉਹ ਕਿਤਾਬਾਂ ਦੇ ਵਿੱਚ ਸ਼ਾਇਦ ਉਨੀ ਗੱਲਬਾਤ ਨਹੀਂ ਸੀ ਜਾਂ ਉਹ ਉਹਨਾਂ ਨਹੀਂ ਸਿਖਾ ਸਕਦੀਆਂ ਸੀਗੀਆਂ। ਤੇ ਇਸ ਤਰ੍ਹਾਂ ਚੱਲਿਆ। ਬਟ ਪਬਲਿਸ਼ਰ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੇ ਕਵਰ ਡਿਜ਼ਾਈਨਿੰਗ ਨੂੰ ਲੈ ਕੇ, ਕਿਤਾਬਾਂ ਦੀ ਚੋਇਸ ਨੂੰ ਲੈ ਕੇ, ਯੋਨਰਸ ਦੇ ਉੱਤੇ, ਟਰਾਂਸਲੇਸ਼ਨ ਦੇ ਉੱਤੇ ਕਾਫੀ ਐਕਸਪੈਰੀਮੈਂਟ ਕੀਤੇ ਹੈਗੇ। ਜੀ ਜੀ ਤੇ ਹੋਰ ਵੀ ਕਾਫੀ ਜ਼ਿਆਦਾ ਸੰਭਾਵਨਾ ਹੈਗੀ ਕਿ ਨਵੇਂ ਮੁੰਡੇ ਕੁੜੀਆਂ ਆਉਣਗੇ। ਸਾਡੇ ਆਉਣ ਨਾਲ ਜੋ ਮੈਨੂੰ ਲੱਗਦਾ ਆ ਕਿ ਸਾਡੇ ਲਈ ਤਾਂ ਚੈਲੰਜਿੰਗ ਸੀਗਾ ਹੀ ਨਵੇਂ ਮੁੰਡੇ ਕੁੜੀਆਂ ਦੇ ਲਈ, ਬਟ ਸਾਡੇ ਆਉਣ ਨਾਲ ਜਿਹੜੇ ਪਬਲੀਕੇਸ਼ਨ ਪਹਿਲਾਂ ਕੰਮ ਕਰ ਰਹੇ ਸੀ, ਕੋਈ 20 ਸਾਲ ਤੋਂ, ਕੋਈ 30 ਸਾਲ ਤੋਂ, ਉਹਨਾਂ ਲਈ ਵੀ ਚੈਲੰਜਿੰਗ ਰਿਹਾ, ਕਿਉਂਕਿ ਹਮੇਸ਼ਾ ਜਦੋਂ ਨਵੇਂ ਆਉਂਦੇ ਆ ਪੁਰਾਣੇ ਕੁਝ ਕਮੀਆਂ ਛੱਡ ਦਿੰਦੇ ਆ ਜਾਂ ਕੁਝ ਵਿੱਥਾਂ ਹੁੰਦੀਆਂ ਨੇ ਜਿੱਥੋਂ ਅਸੀਂ ਉਗਾਉਂਦੇ ਆ। ਤੇ ਜਦੋਂ ਅਸੀਂ ਉਹਨਾਂ ਵਿੱਥਾਂ 'ਚ ਉੱਗ ਕੇ ਆਏ ਤਾਂ ਉਹ ਸਾਡੇ ਜਿਹੜੇ ਪੁਰਾਣੇ ਮਤਲਬ ਬਜ਼ੁਰਗ ਲਾ ਲਓ, ਉਹਨਾਂ ਨੇ ਵੀ ਫਿਰ ਆਪਣੇ ਆਪ 'ਚ ਸੁਧਾਰ ਕੀਤਾ। ਤੇ ਮੈਂ ਨਿੱਜੀ ਤੌਰ ਤੇ ਮਤਲਬ ਐਜ਼ ਅ ਰੀਡਰ ਵੀ ਕਿਤਾਬਾਂ ਬਹੁਤ ਜ਼ਿਆਦਾ ਦੇਖਦੀ ਰਹਿੰਦੀ ਹਾਂ ਤੇ ਪੜ੍ਹਦੀ ਰਹਿੰਦੀ ਹਾਂ, ਤਾਂ ਮੈਂ ਉਹਦੇ ਆਧਾਰ ਤੇ ਵੀ ਕਹਿ ਸਕਦੀ ਹਾਂ ਵੀ ਸਾਡੇ ਆਉਣ ਨਾਲ ਉਹਨਾਂ ਨੇ ਵੀ ਦੁਬਾਰਾ ਲਰਨਿੰਗ ਵਾਲਾ ਪ੍ਰੋਸੈਸ ਸ਼ੁਰੂ ਕੀਤਾ। ਈਵਨ ਬਹੁਤ ਸਾਰੇ ਜੋ ਪਬਲੀਕੇਸ਼ਨਸ ਕੰਮ ਛੱਡ ਚੁੱਕੇ ਸੀਗੇ ਜਾਂ ਜ਼ਿਆਦਾ ਫੇਮਸ ਸੀਗਾ ਕਿ ਬਸ ਪੈਸੇ ਲੈ ਕੇ ਕਿਤਾਬਾਂ ਛਾਪਣ ਵਾਲਾ ਜੋ ਟ੍ਰੈਂਡ ਚੱਲ ਰਿਹਾ ਸੀ, ਉਹਨੂੰ ਕਿਸੇ ਹੱਦ ਤੱਕ ਥੋੜਾ ਜਿਹਾ ਪੌਜ਼ ਲੱਗਿਆ ਆ ਤੇ ਚੰਗੀਆਂ ਕਿਤਾਬਾਂ ਸਾਰੇ ਪਬਲੀਕੇਸ਼ਨ ਛਾਪਣ ਦੇ ਲਈ ਦੁਬਾਰਾ ਰੈਡੀ ਹੋਏ ਨੇ। ਤੇ ਸਾਡੇ ਆਉਣ ਨਾਲ ਇੱਕ ਚੀਜ਼ ਇਹ ਵੀ ਹੋਈ ਆ, ਕਿਉਂਕਿ ਮੈਂ ਉਹ ਸਾਰੇ ਮੁੰਡੇ ਕੁੜੀਆਂ ਨੂੰ ਇੱਥੇ ਰਿਪਰੈਜ਼ੈਂਟ ਕਰ ਰਹੀ ਹਾਂ, ਵੀ ਉਹ ਜਿਹੜੇ ਪਰਦਾਦਾਰੀ ਸੀਗੀ, ਜਿਹਦੇ ਪਰਦੇ ਦੇ ਕਾਰਨ ਗੱਲਾਂ ਬਾਹਰ ਨਹੀਂ ਆ ਰਹੀਆਂ ਸੀਗੀਆਂ, ਤੇ ਹਮੇਸ਼ਾ ਰਾਈਟਰ ਨੂੰ ਇਹ ਕਿਹਾ ਜਾਂਦਾ ਸੀ ਕਿ ਕਵਿਤਾ ਨਹੀਂ ਸੇਲ ਹੁੰਦੀ, ਕਹਾਣੀ ਨਹੀਂ ਸੇਲ ਹੁੰਦੀ, ਨੋਵਲ ਨਹੀਂ ਸੇਲ ਹੁੰਦਾ, ਜਾਂ ਪੰਜਾਬੀ ਲਿਟਰੇਚਰ ਦੇ ਵਿੱਚ ਸੇਲ ਦਾ ਆਹ ਮਾਈਲਸਟੋਨ ਆ, ਇਦੋਂ ਵੱਧ ਕਿਤਾਬ ਵਿਕ ਨਹੀਂ ਸਕਦੀ। ਉਹ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਮਿੱਥਾਂ ਸੀਗੀਆਂ, ਉਹ ਟੁੱਟ ਗਈਆਂ। ਉਸ ਤੋਂ ਬਾਅਦ ਰਿਐਲਿਟੀ ਦੇ ਵਿੱਚ ਜੋ ਫੈਕਟ ਨੇ, ਉਹ ਸਾਡੇ ਜਿਹੜੇ ਨਵੇਂ ਯੰਗ ਮੁੰਡੇ ਕੁੜੀਆਂ ਪਬਲੀਕੇਸ਼ਨ ਦੇ ਵਿੱਚ ਆਏ ਨੇ, ਉਹਨਾਂ ਨੇ ਉਹ ਅਸਲੀ ਫੈਕਟ ਰੱਖੇ ਨੇ ਵੀ ਕਿਹੜੀ ਕਿਤਾਬ ਕਿੰਨੀ ਸੇਲ ਹੋ ਰਹੀ ਆ, ਜਾਂ ਕਿਹੜੀ ਕਿਤਾਬ ਆ ਗਈ ਜਿਹੜੀ ਚੰਗੀ ਆ ਰਹੀ ਆ, ਰਿਵਿਊ ਵੱਧ ਤੋਂ ਵੱਧ ਰਿਵਿਊ ਕੀਤੇ ਜਾ ਰਹੇ ਨੇ। ਤਾਂ ਮੇਰੇ ਖਿਆਲ ਦੇ ਵਿੱਚ ਮੈਂ ਆਪਣੀ ਗੱਲ ਕੁਲਦੀਪ ਜੀ ਰੱਖ ਪਾਈ ਹਾਂ ਜੀ। ਬਹੁਤ ਅੱਛੀ ਪ੍ਰੀਤੀ, ਤੁਸੀਂ ਬਹੁਤ ਖੂਬਸੂਰਤੀ ਨਾਲ ਆਪਣੀ ਗੱਲ ਰੱਖੀ ਹੈ। ਖਾਸ ਤੌਰ ਤੇ ਜਿਹੜਾ ਕੰਪੀਟੀਸ਼ਨ ਦਾ ਦੌਰ ਬਣਿਆ ਪੁਰਾਣੇ ਤੇ ਨਵੇਂ ਪਬਲਿਸ਼ਰ ਦੇ ਵਿੱਚ, ਇਹਦੇ ਨਾਲ ਸੱਚਮੁੱਚ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪਹਿਲਾਂ ਮੈਦਾਨ ਖਾਲੀ ਸੀ, ਜਦੋਂ ਬਰਾਬਰ ਕੋਈ ਕੰਪੀਟੀਟਰ ਆਉਂਦਾ ਤਾਂ ਸਾਨੂੰ ਆਪਣੇ ਆਪ ਨੂੰ ਸੁਚੇਤ ਹੋਣਾ ਪੈਂਦਾ। ਸੋ ਪੁਰਾਣੇ ਪਬਲਿਸ਼ਰ ਨੇ ਬਹੁਤ ਕੁਝ ਆਪਣਾ ਬੋਚਿਆ ਤੇ ਬਹੁਤ ਕੁਝ ਉਹਨਾਂ ਨੇ ਵੀ ਨਵਾਂ ਸਿਰਜਣ ਦੀ ਕੋਸ਼ਿਸ਼ ਕੀਤੀ। ਇਹ ਹਮੇਸ਼ਾ ਹੀ ਚੰਗੀ ਗੱਲ ਹੁੰਦੀ ਹੈ। ਪੈਰਲਲ ਨਵੇਂ ਰੁਝਾਨਾਂ ਦਾ ਆਉਣਾ, ਖਾਸ ਤੌਰ ਤੇ ਨੌਜਵਾਨਾਂ ਦਾ ਪਬਲਿਸ਼ਿੰਗ ਦੇ ਵਿੱਚ ਆਉਣਾ, ਕੁੜੀਆਂ ਦਾ ਪਬਲਿਸ਼ਿੰਗ ਦੇ ਵਿੱਚ ਆਉਣਾ, ਇਹ ਤੁਹਾਡੇ ਕਰਕੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਸੰਭਵ ਹੋਇਆ। ਤੁਸੀਂ ਇੱਕ ਰੋਲ ਮਾਡਲ ਵੀ ਉਹਨਾਂ ਲਈ ਬਣੇ ਹੋ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਨੇ। ਸੋ ਦੋਸਤੋ, ਹੁਣ ਵਕਤ ਬਹੁਤ ਜ਼ਿਆਦਾ ਹੋ ਗਿਆ। ਅਸੀਂ ਚਾਹੁੰਦੇ ਤਾਂ ਇਹ ਸੀ ਕਿ ਇੱਕ ਰਾਊਂਡ ਹੋਰ ਗੱਲਾਂ ਬਾਤਾਂ ਦਾ ਕੀਤਾ ਜਾਂਦਾ, ਪਰ ਮੈਨੂੰ ਲੱਗਦਾ ਕਿ ਇਹ ਸੰਭਵ ਨਹੀਂ ਹੋਣਾ, ਕਿਉਂਕਿ ਅਸੀਂ ਹਰਪਾਲ ਪੰਨੂ ਹੋਰਾਂ ਨੂੰ ਸੁਣਨ ਲਈ ਬਹੁਤ ਉਤਸੁਕ ਹਾਂ। ਪੰਜਾਬੀ ਕਹਾਣੀ ਤੇ ਗੱਲਬਾਤ ਅਜੇ ਬਾਕੀ ਹੈ, ਪਰ ਮੈਨੂੰ ਲੱਗਦਾ ਹੈ ਕਿ ਸਾਨੂੰ JB ਸੇਖੋਂ ਨੂੰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਬੁਲਾਉਣਾ ਪੈਣਾ ਹੈ, ਕਿਉਂਕਿ ਕਹਾਣੀ ਤੇ ਗੱਲਬਾਤ ਕਰਨ ਲਈ ਵੀ ਸਾਨੂੰ ਖੁੱਲ੍ਹਾ ਸਮਾਂ ਚਾਹੀਦਾ ਹੈ। ਤੇ ਅਸੀਂ ਜਲਦੀ ਸ਼ਾਇਦ ਪਹਿਲੇ ਹਫ਼ਤੇ ਹੀ ਇਹਦਾ ਸੈਕੰਡ ਜਾਂ ਥਰਡ 2-3 ਭਾਗਾਂ ਦੇ ਵਿੱਚੋਂ ਇਹਨੂੰ ਕਰਾਵਾਂਗੇ, ਕਿਉਂਕਿ ਨਾਟਕ ਵਰਗੀਆਂ ਵਿਧਾਵਾਂ ਤੇ ਹੋਰ ਬਹੁਤ ਸਾਰੀਆਂ ਵਿਧਾਵਾਂ ਜੇ ਬਾਕੀ ਨੇ ਜਿਨ੍ਹਾਂ ਤੇ ਗੱਲਬਾਤ ਇਸ ਐਪੀਸੋਡ ਦੇ ਵਿੱਚ ਨਹੀਂ ਹੋ ਸਕੀ। ਤੇ ਮੈਂ ਹੁਣ ਇਹ ਚਾਹੂੰਗਾ ਕਿ ਸਾਡੇ ਵਿਚਕਾਰ ਬਹੁਤ ਵੱਡੇ ਚਿੰਤਕ, ਵਿਦਵਾਨ, ਵਾਰਤਕ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਕਮਾਉਣ ਵਾਲੇ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਰਿਲੀਜਨ ਡਿਪਾਰਟਮੈਂਟ ਦੇ ਵਿੱਚ ਬਹੁਤ ਖੂਬਸੂਰਤ ਕੰਮ ਕੀਤਾ, ਦੁਨੀਆ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਕੰਮ ਕੀਤਾ, ਤੇ ਪੰਜਾਬੀ ਵਾਰਤਕ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਅਸੀਂ ਉਹਨਾਂ ਦੀਆਂ ਕਿਤਾਬਾਂ ਨੂੰ ਬਹੁਤ ਚਾਅ ਨਾਲ ਪੜ੍ਹਦੇ ਹਾਂ, ਖਰੀਦਦੇ ਹਾਂ, ਮਾਣਦੇ ਹਾਂ। ਸੋ ਸਾਡਾ ਮਾਣ ਹਰਪਾਲ ਪੰਨੂ ਜੀ ਸਾਡੇ ਵਿਚਕਾਰ ਨੇ। ਮੈਂ ਚਾਹੂੰਗਾ ਕਿ ਉਹ ਸਮੁੱਚੇ ਤੌਰ ਤੇ ਟਿੱਪਣੀ ਕਰਨਗੇ ਸਾਰੇ ਲਿਟਰੇਚਰ ਤੇ
ਤੇ ਖਾਸ ਤੌਰ ਤੇ ਵਾਰਤਕ ਦੇ ਪ੍ਰਸੰਗ ਦੇ ਵਿੱਚ ਕੁਝ ਗੱਲਾਂ ਵੱਧ ਕਰਨਗੇ ਹਰਪਾਲ ਪੰਨੂ ਜੀ। ਹਾਂਜੀ ਪੰਨੂ ਸਾਹਿਬ, ਅਨਮਿਊਟ ਕਰ ਲਓ ਪਹਿਲਾਂ ਆਪਣੇ ਆਪ ਨੂੰ ਜੀ। ਹੋ ਗਿਆ ਜੀ। ਹਾਂਜੀ ਹਾਂਜੀ ਮਾਨਯੋਗ ਦਰਸ਼ਕੋ ਤੇ ਸਰੋਤਿਓ, ਤੁਸੀਂ ਮੈਨੂੰ ਇਸ ਮੌਕੇ ਤੇ ਯਾਦ ਕੀਤਾ, ਮੈਂ ਤੁਹਾਡਾ ਸ਼ੁਕਰਗੁਜ਼ਾਰ। ਮੈਂ ਲੇਖਕ ਕਿਹੋ ਜਿਹਾ ਇਹ ਤਾਂ ਮੈਨੂੰ ਨਹੀਂ ਕਿਤੇ ਇਤਬਾਰ ਆਇਆ ਕਿ ਚੱਜ ਦਾ ਹੋਵਾਂਗਾ, ਲੇਕਿਨ ਮੈਂ ਪਾਠਕ ਅੱਛਾ ਤੇ ਪਾਠਕ ਅੱਛਾ ਹੋਣ ਦੇ ਨਾਤੇ ਮੇਰੀਆਂ ਆਬਜ਼ਰਵੇਸ਼ਨਸ ਹੁੰਦੀਆਂ ਨੇ ਜਿਹੜੀਆਂ, ਉਹ ਚੰਗੀਆਂ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਹੁੰਦੀਆਂ ਨੇ। ਅੱਜ ਦੇ ਇਸ ਮੌਕੇ ਤੇ ਮੈਂ ਤੁਹਾਡਾ ਜ਼ਿਆਦਾ ਵਕਤ ਨਹੀਂ ਲਵਾਂਗਾ, ਸਿਰਫ 2-3 ਆਬਜ਼ਰਵੇਸ਼ਨ। ਸਾਰਿਆਂ ਦੀਆਂ ਗੱਲਾਂ ਮੈਂ ਬਹੁਤ ਧਿਆਨ ਨਾਲ ਸੁਣੀਆਂ ਤੇ ਇੰਨਾ ਤੁਸੀਂ ਪੰਜਾਬੀ ਸਾਹਿਤ ਨੂੰ ਇਸ ਸਾਲ ਦੇ ਵਿੱਚ ਨੇੜਿਓਂ ਹੋ ਕੇ ਪੜ੍ਹਿਆ ਤੇ ਕੈਲਕੂਲੇਟ ਕਰਕੇ ਉਹਦੀ ਵਿਆਖਿਆ ਕੀਤੀ। ਇਸ ਤਰ੍ਹਾਂ ਮੈਂ ਪੜ੍ਹਿਆ ਨਹੀਂ, ਮੈਨੂੰ ਕੀ ਪਤਾ ਸੀ ਵੀ ਤੁਸੀਂ ਮੈਨੂੰ ਸੱਦ ਲਓਗੇ। ਇਸ ਪੱਖੋਂ ਮੈਂ ਤੁਹਾਡੇ ਸਾਹਮਣੇ ਅਨਪੜ੍ਹ ਹਾਂ, ਲੇਕਿਨ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਕੁਛ ਹੌਸਲਾ ਹੋਇਆ। ਇੱਕ ਤਾਂ ਇਹ ਕਿ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਕਿਸਾਨ ਅੰਦੋਲਨ ਦਾ ਗੱਲ ਅੱਜ ਦੀ ਇਸ ਬੈਠਕ 'ਚ ਵੀ ਕਰੋਗੇ। ਤੁਹਾਨੂੰ ਮੁਬਾਰਕ ਕਿ ਜਦੋਂ ਤੱਕ ਪੰਜਾਬ ਤੇ ਇੱਥੋਂ ਦੇ ਵਸਨੀਕ ਪੰਜਾਬੀ ਸੰਘਰਸ਼ ਨਾਲ ਆਪਣਾ ਰਾਬਤਾ ਰੱਖਣਗੇ ਕਾਇਮ, ਉਹਨਾਂ ਦੀ ਲਿਖਤ ਦੇ ਵਿੱਚ ਵੀ ਨਿਖਾਰ ਆਏਗਾ ਜੀ। ਇਹ ਕਿਸਾਨ ਅੰਦੋਲਨ ਤੁਸੀਂ ਦੇਖੋ ਕਿ ਹੈ ਤਾਂ ਸਾਰੇ ਹਿੰਦੁਸਤਾਨ ਦਾ ਸੀ, ਲੇਕਿਨ ਇਹਦੇ ਵਿੱਚ ਪੰਜਾਬ ਗੂੰਜ ਰਿਹਾ ਸੀ ਹਰੇਕ ਤੰਬੂ 'ਚੋਂ। ਇਹਦੇ ਨਾਲ ਤਸੱਲੀ ਹੋਈ ਮੈਨੂੰ, ਇੱਕ ਤਾਂ ਖਬਰਾਂ ਪੜ੍ਹ ਕੇ, ਤਸਵੀਰਾਂ ਦੇਖ ਕੇ, ਅੱਜ ਤੁਹਾਡੀ ਗੱਲਬਾਤ ਦੇ ਵਿੱਚੋਂ ਵੀ ਮੈਨੂੰ ਹੌਸਲਾ ਮਿਲਿਆ ਕਿ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਗੱਲਾਂ ਹੋ ਸਕਦੀਆਂ ਨੇ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਤੁਹਾਡੇ ਮਨ ਤੇ ਵੀ ਮੇਰੇ ਮਨ ਤੇ ਵੀ ਆਮ ਇੰਪ੍ਰੈਸ਼ਨ ਇਹ ਹੈ ਕਿ ਕਿਸਾਨ ਦਾ ਕੰਮ ਦਾਣੇ ਬੀਜਣਾ ਤੇ ਦਾਣੇ ਵੱਢਣਾ, ਫਸਲ ਉਗਾਉਣੀ ਤੇ ਫਸਲ ਵੇਚਣੀ ਹੈ, ਇਹ ਉਹਦਾ ਕਿੱਤਾ ਹੈ। ਹੋਰ ਕੀ ਕਰ ਸਕਦਾ ਉਹ, ਤੇ ਹੋਰ ਉਹਨੂੰ ਕਰਨਾ ਕੀ ਆਉਂਦਾ। ਕਿਸਾਨ ਅੰਦੋਲਨ 'ਚ ਮੈਂ ਤਾਂ ਗਿਆ ਨਹੀਂ ਤੇ ਮੇਰੀ ਵਾਈਫ ਰਹਿ ਨਹੀਂ ਸਕੀ, ਕਹਿੰਦੀ ਮੈਂ ਤਾਂ ਜਾਣਾ। ਥੋੜੇ ਜਿਹੇ ਪੈਸੇ ਲੈ ਗਈ, ਉਹਦੇ ਖਜ਼ਾਨਚੀ ਨੂੰ ਕਹਿੰਦੀ ਜੀ ਆ ਮੈਂ ਤੁਹਾਨੂੰ ਫੰਡ ਦੇਣਾ। ਮੇਰਾ ਕੀ ਨਾਂ ਹੈ, ਨਾਂ ਲਿਖਾਇਆ। ਹਸਬੈਂਡ ਦਾ ਨਾਂ ਕੀ, ਹਰਪਾਲ ਸਿੰਘ ਪੰਨੂ। ਕਹਿੰਦੇ ਉਹੀ ਪੰਨੂ ਜਿਹਦੀਆਂ ਅਸੀਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਮੇਰੀ ਸਰਦਾਰਨੀ ਕਹਿੰਦੀ ਹਾਂ ਜੀ ਉਹੀ। ਉਹ ਕਹਿੰਦੇ ਫਿਰ ਇਹ ਪੈਸੇ ਅਸੀਂ ਤੁਹਾਡੇ ਆਏ ਕਰ ਲਏ, ਤੁਸੀਂ ਆਪਣੇ ਕੋਲ ਰੱਖੋ, ਵਾਪਸ ਜਾ ਕੇ ਪੰਨੂ ਸਾਹਿਬ ਦੀਆਂ ਕਿਤਾਬਾਂ ਇਹਨਾਂ ਪੈਸਿਆਂ ਨਾਲ ਖਰੀਦ ਕੇ ਸਾਡੇ ਕੋਲ ਭੇਜੋ, ਅਸੀਂ ਲਾਇਬ੍ਰੇਰੀ ਉਸਾਰ ਰੱਖੀਏ। ਸਾਡਾ ਵਕਤ ਕਿਤਾਬਾਂ ਨਾਲ ਹੀ ਲੰਘੇਗਾ। ਮੈਨੂੰ ਇਹ ਗੱਲ ਆਪਣੀ ਵਾਈਫ ਦੀ ਸੁਣ ਕੇ ਬੇਅੰਤ ਖੁਸ਼ੀ ਹੋਈ ਕਿ ਕਿਸਾਨਾਂ ਨੂੰ ਤਾਂ ਅਨਪੜ੍ਹ ਸਮਝ ਰਹੇ ਸੀ ਅਸੀਂ ਸਾਰੇ ਜਣੇ। ਤੁਸੀਂ ਦੇਖੋ ਉਹਨਾਂ ਦੇ ਅੰਦੋਲਨ ਦੇ ਵਿੱਚ ਸੁਖਵਿੰਦਰ ਅੰਮ੍ਰਿਤ ਲੰਗਰ ਦੀ ਸੇਵਾ ਕਰਦੀ ਰਹੀ। ਸੁਰਜੀਤ ਪਾਤਰ, ਵੱਡੇ ਵੱਡੇ ਗਾਇਕ, ਨਾਮਵਰ ਉੱਥੇ 'ਚ ਪਹੁੰਚਦੇ ਰਹੇ। ਮਤਲਬ ਇਹ ਕਿ ਜੇ ਕਿਤੇ ਪੋਜ਼ਿਟਿਵਲੀ ਹਿੰਦੁਸਤਾਨ ਕਿਸੇ ਦਿਸ਼ਾ ਵੱਲ ਤੁਰਦਾ ਹੈ ਤਾਂ ਪੰਜਾਬ ਉਹਦੀ ਅਗਵਾਈ ਕਰਨ ਲੱਗ ਜਾਂਦਾ। ਪੰਜਾਬ ਦਾ ਚਿਹਰਾ ਨਿਖਰ ਕੇ ਸਾਹਮਣੇ ਆਇਆ, ਨਾ ਕੇਵਲ ਅੰਦੋਲਨ 'ਚ ਸਗੋਂ ਰਚਨਾਵਾਂ ਵਿੱਚ ਵੀ। ਸੋ ਇਹ ਮੈਸੇਜ ਹੈ ਜਿਹੜਾ ਮੈਨੂੰ ਬਹੁਤ ਅੱਛਾ ਲੱਗਿਆ। ਅੱਜ ਦੀ ਇਸ ਸਭਾ 'ਚ ਕਹਾਣੀ ਦੀ ਕੀ ਦਿਸ਼ਾ ਰਹੀ, ਵਾਰਤਕ ਦੀ, ਕਵਿਤਾ ਦੀ, ਸਾਰੇ ਪੱਖਾਂ ਤੇ ਵਿਚਾਰ ਵਟਾਂਦਰਾ ਹੋਇਆ। ਸੋ ਮੈਂ ਜੋ ਪੜ੍ਹਦਾ ਰਿਹਾ ਇਸ ਸਾਲ ਦੇ ਦੌਰਾਨ ਵੀ, ਪਿਛਲਿਆਂ ਸਮਿਆਂ 'ਚ ਵੀ, ਕਵਿਤਾ ਦੇ ਲੇਖਕਾਂ ਜਾਂ ਕੰਮਾਂ ਜਾਣੀ ਕਿ ਕਵੀਆਂ ਦੀ ਗਿਣਤੀ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਹੋ ਰਿਹਾ। ਉਹਦੀ ਮੈਨੂੰ ਚਿੰਤਾ ਹੈ। ਜੀ। ਉਹ ਕੀ ਕਰਦੇ ਨੇ ਕਿ ਕੋਈ 5-4 ਪੰਨੇ ਲਿਖ ਕੇ ਫਿਰ 2-2 ਇੰਚ 3-3 ਇੰਚ ਕੱਟ ਲਾਉਂਦੇ ਨੇ ਵਿੱਚੋਂ। ਸਾਡੇ ਨਵੇਂ ਕਵੀ ਤੋਂ ਉੱਪਰ ਹੇਠਾਂ ਪੌੜੀਆਂ ਜਿਹੀ ਬਣਾ ਕੇ ਲਿਖ ਦਿੰਦੇ। ਚਲੋ ਭਾਈ ਹਰੇਕ ਨੂੰ ਕਵਿਤਾ ਨਹੀਂ ਲਿਖਣੀ ਆਉਂਦੀ, ਨਾਲ ਸਹੀ, ਇਸ ਗੱਲੋਂ ਮਾਫ। ਲੇਕਿਨ ਉਹਨਾਂ ਦੀ ਕਵਿਤਾ ਦੇ ਵਿੱਚ ਸ਼ਬਦ ਜੋੜ ਨੇ ਜਿਹੜੇ, ਉਹ ਗਲਤ ਨੇ ਬੜੇ। ਅਜੇ ਆਈਡੀਆ ਤਾਂ ਬਾਅਦ 'ਚ ਆਊਗਾ ਨਾ, ਸ਼ਬਦ ਜੋੜ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ। ਅੱਜ ਪੈਰ ਛਾਹੇ ਦੇ ਵਿੱਚ ਕੋਈ ਫਰਕ ਹੁੰਦਾ। ਇੱਕ ਸ਼ਬਦ ਸਿਰਫ ਤੁਹਾਨੂੰ ਦੱਸ ਦਿੰਦਾ ਕਿ ਇੱਕ ਲਫ਼ਜ਼ ਹੈ ਕਿੰਨਾ ਕੁ ਵਜ਼ਨ ਹੈ। ਦੂਸਰਾ ਲਫ਼ਜ਼ ਹੈ ਕਿਹਨਾਂ, ਇਹ ਗਾਲ ਕਿਹਨਾਂ ਨੂੰ ਲੱਗੀ। ਉਹ ਕਿੰਨਾ ਤੇ ਕਿਹਨਾਂ ਹੈ ਜਿਹੜਾ, ਇਹਦਾ ਉਹਨਾਂ ਨੂੰ ਕੋਈ ਫਰਕ ਨਹੀਂ ਪਤਾ। ਕਈਆਂ ਨੂੰ ਤਾਂ ਕਈਆਂ ਦੇ ਫੋਨ ਆਉਂਦੇ ਨੇ, ਮੇਰੀ ਕਵਿਤਾ ਪੜ੍ਹੀ। ਮੈਂ ਕਹਿੰਦਾ ਨਾ ਕਵਿਤਾ ਤਾਂ ਪੜ੍ਹ ਲਈ, ਪਰ ਕਿੰਨਾ ਤੇ ਕਿਹਨਾਂ 'ਚ ਕੋਈ ਫਰਕ, ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਅੱਛਾ, ਸ਼ੁਰੂ ਦੇ ਵਿੱਚ ਤਾਂ ਮੈਨੂੰ ਇਹਨਾਂ ਕਵੀਆਂ ਦੇ ਸ਼ਬਦ ਜੋੜਾਂ ਸਦਕਾ ਕਵੀਆਂ ਤੇ ਗੁੱਸਾ ਆਉਂਦਾ। ਹੁਣ ਮੈਨੂੰ ਕਵੀਆਂ ਤੇ ਗੁੱਸਾ ਨਹੀਂ ਆਉਂਦਾ, ਉਹਨਾਂ ਦੇ ਸਕੂਲ ਮਾਸਟਰਾਂ ਤੇ ਗੁੱਸਾ ਆਉਂਦਾ। ਇਹ ਕਸੂਰ ਹੈ ਨਾ ਸਾਡੇ ਕਵੀਆਂ ਦਾ ਨਹੀਂ ਹੈ, ਇਹ ਉਹਨਾਂ ਦੇ ਮਾਸਟਰਾਂ ਦਾ। ਉਹਨਾਂ ਦੇ ਮਾਸਟਰਾਂ ਨੂੰ ਵੀ ਸ਼ਬਦ ਜੋੜ ਨਹੀਂ ਆਉਂਦੇ। ਆਪਾਂ ਆਪਣੀ ਭਾਸ਼ਾ ਨੂੰ ਅਮੀਰ ਰੱਖਣਾ ਹੈ, ਅਮੀਰ ਬਣਾਉਣਾ, ਤੇ
ਹਾਲੇ ਤਾਂ ਅਸੀਂ ਹਿੰਦੁਸਤਾਨ ਦੀਆਂ ਬੋਲੀਆਂ ਦੇ ਮੁਤਾਬਕ ਆਪਣਾ ਸਾਹਿਤ ਲੈ ਕੇ ਜਾਣਾ ਹੈ। ਕਿਤੇ ਆਜ ਕੱਲ ਮੈਗਜ਼ੀਨ ਹੈ ਨਿਕਲਦਾ ਦਿੱਲੀ ਚੋਂ ਹਿੰਦੀ ਦਾ, ਕਿਤੇ ਲਗਾਤਾਰ ਪੜ੍ਹਨ ਆਪਣੇ ਪੰਜਾਬੀ ਦੇ ਪਾਠਕ ਤੇ ਲੇਖਕ ਹੋਰ ਵੀ ਹਿੰਦੀ ਦੇ ਮੈਗਜ਼ੀਨ ਨੇ, ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਹਿੰਦੁਸਤਾਨ ਦੀਆਂ ਸਾਹਿਤਕ ਕਿਰਤਾਂ ਦੇ ਵਿੱਚ ਕਿੱਥੇ ਥਾਂ ਹੈ। ਜਦੋਂ ਹਿੰਦੁਸਤਾਨ ਦੇ ਵਿੱਚ ਅਸੀਂ ਆਪਣਾ ਥਾਂ ਦੇਖ ਲਿਆ, ਸ਼ਨਾਖਤ ਕਰ ਲਈ, ਫਿਰ ਆਪਾਂ ਦੁਨੀਆ ਦੇ ਸਾਹਿਤ ਦੇ ਵਿੱਚ ਦੇਖਾਂਗੇ। ਸੋ ਹਾਲੇ ਤਾਂ ਅਸੀਂ ਆਪੋ ਆਪਣੇ ਘੁਰਨਿਆਂ ਚੋਂ ਬਾਹਰ ਨਿਕਲਣ ਦਾ ਯਤਨ ਕਰ ਰਹੇ ਹਾਂ, ਅਜੇ ਨਿਕਲੇ ਨਹੀਂ। ਇਸ ਨਵੇਂ ਸਾਲ ਦੀ ਆਮਦ ਤੇ ਮੇਰੀ ਇਹ ਇੱਛਾ ਹੈ ਕਿ ਸਾਡੇ, ਤੁਸੀਂ ਦੇਖੋ, ਗੁਰਬਚਨ ਭੁੱਲਰ, ਜਸਬੀਰ ਭੁੱਲਰ ਤੇ ਵਰਿਆਮ ਸੰਧੂ, ਇਹ ਮੇਰੇ ਤੋਂ ਵੱਧ ਉਮਰ ਦੇ ਨੇ। ਇਹਨਾਂ ਦੇ ਵਿੱਚੋਂ ਕੁਛ ਤਾਂ 70ਵਿਆਂ ਦੇ ਵਿੱਚੋਂ ਲੰਘ ਰਹੇ ਹਾਂ ਅਸੀਂ ਸਾਰੇ ਜਣੇ। ਇਹਨਾਂ ਦੀਆਂ ਲਿਖਤਾਂ ਜੇ ਜਵਾਨ ਹੋ ਸਕਦੀਆਂ ਨੇ ਤਾਂ ਜਵਾਨਾਂ ਦੀਆਂ ਲਿਖਤਾਂ ਤਾਜ਼ੀਆਂ ਤੇ ਤਰੋ ਤਾਜ਼ੀਆਂ ਕਿਉਂ ਨਾ ਹੋਣ ਭਲਾ। ਇਹ ਉਦੋਂ ਹੋਣਗੀਆਂ ਜਦੋਂ ਉਹ ਪੜ੍ਹਨਾ ਸ਼ੁਰੂ ਕਰਨ। ਮੈਂ ਆਪਣੇ ਇੱਕ ਕਮੈਂਟ ਨਾਲ ਬਸ ਆਪਣੇ ਵਿਚਾਰ ਸਮਾਪਤ ਕਰਦਾ। ਤੁਸੀਂ ਮੈਨੂੰ ਸੱਦਾ ਦਿੱਤਾ, ਇਹੀ ਮੇਰੀ ਮਾਣ ਦੀ ਬਹੁਤ ਵੱਡੀ ਗੱਲ ਹੈ, ਮੇਰੀ ਪ੍ਰਾਪਤੀ ਇਹ। ਤੇ ਸਿਰਫ ਇੰਨੀ ਗੱਲ ਦੱਸਣੀ ਹੈ ਕਿ ਮੈਂ ਆਪਣੇ ਟੀਚਰ ਨੂੰ ਆਖਿਆ ਕਿ ਸਰ ਮੈਂ ਲਿਖਦਾ ਤੇ ਮੇਰੀ ਕੋਈ ਲਿਖਤ ਛਾਪਦਾ ਨਹੀਂ ਹੈ, ਮੈਗਜ਼ੀਨ ਨਹੀਂ ਛਾਪਦੇ, ਅਖਬਾਰ ਨਹੀਂ ਛਾਪਦੇ। ਉਹ ਕਹਿੰਦੇ, ਆਪ ਸੁਣ ਰਹੇ ਹੋ ਜੀ? ਜੀ ਜੀ ਜੀ, ਬਿਲकुल बिल्कुल हेलो, बिल्कुल सर, बिल्कुल बिल्कुल। हेलो। अंग्रेजी के प्रोफेसर सन नरेंद्र कालिया, वो कहते मेरे ख्याल खत्म हो गया। नहीं 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 जी, बोलो जी, बोलो सर। बस एक सेंटेंस नाल ही मैं खत्म करना सी, पता नहीं आवाज मेरी बंद हो गई। आ रही है सर, आ रही है, आ रही है। ਆ ਰਹੀ ਹੈ ਜੀ। ਨਹੀਂ ਆਉਂਦੀ ਹੈ ਸਰ, मैं ਆਉਂਦੀ ਹੈ। लो जी, बस मैं समाप्ति ਵੱਲ ਵਧ ਰਿਹਾ ਜੀ। 2 ਸੈਂਟੈਂਸ ਹੀ ਸੁਣਾਵਾਂਗਾ ਤੁਹਾਨੂੰ। ਮੈਂ ਆਪਣੇ ਪ੍ਰੋਫੈਸਰ ਨਰਿੰਦਰ ਕਾਲੀਆ ਨੂੰ ਕਿਹਾ ਕਿ ਮੈਂ ਲਿਖਦਾ, ਅਖਬਾਰਾਂ ਨੂੰ ਭੇਜਦਾ, ਮੈਗਜ਼ੀਨਾਂ ਨੂੰ ਭੇਜਦਾ, ਮੈਨੂੰ ਕੁਛ ਛਾਪਦੇ ਨਹੀਂ। ਇਹਨਾਂ ਦੇ ਦਿਮਾਗ ਠੀਕ ਨੇ? ਉਹ ਕਹਿੰਦੇ ਇਹਨਾਂ ਦੇ ਦਿਮਾਗ ਤਾਂ ਠੀਕ ਨੇ, ਤੇਰੀ ਲਿਖਤ ਠੀਕ ਨਹੀਂ ਹੋਣੀ। ਮੈਂ ਕਿਹਾ ਕਿਉਂ ਠੀਕ ਨਹੀਂ? ਉਹ ਕਹਿੰਦੇ ਭਲਿਆ ਲੋਕਾਂ, ਤੈਨੂੰ ਪਤਾ ਦੁਨੀਆ 'ਚ ਸ਼ਾਨਦਾਰ, ਤਾਕਤਵਰ ਕਲਾਸੀਕਲ ਲਿਟਰੇਚਰ ਦੀ ਸਿਰਜਣਾ ਹੋ ਚੁੱਕੀ ਹੈ। ਮੈਂ ਕਿਹਾ ਹਾਂਜੀ, ਉਹ ਤਾਂ ਹੋ ਤੂੰ ਪੜ੍ਹਦਾ ਹੁੰਦਾ ਉਹ? ਮੈਂ ਕਿਹਾ ਨਹੀਂ ਜੀ। ਉਹ ਤੂੰ ਕਲਾਸਿਕ ਲਿਟਰੇਚਰ ਨਹੀਂ ਪੜ੍ਹਦਾ, ਤੇਰਾ ਕਚਰਾ ਲੋਕ ਪੜ੍ਹਨਗੇ, ਤੈਨੂੰ ਇਹ ਉਮੀਦ ਹੈ। ਤੂੰ ਪਹਿਲਾਂ ਇਨਸਾਫ ਕਰਨਾ ਸਿੱਖ ਆਪਣੇ ਤੋਂ ਵੱਡਿਆਂ ਨਾਲ, ਫਿਰ ਇਨਸਾਫ ਦੀ ਮੰਗ ਕਰੀ ਖੁਦ ਨਾਲ। ਫਿਰ ਉਹ ਕਹਿੰਦੇ ਤੇਰਾ ਗਾਉਣ ਨੂੰ ਦਿਲ ਕਰਦਾ, ਗਲਾ ਤੇਰਾ ਸੁਰ 'ਚ ਨਹੀਂ ਹੈ, ਤੇਰਾ ਕੰਨ ਤਾਂ ਸੁਰ 'ਚ ਹੈਗਾ, ਵੱਡਿਆਂ ਉਸਤਾਦਾਂ ਨੂੰ ਸੁਣਿਆ ਕਰ। ਇੱਕ ਜਨਮ ਜੇ ਅਸੀਂ ਵੱਡਿਆਂ ਉਸਤਾਦਾਂ ਨੂੰ ਸੁਣ ਲਾਂਗੇ, ਗਾਇਕਾਂ ਨੂੰ, ਤਾਂ ਅਗਲਾ ਜਨਮ ਸਾਨੂੰ ਗਾਉਣ ਦਾ ਮਿਲ ਜਾਏਗਾ। ਇੱਕ ਜਨਮ ਜੇ ਅਸੀਂ ਤਾਕਤਵਰ ਕਲਾਸੀਕਲ ਲਿਟਰੇਚਰ ਪੜ੍ਹਾਂਗੇ ਦੁਨੀਆ ਦਾ, ਤਾਂ ਫਿਰ ਰੱਬ ਖੁਸ਼ ਹੋ ਕੇ ਅਗਲਾ ਜਨਮ ਆਪਾਂ ਨੂੰ ਲੇਖਕ ਦਾ ਦੇ ਦੂਗਾ। ਇਹ ਜੀਵਨ ਤੂੰ ਆਪਣਾ, ਇਹ ਜਨਮ ਆਪਣਾ ਪੜ੍ਹਨ ਲਿਖਣ ਤੇ ਅੱਛਾ ਸੰਗੀਤ ਸੁਣਨ ਤੇ ਲਾ। ਤਾਂ ਮੇਰਾ ਮੈਸੇਜ ਹੈ ਆਪਣੇ ਦੋਸਤਾਂ ਨੂੰ, ਦਰਸ਼ਕਾਂ ਨੂੰ, ਪਾਠਕਾਂ ਨੂੰ ਇਹ ਹੈ ਕਿ ਭਾਈ ਲਿਖਣ ਦੀ ਕਾਹਲ ਨਾ ਕਰੋ, ਪੜ੍ਹਨ ਵੱਲ ਵੀ ਤਵੱਜੋ ਦਿਓ। ਕਿਹੜੀਆਂ ਲਿਖਤਾਂ ਚੰਗੀਆਂ ਨੇ, ਪੜ੍ਹਦਿਆਂ ਤੁਹਾਨੂੰ ਪਤਾ ਲੱਗ ਜਾਣਾ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਰ, ਬਹੁਤ ਮੁੱਲਵਾਨ ਗੱਲਾਂ ਤੁਸੀਂ ਕੀਤੀਆਂ। ਬਹੁਤ ਸੰਕੇਤ ਜਿਹੜੇ ਦਿੱਤੇ ਨੇ, ਉਹਨਾਂ ਸੰਕੇਤਾਂ ਨੂੰ ਡੀਕੋਡ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਅਰਥ ਸਮਝੀਏ। ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਕਹਾਂ ਧੰਨਵਾਦ ਲਈ, ਜੇ ਕੋਈ ਸਾਥੀ, ਇੱਕ ਦੋ ਸਾਥੀ ਕੋਈ ਸਵਾਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸੱਦਾ ਹੈ ਤੇ ਉਸ ਤੋਂ ਬਾਅਦ ਡਾਕਟਰ ਸਰਬਜੀਤ ਕੌਰ ਸੋਹਲ ਆਪਣੀ ਗੱਲਬਾਤ ਕਰਨਗੇ। ਮੁੱਦੇ ਬਹੁਤ ਨੇ, ਪ੍ਰਸ਼ਨ ਵੀ ਬਹੁਤ ਨੇ, ਪਰ ਫਿਰ ਵੀ ਜੇ ਕੋਈ ਇੱਕ ਦੋ ਸਾਥੀ ਕਰਨਾ ਚਾਹੁੰਦੇ ਨੇ ਗੱਲ, ਤਾਂ ਉਹਨਾਂ ਦਾ ਸਵਾਗਤ ਹੈ। ਜੀ ਪ੍ਰੋਫੈਸਰ ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੈਲਕਮ। ਬੜੀ ਖੁਸ਼ੀ ਹੋਈ ਅੱਜ ਹਰਪਾਲ ਸਿੰਘ ਪੰਨੂ ਜੀ ਬੋਲ ਰਿਹਾ, ਬੜੀ ਸਾਥੀ ਇਹਨਾਂ ਨੂੰ ਲਾਈਵ ਸੁਣੀਏ। ਮੈਂ ਇਹਨਾਂ ਕੋਲ ਇਹੀ ਪੁੱਛਣਾ ਚਾਹੁੰਦਾ ਹੈ ਕਿ ਇਹਨਾਂ ਦੇ ਲਫ਼ਜ਼ ਇੰਨੇ ਮਿੱਠੇ ਹੁੰਦੇ, ਉਹਦਾ ਕਾਰਨ ਕੀ ਹੈ? ਕੀ ਬਾਤ ਹੈ ਪੰਨੂ ਸਾਹਿਬ। ਉਹ ਵੱਡਿਆਂ ਨੂੰ, ਮਿੱਠਿਆਂ ਲੇਖਕਾਂ ਨੂੰ ਪੜ੍ਹਿਆ ਮੈਂ, ਤਾਂ ਕਰਕੇ ਮੇਰੀ ਜ਼ੁਬਾਨ ਠੀਕ ਹੋ ਗਈ। ਇਹ ਤੁਹਾਡੀਆਂ ਮੇਰੀ ਆਪਣੀ, ਮੈਂ ਤਾਂ ਪਸ਼ੂ ਚਾਰ YouTube ਦਾ ਸਕੂਲ ਚਲਾ ਗਿਆ। YouTube ਤੇ ਸਾਰੀਆਂ ਤੁਹਾਡੀਆਂ ਵੀਡੀਓ ਦੇਖੀਆਂ, ਮੈਂ ਸੁਣਦਾ ਹੁੰਦਾ, ਮੈਂ ਅਕਸਰ ਹੀ ਆਪਣੀ ਕਾਰ ਦੇ ਵਿੱਚ ਲਾ ਕੇ, ਜਿੱਦਾਂ ਲੋਕੀ ਕੀਰਤਨ ਸੁਣਦੇ ਏਦਾਂ ਮੈਂ ਸੁਣਦਾ ਤੁਹਾਡੀਆਂ ਬਾਰ-ਬਾਰ ਜੀ। ਸ਼ੁਕਰਾਨਾ ਭਰਾ ਜੀ, ਬਹੁਤ ਅੱਛੀ, ਬਹੁਤ ਅੱਛੀ। ਮਿਲੂਗਾ ਤੁਹਾਨੂੰ, ਥੈਂਕ ਯੂ। ਹੋਰ ਕੋਈ ਦੋਸਤ ਜੇ ਕੋਈ ਸਵਾਲ ਕਰਨਾ ਚਾਹੁੰਦਾ ਪਲੀਜ਼। ਜੀ ਮੈਨੂੰ ਲੱਗਦਾ ਕਿ ਵਕਤ ਬਹੁਤ ਹੋ ਗਿਆ, ਆਪਾਂ ਅੱਗੇ ਵੱਲ ਵਧੀਏ। ਡਾਕਟਰ ਸਰਬਜੀਤ ਕੌਰ ਸੋਹਲ ਸਾਡੇ ਪ੍ਰਧਾਨ ਸਾਡੇ ਨਾਲ ਨੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਸਿਲਸਿਲਾ ਚੱਲ ਰਿਹਾ ਹੈ, ਬੰਧਨਵਾਦ ਦੀ ਲੜੀ ਚੱਲ ਰਹੀ ਹੈ। ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਪ੍ਰਧਾਨਗੀ ਟਿੱਪਣੀ ਵੀ ਦੇਣਗੇ ਤੇ ਨਾਲ ਨਾਲ ਸਾਰਿਆਂ ਦਾ ਧੰਨਵਾਦ ਵੀ ਕਰਨਗੇ। ਡਾਕਟਰ ਸਰਬਜੀਤ ਕੌਰ ਸੋਹਲ। बहुत शुक्रिया डॉक्टर कुलदीप दीप जी। जी मैम।
ਪੰਜਾਬ ਸਾਹਿਤ ਅਕਾਦਮੀ ਦੇ ਮਹੀਨੇਵਾਰ ਪ੍ਰੋਗਰਾਮ ਬੰਧਨਵਾਰ ਦਾ ਅੱਜ 2022 ਦਾ ਜਿਹੜਾ ਆਖਰੀ ਪ੍ਰੋਗਰਾਮ ਆ ਤੇ 2023 ਦੇ ਵਿੱਚ ਆਪਾਂ ਫਿਰ ਇਸ ਲੜੀ ਨੂੰ ਜ਼ਰੂਰ ਜਾਰੀ ਰੱਖਾਂਗੇ। ਔਰ ਮੈਨੂੰ ਇਹ ਦੱਸਦਿਆਂ ਵੀ ਬਹੁਤ ਖੁਸ਼ੀ ਹੁੰਦੀ ਆ ਕਿ ਇਹ ਪਿਛਲੇ 5 ਸਾਲਾਂ ਤੋਂ ਅਸੀਂ ਇਹ ਪ੍ਰੋਗਰਾਮ ਜਿਹੜਾ ਆ ਲਗਾਤਾਰ ਕਰ ਰਹੇ ਹਾਂ ਔਰ ਇਹਦੇ ਵਿੱਚ ਕਿਤੇ ਵੀ ਕੋਈ ਸਾਡੀ ਰੁਕਾਵਟ ਨਹੀਂ ਆਈ। ਜੇ ਆਫਲਾਈਨ ਕਰਦੇ ਸੀ ਪਹਿਲਾਂ ਤਾਂ ਫਿਰ ਕਰੋਨਾ ਦੌਰਾਨ ਅਸੀਂ ਇਹਨੂੰ ਆਨਲਾਈਨ ਕਰ ਦਿੱਤਾ ਤੇ ਹੁਣ ਇਹ ਪ੍ਰੋਗਰਾਮ ਜਿਹੜਾ ਆ ਲਗਾਤਾਰਤਾ ਦੇ ਨਾਲ ਜਾਰੀ। ਔਰ ਇਹਦੇ ਲਈ ਡਾਕਟਰ ਕੁਲਦੀਪ ਸਿੰਘ ਦੀਪ ਵਧਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਕੋਆਰਡੀਨੇਟ ਕਰਦੇ ਨੇ, ਬਹੁਤ ਖੂਬਸੂਰਤੀ ਨਾਲ ਪ੍ਰੋਗਰਾਮ ਉਲੀਕਦੇ ਨੇ ਤੇ ਉਹਨੂੰ ਸੰਪੂਰਨਤਾ ਵੱਲ ਵੀ ਲੈ ਕੇ ਜਾਂਦੇ ਨੇ। ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਬਹੁਤ ਹੀ ਸਤਿਕਾਰਯੋਗ ਹਰਪਾਲ ਸਿੰਘ ਪੰਨੂ ਜੀ, ਜਿਨ੍ਹਾਂ ਤੋਂ ਮੈਂ ਪੂਰਨ ਸਿੰਘ ਪੜ੍ਹਿਆ, ਮੈਂ ਕਵਿਤਾ ਇਹਨਾਂ ਤੋਂ ਪੜ੍ਹੀ ਆ, ਮੈਂ ਇਹਨਾਂ ਦੀ ਵਿਦਿਆਰਥਣ ਵੀ ਆ ਤੇ ਮੈਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਦੇ ਨਾਲ ਮੇਰਾ ਰਾਬਤਾ ਰਿਹਾ ਆ ਤੇ ਮੈਨੂੰ ਬਹੁਤ ਚੰਗਾ ਲੱਗਦਾ। ਮੇਰੇ ਨਾਲ ਹੋਰ ਵੀ ਬਹੁਤ ਸਾਰਿਆਂ ਨੂੰ ਚੰਗਾ ਲੱਗਦਾ ਇਹਨਾਂ ਨੂੰ ਸੁਣਨਾ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ। ਔਰ ਅੱਜ ਦੇ ਸਾਡੇ ਨਾਲ ਡਾਕਟਰ JB ਸੇਖੋਂ ਜੀ, ਸਤਪਾਲ ਭੀਖੀ ਜੀ, ਅਰਵਿੰਦਰ ਕਾਕੜਾ, ਪ੍ਰੀਤੀ ਸ਼ੈਲੀ ਅਤੇ ਹੋਰ ਬਹੁਤ ਸਾਰੇ ਸਾਡੇ ਸਰੋਤੇ, ਸਾਡੇ ਦਰਸ਼ਕ ਜਿਹੜੇ ਨਾਲ ਜੁੜੇ ਹੋਏ ਨੇ। ਕੁਲਦੀਪ ਦੀਪ ਜੀ ਨੇ ਨਾਲ ਉਹਨਾਂ ਦੇ ਨਾਮ ਵੀ ਲਏ ਨੇ, ਕੁਝ ਦੇ ਨਾਮ ਜਿਹੜੇ ਨੇ ਉਹ ਸੁਨੇਹੇ ਵੀ ਨਾਲ ਆ ਰਹੇ ਨੇ। ਮੈਂ ਨਾਲ ਫੇਸਬੁੱਕ ਦੇ ਉੱਤੇ ਵੀ ਇਸ ਨੂੰ ਵੇਖ ਰਹੀ ਹਾਂ ਪ੍ਰੋਗਰਾਮ ਨੂੰ, ਔਰ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਪ੍ਰੋਗਰਾਮ ਇਸ ਨੂੰ ਵੇਖ ਰਹੇ ਨੇ। ਸੋ ਜਦੋਂ ਅਸੀਂ ਸਾਹਿਤ ਦਾ ਕਹਿ ਲਓ ਜਾਂ ਮੈਂ ਕਹਿੰਦੀ ਕਿ ਸੰਪੂਰਨ ਤੌਰ ਦੇ ਉੱਤੇ ਜਦੋਂ ਅਸੀਂ ਲੇਖਾ ਜੋਖਾ ਕਰਦੇ ਹਾਂ ਕਿਸੇ ਵੀ ਚੀਜ਼ ਦਾ, ਤਾਂ ਉਹਦੇ ਪਿੱਛੇ ਇੱਕ ਮਕਸਦ ਇਹ ਹੁੰਦਾ ਕਿ ਅਸੀਂ ਆਪਣੀਆਂ ਖੂਬੀਆਂ ਤੇ ਖਾਮੀਆਂ ਦੋਹਾਂ ਨੂੰ ਵਿਚਾਰ ਲਈਏ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਨੂੰ ਇੱਕ ਯਥਾਯੋਗ ਢੰਗ ਦੇ ਨਾਲ ਉਲੀਕ ਲਈਏ ਕਿ ਅਸੀਂ ਹੋਰ ਜੋ ਕੁਝ ਅਸੀਂ ਇਸ ਸਾਲ ਦੇ ਵਿੱਚ ਨਹੀਂ ਕਰ ਪਾਏ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਇਸ ਨੂੰ ਹੋਰ ਚੰਗੀ ਤਰ੍ਹਾਂ ਨਾਲ ਕਰ ਸਕਾਂਗੇ। ਸੋ ਜਿਹੜੀਆਂ ਅੱਜ ਗੱਲਾਂ ਹੋਈਆਂ ਨੇ ਬਹੁਤ ਖੂਬਸੂਰਤ ਗੱਲਾਂ ਹੋਈਆਂ ਨੇ, ਗਲਪ ਦੇ ਸੰਬੰਧ ਦੇ ਵਿੱਚ, ਕਵਿਤਾ ਦੇ ਸੰਬੰਧ ਦੇ ਵਿੱਚ, ਬਾਲ ਸਾਹਿਤ ਦੇ ਸੰਬੰਧ ਦੇ ਵਿੱਚ, ਔਰ ਜਿਹੜਾ ਪਬਲਿਕੇਸ਼ਨ ਦੇ ਬਾਰੇ ਦੇ ਵਿੱਚ ਪ੍ਰੀਤੀ ਦੀਆਂ ਗੱਲਾਂ ਬਹੁਤ ਖੂਬਸੂਰਤ ਨੇ। ਬਿਲਕੁਲ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਸੋਹਣੀ ਤਰ੍ਹਾਂ ਨਾਲ ਇਹ ਅੱਜ ਅਸੀਂ ਗੱਲਬਾਤ ਨੂੰ ਕਰ ਲਾਂਗੇ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਵੈਸੇ ਤਾਂ 31 ਤਰੀਕ ਹੋਣ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੁੱਝੇ ਵੀ ਹੋਏ ਹੁੰਦੇ ਨੇ। ਮੈਂ ਵੀ ਇੱਕ ਫੰਕਸ਼ਨ ਤੇ ਜਾਣਾ ਸੀ, ਹੁਣ ਸੋਲ ਸਾਹਿਬ ਚਲੇ ਗਏ ਨੇ, ਮੈਂ ਕਿਹਾ ਮੈਂ ਬਾਅਦ ਚ ਆਉਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ ਦੇ ਨਾਲ ਚੱਲਦੀਆਂ ਨੇ ਤੇ ਮੈਂ ਜਦੋਂ ਤੋਂ ਪੜ੍ਹਨਾ ਸ਼ੁਰੂ ਕੀਤਾ, ਲਿਖਣਾ ਸ਼ੁਰੂ ਕੀਤਾ ਤਾਂ ਜਿਹੜਾ ਸਾਹਿਤ ਆ ਨਾ ਉਹ ਜ਼ਿੰਦਗੀ ਨੂੰ ਹੁਲਾਰਾ ਦਿੰਦਾ ਹੈ, ਹੁੰਗਾਰਾ ਵੀ ਦਿੰਦਾ ਹੈ ਤੇ ਸਾਨੂੰ ਜੀਵਨ ਦੀ ਜਾਂਚ ਵੀ ਦੱਸਦਾ ਹੈ। ਜੇ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਸਦਾਚਾਰ ਹੈ, ਜਿੰਨਾ ਕੁ ਖੁਮਾਰ ਹੈ, ਜਿੰਨੀ ਕੁ ਮੁਹੱਬਤ ਆ, ਉਹ ਸਾਰੀ ਦੀ ਸਾਰੀ ਮੈਂ ਤਾਂ ਸਾਹਿਤ ਦੇ ਕਾਰਨ ਹੀ ਮੈਨੂੰ ਮਹਿਸੂਸ ਹੁੰਦੀ ਆ ਕਿ ਅਸੀਂ ਸਵੈ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਪੂਰੀ ਕਾਇਨਾਤ ਨਾਲ ਜੋੜਦੇ ਆ, ਬ੍ਰਹਿਮੰਡ ਨਾਲ ਜੋੜਦੇ ਆ ਔਰ ਆਪਣੇ ਹਮਸਾਇਆਂ ਨਾਲ, ਉਹ ਭਾਵੇਂ ਇੱਥੇ ਵਾਸ ਚ ਹੋਣ ਪ੍ਰਵਾਸ ਚ ਹੋਣ, ਉਹਨਾਂ ਨਾਲ ਜੋੜਦੇ ਆ। ਔਰ ਇਸ ਮਾਮਲੇ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦੀ ਇਹ ਵੀ ਮੈਂ ਕਹਾਂਗੀ ਕਿ ਇੱਕ ਪ੍ਰਾਪਤੀ ਰਹੀ ਹੈ ਕਿ ਅਸੀਂ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਜਿਹਦੇ ਅਹੁਦੇਦਾਰ ਅੱਜ ਵੀ ਹੁਣ ਸਾਡੇ ਇਸ ਪ੍ਰੋਗਰਾਮ ਚ ਸ਼ਾਮਲ ਨੇ, ਰਮਿੰਦਰ ਵਾਲੀਆ ਜੀ, ਸੁਰਜੀਤ ਕੌਰ ਟੋਰਾਂਟੋ ਤੋਂ ਔਰ ਮਿੰਟੂ, ਇਹ ਸਾਰੇ ਇੱਕ ਟੀਮ ਆ ਜਿਹਨੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰੋਗਰਾਮ ਸਾਡੇ ਕੈਨੇਡਾ ਦੇ ਵਿੱਚ, ਕੈਨੇਡਾ ਰਾਹੀਂ ਜਿਹੜੇ ਉਹ ਹੋਏ ਨੇ ਔਰ ਉਹ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਸਾਰੇ ਲੇਖਕਾਂ ਨੂੰ ਘੱਟੋ ਘੱਟ ਜੇ ਬਹੁਤ ਜ਼ਿਆਦਾ ਪੜ੍ਹਨ ਜੋਗੇ ਨਹੀਂ ਆ ਪਰ ਉਹਨਾਂ ਦੀ ਨਾਲ ਸਾਡੀ ਜਾਣ ਪਛਾਣ ਜ਼ਰੂਰ ਹੋਈ ਆ ਔਰ ਸਾਹਿਤ ਨੂੰ ਅਸੀਂ ਵਸੀਹ ਕਰਨ ਦੇ ਵਿੱਚ, ਮੈਨੂੰ ਲੱਗਦਾ ਆਪਸ ਦੇ ਵਿੱਚ ਜੋੜਨ ਦੇ ਵਿੱਚ ਸਾਹਿਤ ਅਕਾਦਮੀ ਨੇ ਇੱਕ ਪੁਲ ਦਾ ਕੰਮ ਜ਼ਰੂਰ ਕੀਤਾ ਆ। ਦੂਸਰਾ ਜਿਹੜਾ ਹੈ ਰੰਗ FM ਹੈ, ਇੱਕ ਰੇਡੀਓ ਹੈ ਸਾਡਾ ਜਿਹਦੇ ਉੱਤੇ ਹਰ ਹਫਤੇ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਉਹ ਹੁੰਦਾ ਆ ਤੇ ਹੁਣ ਸ਼ਾਇਦ ਅਸੀਂ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਸਾਂਝੇ ਕਰਾਂਗੇ ਕਿ ਲਗਾਤਾਰਤਾ ਦੇ ਵਿੱਚ, ਕਿਉਂਕਿ ਹੁਣ ਇਸ ਵੇਲੇ ਮੈਨੂੰ ਇਹ ਦੱਸਦੇ ਆ ਵੀ ਕਹਿ ਲਓ ਕਿ ਇਹ ਪੂਰਾ ਸਾਲ ਅਸੀਂ, ਵੈਸੇ ਕਹਿਣਾ ਤਾਂ ਨਹੀਂ ਚਾਹੀਦਾ
ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਵੀ ਕੋਈ ਅਜੇ ਇਸ ਪਾਸੇ ਕਿਉਂਕਿ ਸਰਕਾਰਾਂ ਦੇ ਰੁਝਾਨ ਹੀ ਨਹੀਂ ਆ ਕਿ ਸਾਹਿਤ, ਕਲਾ ਜਾਂ ਸੱਭਿਆਚਾਰ ਦੀ ਪ੍ਰਫੁੱਲਤਾ ਦੇ ਲਈ ਕੋਈ ਇਹੋ ਜਿਹੀਆਂ ਪਾਲਿਸੀਜ਼ ਹੋਣ, ਜਾਂ ਜਿਹੜੇ ਕੋਈ ਨਿੱਕੇ ਮੋਟੇ ਥੋੜੇ ਬਹੁਤੇ ਜਿਹੜੇ ਫੰਡ ਜਾਰੀ ਹੁੰਦੇ ਸੀ ਉਹ ਵੀ ਨਹੀਂ ਆ। ਸੋ ਅਸੀਂ ਇਹ ਸਾਰੇ ਪ੍ਰੋਗਰਾਮ ਜਿਹੜੇ ਆਨਲਾਈਨ ਕਰਦੇ ਉਹਨਾਂ ਲਈ ਕਿਸੇ ਨੂੰ ਕੋਈ ਆਨਰੇਰੀਅਮ ਨਹੀਂ ਦੇ ਪਾਉਂਦੇ। ਪਰ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਸਾਡੀ ਨੀਤ ਆ ਉਹ ਨੇਕ ਆ, ਤੇ ਅਸੀਂ ਚਾਹੁੰਦੇ ਜ਼ਰੂਰ ਆ ਕਿ ਇਹ ਸਾਰੇ ਜਿਹੜੇ ਸਾਡੇ ਸਾਹਿਤਕਾਰ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਸਵੈਮਾਨ ਹੈ ਜਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੋਇਆ ਜਿਹੜਾ ਹੱਕ ਆ ਉਹ ਜ਼ਰੂਰ ਦਿੱਤਾ ਜਾਵੇ। ਸੋ ਜਿੰਨੇ ਵੀ ਸਾਡੇ ਸਾਹਿਤਕ ਮੈਗਜ਼ੀਨ ਜਿਹੜੇ ਨੇ ਉਹ ਉਹਨਾਂ ਬਾਰੇ ਆਪਣੀ ਗੱਲ ਨਹੀਂ ਹੋਈ ਮੈਂ, ਕਿਉਂਕਿ ਉਹਨਾਂ ਸਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ। ਸੇਖੋਂ ਸਾਹਿਬ ਨੇ ਗਲਪ ਬਾਰੇ ਬੜੀਆਂ ਗੱਲਾਂ, ਮਤਲਬ ਮੈਨੂੰ ਲੱਗਦਾ ਕਿ ਜੇ ਲਿਟਰੇਚਰ ਦੇ ਵਿਦਿਆਰਥੀ ਆ ਜਿਹੜੇ ਖੋਜ ਕਾਰਜ ਕਰ ਰਹੇ ਹੋਣਗੇ ਉਹਨਾਂ ਨੇ ਜੇ ਪ੍ਰੋਗਰਾਮ ਸੁਣਿਆ ਹੋਊਗਾ, ਕਿਉਂਕਿ YouTube ਤੇ ਤਾਂ ਇਹ ਰਹੂਗਾ ਸਾਡਾ ਪ੍ਰੋਗਰਾਮ, ਤਾਂ ਉਹਨਾਂ ਨੂੰ ਇਹ ਬਹੁਤ ਮੁੱਲਵਾਨ ਗੱਲਾਂ ਨੇ। ਔਰ ਜਦੋਂ ਅਸੀਂ ਵੱਡੇ ਆਲੋਚਕਾਂ ਤੋਂ, ਸਿਰਜਕਾਂ ਤੋਂ ਜਾਂ ਸਾਹਿਤਕਾਰਾਂ ਤੋਂ ਇਹ ਗੱਲਾਂ ਸੁਣਦੇ ਆ ਤਾਂ ਇੱਕੋ ਥੋੜੇ ਜਿਹੇ ਸਮੇਂ ਦੇ ਵਿੱਚ ਸਾਡੇ ਕੋਲ ਬਹੁਤ ਜਿਹੜਾ ਜ਼ਿਆਦਾ ਗਿਆਨ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ। ਸੋ ਇਹੋ ਜਿਹੇ ਪ੍ਰੋਗਰਾਮ ਮੈਨੂੰ ਲੱਗਦਾ ਕਿ ਅਸੀਂ ਡਾਕਟਰ ਦੀਪ ਹੋਰਾਂ ਨਾਲ ਰਾਏ ਕਰਕੇ ਤੇ ਅਸੀਂ ਡਾਕਟਰ ਰਵੇਲ ਹੋਰਾਂ ਨਾਲ ਰਾਏ ਕਰਕੇ ਅਸੀਂ ਚਾਹਾਂਗੇ ਕਿ ਸ਼ਾਇਦ ਆਨਲਾਈਨ ਹੀ ਆਪਾਂ ਕੋਈ ਲੈਕਚਰ ਲੜੀ ਏਦਾਂ ਦੀ ਹਰ ਵਿਧਾ ਦੇ ਉੱਤੇ ਜਿਹਨੂੰ ਬਹੁਤਾ ਟਾਈਮ ਦਿੱਤਾ ਜਾ ਸਕੇ ਔਰ ਇੱਕ ਤੋਂ ਵੱਧ ਜਾਣੇ ਉਹਦੇ ਚ ਸ਼ਾਮਲ ਹੋਣੋ, ਅਸੀਂ ਜ਼ਰੂਰ ਸ਼ੁਰੂ ਕਰ ਸਕਦੇ ਹਾਂ। ਸੋ ਜਿਹੜੇ ਵੀ ਆਪਾਂ ਸਾਹਿਤਕ ਮੈਗਜ਼ੀਨਸ ਦੀ ਗੱਲ ਕੀਤੀ ਨਹੀਂ ਆ, ਪਰ ਉਹਦੇ ਚ ਬਹੁਤ ਸਾਰੇ ਨਵੇਂ ਮੈਗਜ਼ੀਨ ਜਿਹੜੇ ਨੇ ਉਹ ਆਏ ਨੇ ਔਰ ਉਹਨਾਂ ਚ ਕਵਿਤਾ ਕਹਾਣੀ ਛਪਦੀ ਆ ਰਹੀ ਆ। ਕੁਝ ਕੁ ਕਾਰਨਾਂ ਕਰਕੇ ਜਿਵੇਂ ਅਖਬਾਰਾਂ ਦੇ ਵੱਲ ਉਦਾਂ ਦਾ ਹੁਣ ਰੁਝਾਨ ਨਹੀਂ ਹੈਗਾ, ਜਾਂ ਅਖਬਾਰਾਂ ਅਸੀਂ ਘੱਟ ਪੜ੍ਹਦੇ ਹਾਂ ਜਾਂ ਆਨਲਾਈਨ ਪੜ੍ਹ ਲੈਂਦੇ ਆ। ਸੋ ਆਨਲਾਈਨ ਫੇਸਬੁੱਕ ਦੇ ਉੱਤੇ ਵੀ ਕਵਿਤਾ ਕਹਾਣੀ ਜਿਹੜੀ ਉਹ ਆਉਂਦੀ ਰਹੀ ਆ। ਔਰ ਬਹੁਤ ਕੁਝ ਜਿਹੜਾ ਹੈਗਾ ਨਾਰੀ ਦੇ ਸੰਬੰਧ ਦੇ ਵਿੱਚ, ਜਦੋਂ ਅਸੀਂ ਨਾਰੀ ਕਵਿਤਾ ਦੀ ਗੱਲ ਕੀਤੀ ਜਾਂ ਨਾਵਲ ਦੀ ਗੱਲ ਕੀਤੀ ਆ ਜਾਂ ਹੋਰ, ਤਾਂ ਨਿਰਮਲ ਕੌਰ ਕੋਟਲਾ ਜੀ ਨੇ ਉਹ ਵੀ ਇਸੇ ਤਰ੍ਹਾਂ ਦਾ ਇੱਕ, ਮੈਂ ਕਹਿੰਦੀ ਹੁੰਦੀ ਕਿ ਸਾਹਿਤ ਦਾ ਮਤਲਬ ਕੀ ਆ, ਉਹਦਾ ਪ੍ਰਕਾਰ ਤਾਂ ਇਹੋ ਹੀ ਹੈ ਨਾ ਕਿ ਸਮਾਜ ਚੰਗਾ ਹੋਵੇ ਸਾਡਾ, ਭਾਵੇਂ ਉਹ ਕਲਾਸਿਕ ਸਾਹਿਤ ਹੋਵੇ ਜਾਂ, ਪਰ ਇਹ ਜਿਹੜੀ ਇੱਕ ਅੰਦਰ ਮਹਿਸੂਸ ਕਰਦੇ ਆ ਨਾ ਜਦੋਂ ਅਸੀਂ ਸਾਹਿਤ ਦੇ ਨਾਲ ਜੁੜਦੇ ਹਾਂ, ਤੇ ਅੰਦਰਲਾ ਸਾਡਾ ਬੜਾ ਉਵੇਂ ਹੀ ਪਿਓਰ ਹੁੰਦਾ ਵਾ, ਉਵੇਂ ਹੀ ਸ਼ੁੱਧ ਹੁੰਦਾ ਜਿੰਨਾ ਕਿ ਸਾਡਾ ਗੁਰਦੁਆਰੇ ਜਾ ਕੇ ਅਸੀਂ ਮਹਿਸੂਸ ਕਰਦੇ ਉਸ ਮਾਹੌਲ ਦੇ ਵਿੱਚ। ਤੇ ਉਹ ਜਿਹੜੇ ਇਹ ਮੰਚ ਨੇ, ਚਾਹੇ ਉਹ ਫੇਸਬੁੱਕ ਆ ਜਾਂ ਹੋਰ, ਉਹ ਸਾਰੇ ਮੰਚ ਜੋੜਦੇ ਨੇ ਆਪਸ ਦੇ ਵਿੱਚ। ਸੋ ਅਸੀਂ ਇੱਕ ਦੂਜੇ ਦੇ ਨਾਲ ਸੋਹਣਾ ਸਮਾਂ ਜਿਹੜਾ ਹੈ ਉਹ ਇੱਕ ਦੂਜੇ ਨੂੰ ਜਾਣ ਪਛਾਣ ਕੇ ਲੰਘਾ ਸਕਦੇ ਹਾਂ। ਤੇ ਇੱਕ ਮੈਨੂੰ ਹਮੇਸ਼ਾ ਤੋਂ ਏਦਾਂ ਲੱਗਦਾ ਹੁੰਦਾ ਕਿ ਅਸੀਂ ਠੀਕ ਆ, ਤਰਾਸਦੀ ਕਹਿੰਦੇ ਆ ਕਿ ਆਪਾਂ ਇੱਕ ਬਣੇ ਬਣਾਏ ਸਾਡੇ ਰੁਝਾਨ ਨੇ ਕਵਿਤਾ ਦੇ ਵਿੱਚ ਜੇ ਦੇਖੀਏ ਜਾਂ ਹੋਰ ਵੀ ਇੱਕ ਫਰੇਮਵਰਕ ਦੇ ਵਿੱਚ ਅਸੀਂ ਬੱਝੇ ਹੋਏ ਆ। ਸਾਡੀ ਸੋਚ ਇੱਕ ਕਹਿ ਲਓ ਕਿ ਮੈਂ ਕਹਿੰਦੀ ਹੁੰਦੀ ਹਾਂ ਵੀ ਹੈਂਡ ਪੈਕਡ ਹੈ, ਖਾਨਿਆਂ ਚ ਬੰਦ ਆ। ਜਦੋਂ ਤੱਕ ਅਸੀਂ ਉਹਦੇ ਤੋਂ ਉੱਪਰ ਨਹੀਂ ਉੱਠਾਂਗੇ, ਅਸੀਂ ਵਿਸ਼ਾਲ ਕਾਇਨਾਤ ਨਾਲ, ਬ੍ਰਹਿਮੰਡ ਨਾਲ ਜਾਂ ਉਸ ਦੁਆਲੇ ਨਾਲ ਨਹੀਂ ਜੁੜਾਂਗੇ, ਉਦੋਂ ਤੱਕ ਉਸ ਤਰ੍ਹਾਂ ਦਾ ਸਾਹਿਤ ਜਿਹੜਾ ਉਹ ਨਹੀਂ ਲਿਖ ਪਾਇਆ ਜਾਊਗਾ। ਬੜੀਆਂ ਸਾਰੀਆਂ ਗੱਲਾਂ ਨੇ ਜੇ ਅਸੀਂ ਇਹਨੂੰ ਆਲੋਚਨਾਤਮਕ ਢੰਗ ਦੇ ਨਾਲ ਵੇਖੀਏ ਤਾਂ, ਪਰ ਉਹ ਸਾਰੀਆਂ ਹੁਣ ਇਸ ਮੰਚ ਤੇ ਇਸ ਤਰ੍ਹਾਂ ਨਾਲ ਕਰਨੀਆਂ ਸੰਭਵ ਨਹੀਂ ਆ। ਇੱਥੋਂ ਤੱਕ ਕਿ ਜੇ ਸਰਕਾਰਾਂ ਦੀਆਂ ਪਾਲਿਸੀਜ਼ ਦੀ ਗੱਲ ਕਰੀਏ ਜਾਂ ਬੱਚਿਆਂ ਦੀ ਗੱਲ ਕਰੀਏ, ਜਾਂ ਮੈਂ ਪਿੱਛੇ ਜੇ ਇੱਕ ਕਵਿਤਾ ਲਿਖੀ ਸੀ ਕਿ ਬਾਲਾਂ ਦਾ ਕੈਲੰਡਰ, ਕਿ ਬਾਲਾਂ ਦਾ ਕੈਲੰਡਰ ਜਿਹੜਾ ਮੌਸਮ ਦੇ ਅਨੁਸਾਰ ਨਹੀਂ ਚੱਲਦਾ। ਬਾਲਾਂ ਦਾ ਕੈਲੰਡਰ ਤਾਂ ਇਹੀ ਹੁੰਦਾ ਕਿ ਜੇ ਹੁਣ ਠੰਡ ਦੇ ਵਿੱਚ ਜਾਂ ਠੰਡ ਅਨੁਸਾਰ ਅਸੀਂ ਸੋਚੀਏ ਕਿ ਇੰਨੇ ਤੋਂ ਇੰਨੇ ਤੱਕ ਛੁੱਟੀਆਂ ਹੋ ਜਾਣੀਆਂ, ਆਹ ਹੋ ਜਾਏ, ਜਾਂ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਜਾਂ ਉਹਨਾਂ ਦੀ ਸਰੀਰਕ ਸਮਰੱਥਾ ਅਨੁਸਾਰ ਅਸੀਂ ਉਸ ਤਰ੍ਹਾਂ ਦੇ ਕੋਈ ਕੈਲੰਡਰ ਬਣਾਈਏ ਜਾਂ ਉਦਾਂ ਦੇ ਪਾਠਕ੍ਰਮ ਬਣਾਈਏ, ਤੇ ਉਹ ਸੰਭਵ ਨਹੀਂ ਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰਾ ਕੰਮ ਜਿਹੜਾ ਅਜੇ ਕਰਨ ਵਾਲਾ ਆ, ਉਹ ਪਾਠਕ੍ਰਮ ਦੇ ਤੌਰ ਤੇ ਵੀ ਆ, ਉਹ ਪੁਸਤਕਾਂ ਦੇ ਤੌਰ ਤੇ ਵੀ ਆ। ਪਰ ਮੈਂ ਪ੍ਰੀਤੀ ਸ਼ੈਲੀ ਦੀ ਬਹੁਤ ਸਾਰੀਆਂ ਗੱਲਾਂ ਸੁਣੀਆਂ ਨੇ, ਅਸੀਂ ਮਿਲੇ ਨਹੀਂ ਆ ਅਜੇ ਤੱਕ, ਤੇ ਮੈਨੂੰ ਉਮੀਦ ਆ ਕਿ ਅਸੀਂ ਭਵਿੱਖ ਦੇ ਵਿੱਚ ਜ਼ਰੂਰ ਮਿਲਾਂਗੇ। ਔਰ ਮੈਂ ਕਹਾਂਗੀ ਕਿ ਮੇਰੀਆਂ ਅਗਲੀਆਂ ਕਿਤਾਬਾਂ ਜ਼ਰੂਰ ਇਹੋ ਹੀ ਛਾਪਣ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਲੇਖਕਾਂ ਕੋਲੇ ਸਾਡੇ ਕੋਲੇ ਆਉਂਦੇ ਨੇ ਕਿ ਪੈਸੇ ਨਹੀਂ ਹੁੰਦੇ ਉਹਨਾਂ ਕੋਲੇ ਛਾਪਣ ਦੇ ਲਈ ਜਾਂ ਬੱਚਿਆਂ ਦੇ ਲਈ। ਜਿਹੜੀਆਂ ਗੱਲਾਂ ਸਤਪਾਲ ਭੀਖੀ ਜੀ ਨੇ ਕੀਤੀਆਂ ਕਿ ਜੇ ਬੱਚੇ
ਨਹੀਂ ਛਪਵਾ ਸਕਦੇ ਤਾਂ ਜ਼ਰੂਰ ਉਸ ਨੂੰ ਸੰਗ੍ਰਹਿਤ ਕੀਤਾ ਜਾਵੇ। ਤੇ ਜਿਵੇਂ ਅਸੀਂ ਪਹਿਲਾਂ ਵੀ ਅਸੀਂ ਕੇਵਲ ਬੱਚੇ ਨਹੀਂ ਹਾਂ ਇੱਕ ਕਿਤਾਬ ਐਡਿਟ ਕੀਤੀ ਸੀ ਪੰਜਾਬ ਸਾਹਿਤ ਅਕਾਦਮੀ ਵੱਲੋਂ, ਤੇ ਪੰਜਾਬ ਸਾਹਿਤ ਅਕਾਦਮੀ ਆਪਣੇ ਬੱਚਿਆਂ ਦੇ ਲਈ ਹਮੇਸ਼ਾ ਹੀ ਜਿਹੜੀ ਹੈਗੀ ਆ ਉਹਦੇ ਦਰਵਾਜ਼ੇ ਖੁੱਲੇ ਹੋਏ ਨੇ, ਭਾਵੇਂ ਪੈਸਿਆਂ ਦੇ ਵੱਲੋਂ ਜਾਂ ਹੋਰ ਵੀ ਤਰ੍ਹਾਂ, ਕਿਉਂਕਿ ਇਹ ਸਾਡਾ ਸਰਮਾਇਆ ਹੈ, ਇਹਨਾਂ ਨੂੰ ਸਾਂਭਣਾ ਸਾਡਾ ਫਰਜ਼ ਬਣਦਾ। ਸੋ ਜੇਕਰ ਉੱਥੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਤੇ ਆਪਾਂ ਉਹ ਕਿਤਾਬਾਂ ਨੂੰ ਜ਼ਰੂਰ ਛਾਪਾਂਗੇ। ਸੋ ਮੈਨੂੰ ਇਹ ਵੀ ਉਮੀਦ ਆ ਕਿ ਅਸੀਂ ਸਾਹਿਤ ਨੂੰ ਭਵਿੱਖ ਦੇ ਵਿੱਚ ਕੱਲਾ ਸਿਰਫ ਸੋਚਣ ਸਮਝਣ ਜਾਂ ਇਹਨੂੰ ਕਹਿ ਲਓ ਕਿ ਉਤਸਵ ਵਾਂਗੂ ਵੀ ਕਦੇ ਕਿਤੇ ਸਮਝੀਏ, ਇਹਨੂੰ ਮਹਿਸੂਸ ਕਰੀਏ। ਜਿਵੇਂ ਪੂਰਨ ਸਿੰਘ ਦੀ ਕਵਿਤਾ ਪੜ੍ਹ ਕੇ ਮੈਨੂੰ ਪਸ਼ੂ ਚੰਗੇ ਲੱਗਦੇ, ਰੇਤਾ ਦੇ ਉੱਤੇ ਲੇਟਣਾ, ਤਾਂ ਉਹ ਇੱਕ ਤਰ੍ਹਾਂ ਨਾਲ ਕਵਿਤਾ ਦਾ ਉਤਸਵ ਮੈਂ ਕਹਿੰਦੀ ਹੁੰਦੀ ਆ। ਸੋ ਸਾਹਿਤ ਨੂੰ ਜ਼ਰੂਰ ਉਤਸਵ ਵਾਂਗੂ ਵੀ ਜ਼ਿੰਦਗੀ ਦੇ ਵਿੱਚ ਅਸੀਂ ਖੁਸ਼ ਰਹਿਣਾ ਵੀ ਸਿੱਖੀਏ, ਤੇ ਖੁਸ਼ੀ ਦੇ ਲਈ ਸਾਨੂੰ ਕੁਝ ਉਸ ਤਰ੍ਹਾਂ ਦਾ ਵੀ ਸਮਰੱਥਾਵਾਨ ਬਣਾਉਣਾ ਪਊਗਾ, ਨਵੇਂ ਪੂਰਨੇ ਪਾਉਣੇ ਪੈਣਗੇ ਕਿ ਜਿਹੜਾ ਸਾਡਾ ਹੈਪੀਨੈਸ ਕੋਸ਼ੈਂਟ ਹੈਗਾ, ਖੁਸ਼ ਰਹਿਣ ਵਾਲਾ ਜਿਹੜਾ ਸਾਡਾ ਜਜ਼ਬਾ ਹੈਗਾ ਜਿਵੇਂ ਭੂਟਾਨ ਦੇ ਲੋਕਾਂ ਦਾ, ਤਾਂ ਅਸੀਂ ਵੀ ਉਹ ਚੀਜ਼ਾਂ ਨੂੰ ਸਿੱਖੀਏ, ਤੰਦਰੁਸਤ ਰਹਿਣਾ ਸਿੱਖੀਏ। ਸੋ ਮੈਨੂੰ ਉਮੀਦ ਆ ਕਿ ਅਸੀਂ ਇਸ ਲੜੀ ਨੂੰ ਹੋਰ ਅਗਾਂਹ ਤੋਰਦੇ ਰਹਾਂਗੇ। ਮੈਨੂੰ ਪਰਮਜੀਤ ਦਿਓਲ ਹੋਰੀ ਦਿਸ ਰਹੇ ਨੇ ਮੇਰੀ ਸਕਰੀਨ ਦੇ ਉੱਤੇ, ਬੜੀ ਸ਼ਿੱਦਤ ਦੇ ਨਾਲ ਸੁਣ ਰਹੇ ਨੇ ਇਹ ਸਾਰੀਆਂ ਗੱਲਾਂ। ਸੋ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਸਾਲ ਦੇ ਵਿੱਚ ਲਿਖਿਆ, ਮੈਨੂੰ ਕਦੇ ਨਹੀਂ ਏਦਾਂ ਲੱਗਾ ਕਿ ਇਹ ਵੱਡਾ ਸਾਹਿਤਕਾਰ ਹੈ, ਛੋਟਾ ਸਾਹਿਤਕਾਰ ਹੈ। ਬਸ ਇੰਨਾ ਹੁੰਦਾ ਕਈਆਂ ਨੂੰ ਮੌਕੇ ਵੱਧ ਮਿਲ ਜਾਂਦੇ ਆ ਤੇ ਕਈਆਂ ਨੂੰ ਮੌਕੇ ਨਹੀਂ ਮਿਲਦੇ। ਕਈ ਵਿਚਾਰੇ ਬਹੁਤ ਸੋਹਣਾ ਲਿਖ ਰਹੇ ਹੁੰਦੇ ਨੇ, ਬਹੁਤ ਵਧੀਆ ਲਿਖ ਰਹੇ ਹੁੰਦੇ ਨੇ, ਪਰ ਉਹਨਾਂ ਦੀ ਚਰਚਾ ਸ਼ਾਇਦ ਉਹਨਾਂ ਨੂੰ ਕਰਵਾਉਣੀ ਨਹੀਂ ਆਉਂਦੀ, ਜਾਂ ਉਹਨਾਂ ਨੂੰ ਉਸ ਤਰ੍ਹਾਂ ਨਾਲ ਕਹਿ ਕੇ ਜਾਂ ਉਹ ਸਾਰਾ ਕੁਝ ਨਹੀਂ ਆਉਂਦਾ ਹੁੰਦਾ। ਪਰ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਜੇ ਲਿਖਤ ਦੇ ਪੱਲੇ ਕੁਝ ਹੋਊਗਾ ਤੇ ਉਹ ਅੱਜ ਨਹੀਂ ਤਾਂ ਕੱਲ ਜ਼ਰੂਰ ਪੜ੍ਹੀ ਜਾਊਗੀ, ਉਹਦੀ ਗੱਲ ਵੀ ਜ਼ਰੂਰ ਹੋਊਗੀ। ਸੋ ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ ਔਰ ਚੰਗਾ ਲਿਖਣਾ ਚਾਹੀਦਾ ਹੈ। ਜਿਹੜੀ ਗੱਲ ਪਨੂ ਸਾਹਿਬ ਨੇ ਸ਼ਬਦ ਦੀ ਜਿਹੜੀ ਕਿ ਆਪਾਂ ਕਹਿੰਦੇ ਆ ਕਿ ਗ੍ਰਾਮੈਟਿਕਲੀ ਉਹਨਾਂ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਸ਼ਬਦ ਜੋੜਾਂ ਦੀਆਂ ਗਲਤੀਆਂ ਹੁੰਦੀਆਂ ਨੇ, ਮੈਨੂੰ ਵੀ ਬਹੁਤ ਮਹਿਸੂਸ ਹੁੰਦੀਆਂ ਨੇ। ਮੈਂ ਵੀ ਇਸ ਗੱਲ ਨੂੰ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਅਸੀਂ ਕੀ ਜਿਨ੍ਹਾਂ ਨੇ ਬਹੁਤ ਸਾਰੇ ਸਾਡੇ ਅਜੇ ਤਾਂ ਮੈਨੂੰ ਲੱਗਦਾ ਪੰਜਾਬੀ ਵਾਲਿਆਂ ਨੂੰ ਵੀ ਸ਼ਾਇਦ ਉਵੇਂ ਨਹੀਂ ਲਿਖਣਾ ਆਉਂਦਾ, ਜਾਂ ਉਹ ਵੀ ਕਿਤੇ ਨਾ ਕਿਤੇ ਅੜ ਜਾਂਦੇ ਨੇ, ਪਰ ਜਿਹੜੇ ਸਾਡੇ ਮੇਰੇ ਨਾਲ ਦੇ ਪ੍ਰੋਫੈਸਰ ਨੇ ਵੱਖਰੇ ਵੱਖ-ਵੱਖ ਵਿਸ਼ਿਆਂ ਦੇ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੰਜਾਬੀ ਲਿਖਣੀ ਨਹੀਂ ਆਉਂਦੀ। ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈਗੀ ਆ ਕਿ ਅਸੀਂ ਪਹਿਲਾਂ ਆਪਣੇ ਇਸ ਭਾਸ਼ਾ ਦੇ ਵਿੱਚ ਸਮਰੱਥਾ ਔਰ ਚੰਗੇ ਜਿਹੜੇ ਸ਼ਬਦ ਜੋੜ, ਸ਼ੁੱਧ ਸ਼ਬਦ ਜੋੜ ਲਿਖਣੇ ਤੇ ਬੋਲਣੇ, ਉਚਾਰਨ ਦੇ ਲਈ ਵੀ ਸਾਨੂੰ ਬਹੁਤ ਮਿਹਨਤ ਦੀ ਲੋੜ ਆ ਕਿ ਅਸੀਂ ਉਸ ਤਰ੍ਹਾਂ ਦਾ ਅਜੇ ਉਚਾਰਨ ਵੀ ਨਹੀਂ ਕਰ ਪਾਉਂਦੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਹੋ ਸਕਦੀਆਂ ਨੇ, ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਇਹ ਸਾਲ ਸਾਡਾ ਅੰਦੋਲਨ ਵਾਲਾ ਸਾਲ ਸੀ। ਕਰੋਨਾ ਨਾਲ ਵੀ ਅਸੀਂ ਲੜੇ ਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਵੀ ਸਿੱਖੀਏ। ਹੁਣ ਤੋਂ ਅਸੀਂ ਇਹਦੇ ਬਾਰੇ ਧਿਆਨ ਰੱਖੀਏ, ਆਪਣੀ ਸਿਹਤ ਦਾ ਧਿਆਨ ਰੱਖੀਏ, ਭੀੜ ਭਾੜ ਵਾਲੀ ਥਾਂ ਤੇ ਜਾਣ ਤੋਂ ਗੁਰੇਜ਼ ਕਰੀਏ, ਤੇ ਆਪਣੇ ਇਮਿਊਨ ਸਿਸਟਮ ਨੂੰ, ਆਪਣੀ ਸਿਹਤ ਨੂੰ ਤੰਦਰੁਸਤ ਜ਼ਰੂਰ ਰੱਖੀਏ ਕਿ ਉਸ ਤਰ੍ਹਾਂ ਨਾਲ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਸਿਹਤਮੰਦ ਹੋਵਾਂਗੇ, ਪੰਜਾਬ ਦੇ ਲੋਕ, ਸਾਡੇ ਆਲੇ ਦੁਆਲੇ ਦੇ ਲੋਕ ਸਿਹਤਮੰਦ ਹੋਣਗੇ ਤਾਂ ਆਰਥਿਕਤਾ ਵੀ ਚੰਗੀ ਹੋਊਗੀ, ਤੇ ਆਰਥਿਕਤਾ ਚੰਗੀ ਹੋਊਗੀ ਤਾਂ ਪੰਜਾਬ ਖੁਸ਼ਹਾਲ ਹੋਊਗਾ, ਤਾਂ ਫਿਰ ਜਿਹੜਾ ਸਾਹਿਤ ਆ ਉਹ ਵੀ ਆਪਣੇ ਆਪ ਦੇ ਵਿੱਚ ਵਧੀਆ ਜਿਹੜਾ ਆ ਉਹ ਆਊਗਾ। ਜਿੱਥੇ ਕਿ ਕਿਸਾਨ ਅੰਦੋਲਨ ਦੀ ਗੱਲ ਹੋਈ ਆ, ਠੀਕ ਹੈ ਕੁਝ ਸਤਹੀ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ, ਜਾਂ ਕਵਿਤਾ ਜਿਹੜੀ ਆ ਉਹ ਇਮੀਡੀਏਟ ਉਹਦਾ ਇਮੇਜ ਹੋ ਗਿਆ ਜਾਂ ਉਹ, ਪਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਮੈਨੂੰ ਤੇ ਏਦਾਂ ਲੱਗਦਾ ਹੁੰਦਾ, ਮੈਂ ਆਲੋਚਕ ਤੇ ਨਹੀਂ ਆ, ਕਿ ਮੈਨੂੰ ਤਾਂ ਬੰਦੇ ਦੀ ਰੂਹ ਜਿਹੜੀ ਆ ਉਹਦੇ ਚ, ਉਹਦੇ ਸਾਹਿਤ ਵਿੱਚੋਂ ਦਿਸਦੀ ਹੁੰਦੀ ਹੈ। ਕਵਿਤਾ ਦੇ ਵਿੱਚੋਂ ਮੈਨੂੰ ਉਹਦਾ ਜਜ਼ਬਾ ਦਿਸਦਾ ਹੁੰਦਾ ਆ, ਤੇ ਉਹਦੀ ਸ਼ਿੱਦਤ ਦਿਸਦੀ ਹੁੰਦੀ ਆ। ਸੋ ਮੇਰੇ ਲਈ ਸਾਰਾ ਸਾਹਿਤ ਹੀ ਮੁੱਲਵਾਨ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਔਰ ਉਮੀਦ ਆ ਕਿ ਪੰਜਾਬ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਅਸੀਂ ਜ਼ਰੂਰ ਮਿਲਦੇ ਰਹਾਂਗੇ। ਇਹਨਾਂ ਪ੍ਰੋਗਰਾਮਾਂ ਦਾ ਇਹੋ ਹੀ ਇੱਕ ਮਕਸਦ ਵੀ ਆ ਤੇ ਫਾਇਦਾ ਵੀ ਤਾਂ ਹੀ ਆ ਜੇ ਅਸੀਂ ਇਹਦੇ ਤੋਂ ਕੋਈ ਸੇਧ ਲੈ ਸਕੀਏ। ਸਾਡੇ ਵਿਦਿਆਰਥੀ ਇਸ ਨੂੰ ਵੇਖਣ, ਸਾਡੇ ਲੋਕ ਸਾਡੇ ਨਾਲ ਅੱਜ ਵੀ ਬਹੁਤ
ਜਾਣੇ ਜੁੜੇ ਹੋਏ ਨੇ ਤੇ ਅਸੀਂ ਇਹਨੂੰ ਜਿਹੜਾ YouTube ਦੇ ਉੱਤੇ ਵੀ ਸਾਂਝਾ ਕਰਾਂਗੇ। ਸੋ ਇੱਕ ਵਾਰੀ ਫੇਰ ਹਰਪਾਲ ਸਿੰਘ ਪੰਨੂ ਜੀ ਦਾ, JB ਸੇਖੋਂ ਜੀ ਦਾ, ਸਤਪਾਲ ਪੀਖੀ, ਅਰਵਿੰਦਰ ਕਾਕੜਾ, ਪ੍ਰੀਤੀ ਸ਼ੈਲੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਮੁੱਲਵਾਨ ਸਮਾਂ ਦਿੱਤਾ, ਡਾਕਟਰ ਰਵੇਲ ਸਿੰਘ, ਡਾਕਟਰ ਕੁਲਦੀਪ ਦੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਉਮੀਦ ਆ ਕਿ ਆਉਣ ਵਾਲਾ ਸਾਲ ਜਿਹੜਾ 2023 ਆ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ। ਤੇ ਇਸੇ ਤਰ੍ਹਾਂ ਹੋਵੇ ਕਿ ਪੰਜਾਬ ਦੇ ਸਾਡੇ ਲੋਕ ਪੂਰੇ, ਔਰ ਇਥੋਂ ਮੈਂ ਤਾਂ ਇਹੀ ਕਹਾਂਗੀ ਕਿ ਪੂਰੀ ਦੁਨੀਆ ਦੇ ਲੋਕ ਜਿਹੜੇ ਹੱਸਦੇ ਵਸਦੇ ਰਹਿਣ, ਤੰਦਰੁਸਤ ਰਹਿਣ, ਕਿਤੇ ਕੋਈ ਵਬਾ ਨਾ ਫੈਲੇ, ਸਾਰੀ ਦੁਨੀਆ ਦੇ ਵਿੱਚ ਲੋਕ ਜਿਹੜੇ ਨੇ ਖੁਸ਼ਹਾਲ ਹੋਣ, ਆਰਥਿਕਤਾ ਤੌਰ ਦੇ ਉੱਤੇ ਸਾਰੇ ਤਰੱਕੀ ਕਰਨ ਤੇ ਜ਼ਿੰਦਗੀ ਜਿਹੜੀ ਉਹ ਬਾਬੇ ਨਾਨਕ ਵਾਲੀ ਜਿਹੜੀ ਜੀਵਨ ਜਾਚ ਆ ਉਹਦੇ ਅਨੁਸਾਰ ਅਸੀਂ ਅਗਾਂਹ ਤੁਰਦੇ ਰਹੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਆਪਾਂ ਜ਼ਰੂਰ ਮਿਲਦੇ ਰਹਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗੇ ਚੰਗੇ ਪ੍ਰੋਗਰਾਮ ਜਿਹੜੇ ਉਹ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ। ਤੁਹਾਡਾ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ, ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਬਿਨਾਂ ਕਿਸੇ ਆਨਰੇਰੀਅਮ ਦੇ। ਇਸ ਗੱਲ ਲਈ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ ਔਰ ਨਵੇਂ ਸਾਲ ਲਈ ਬਹੁਤ 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 ਦੁਆਵਾਂ ਜੀ। ਦੋ ਬੇਨਤੀਆਂ ਨੇ ਬਹੁਤ ਦੋਸਤੋ। ਸੋਹਣੇ ਵਿਚਾਰ। ਇੱਕ ਤਾਂ ਇਹ ਹੈ ਕਿ ਹਰ ਮਹੀਨੇ ਦੀ ਅਖੀਰਲੀ ਤਰੀਕ ਨੂੰ ਇਹ ਬੰਧਨਵਾਰ ਇਸੇ ਸਮੇਂ ਤੇ ਹੁੰਦਾ ਹੈ ਤੇ ਤੁਸੀਂ ਸਾਡੇ ਨਾਲ ਜੁੜਦੇ ਰਹੋ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਹਰ ਮਹੀਨੇ ਦੀ ਅਖੀਰਲੀ ਤਰੀਕ ਨੂੰ ਆਪਾਂ ਕਰਦੇ ਹਾਂ। ਦੂਜਾ ਇਹ ਹੈ ਕਿ ਇਸ ਪ੍ਰੋਗਰਾਮ ਦੀ ਦੂਜੀ ਲੜੀ ਅਸੀਂ ਨਵੇਂ ਸਾਲ ਦੇ ਪਹਿਲੇ ਹਫਤੇ ਦੇ ਵਿੱਚ ਹੀ ਕਰਾਂਗੇ। JB ਸੇਖੋਂ ਸਾਹਿਬ ਨੂੰ ਅਸੀਂ ਦੁਬਾਰੇ ਇਨਵਾਈਟ ਕਰਾਂਗੇ ਕਿਉਂਕਿ ਉਹਨਾਂ ਨੇ ਕਹਾਣੀ ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਇਸ ਤੋਂ ਬਾਅਦ ਨਾਟਕ, ਪ੍ਰਵਾਸੀ ਸਾਹਿਤ, ਫੇਸਬੁੱਕ ਵਾਲਾ ਲਿਟਰੇਚਰ, ਹੋਰ ਬਹੁਤ ਸਾਰੇ ਸਾਹਿਤ ਦੇ ਮੁੱਦੇ ਨੇ ਜਿਹੜੇ, ਵਾਰਤਕ ਦੀਆਂ ਬਹੁਤ ਸਾਰੀਆਂ ਸਿਨਫਾਂ ਨੇ ਜਿਹੜੀਆਂ, ਉਹਨਾਂ ਤੇ ਆਪਾਂ 2-3 ਪ੍ਰੋਗਰਾਮ ਲਗਾਤਾਰ ਕਰਾਂਗੇ ਤੇ ਜਲਦੀ 3-4 ਦਿਨਾਂ ਦੇ ਵਿੱਚ ਇਸ ਤੁਹਾਨੂੰ ਦੁਬਾਰੇ ਕਾਲ ਕਰਾਂਗੇ। ਉਹਦੇ ਵਿੱਚ ਆਪਾਂ ਹੋਰ ਖੂਬਸੂਰਤ ਗੱਲਾਂ ਕਰਾਂਗੇ, ਹੋਰ ਵਿਦਵਾਨਾਂ ਨਾਲ ਆਪਾਂ ਗੱਲਾਂ ਕਰਾਂਗੇ। ਸੋਹਲ ਮੈਡਮ ਕੁਝ ਕਹਿਣਾ ਚਾਹੁੰਦੇ ਨੇ ਜੀ? ਜੀ ਮੈਂ ਹਾਂ, ਕਿਉਂਕਿ ਸਾਡੇ ਨਾਲ ਹੁਣ ਇਸ ਵੇਲੇ ਪ੍ਰਵਾਸੀ ਤੇ ਨਹੀਂ, ਸਾਡੇ ਮੁਹੱਬਤੀ ਲੋਕ ਕੈਨੇਡਾ ਤੋਂ ਵੀ ਜੁੜੇ ਹੋਏ ਨੇ। ਤਾਂ ਮੈਂ ਚਾਹਾਂਗੀ ਕਿ ਅਸੀਂ ਫਰਵਰੀ ਦੇ ਅਖੀਰ ਦੇ ਵਿੱਚ ਅਸੀਂ 26, 27, 28 ਕੁਛ ਏਦਾਂ 3-4 ਦਿਨਾਂ ਦੇ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਕਰਨ ਜਾ ਰਹੇ ਹਾਂ ਪੰਜਾਬ ਸਾਹਿਤ ਅਕਾਦਮੀ ਵੱਲੋਂ। ਸੋ ਜਿਹੜੇ ਸਾਡੇ ਸੱਜਣ ਆ ਸਕਦੇ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਸਾਨੂੰ ਜ਼ਰੂਰ ਦੱਸ ਦੇਣ ਤਾਂ ਕਿ ਅਸੀਂ ਉਹਨਾਂ ਦੀ ਉਸੇ ਤਰ੍ਹਾਂ ਨਾਲ ਸ਼ਮੂਲੀਅਤ ਕਰ ਸਕੀਏ। ਤੇ ਦੂਸਰਾ ਜਿਹੜਾ ਹੈਗਾ ਅੰਤਰਰਾਸ਼ਟਰੀ ਭਾਸ਼ਾ ਦਿਵਸ, ਉਹ ਵੀ 21 ਫਰਵਰੀ ਦਾ ਹੈ। ਔਰ ਜਿਹੜਾ 8 ਮਾਰਚ ਨੂੰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਰੀ ਦਿਵਸ ਨੂੰ ਮਨਾਈਏ, ਜਿਹਦੇ ਵਿੱਚ ਸਾਡਾ ਸਾਹਿਤ ਔਰ ਸਾਡੀਆਂ ਜਿਹੜੀਆਂ ਪੰਜਾਬੀ ਔਰਤਾਂ ਦੀਆਂ ਸਮੱਸਿਆਵਾਂ ਉਹ ਸਾਰੇ ਕਾਸੇ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਕਰਾਂਗੇ। ਸੋ ਜਿਹੜੇ ਸਾਡੇ ਮੁਹੱਬਤੀ ਦੋਸਤ ਆਉਣਾ ਚਾਹਣਗੇ ਉਹ ਜ਼ਰੂਰ ਸਾਨੂੰ ਦੱਸ ਦੇਣ ਤਾਂ ਕਿ ਅਸੀਂ ਯਥਾਯੋਗ ਉਹਨਾਂ ਦਾ ਇੰਤਜ਼ਾਮ ਕਰ ਸਕੀਏ ਔਰ ਉਹਨਾਂ ਦੀ ਸ਼ਮੂਲੀਅਤ ਇਹਨਾਂ ਪ੍ਰੋਗਰਾਮਾਂ 'ਚ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ, ਬਹੁਤ ਬਹੁਤ ਧੰਨਵਾਦ। ਆਓ ਆਪਾਂ ਨਵੇਂ ਸਾਲ ਦਾ ਕਰੀਏ ਸਵਾਗਤ ਤੇ ਪੁਰਾਣੇ ਨੂੰ ਕਹੀਏ ਅਲਵਿਦਾ। 2 ਘੰਟਿਆਂ ਬਾਅਦ ਆਪਾਂ ਨਵੇਂ ਸਾਲ ਦੇ ਜੋਨ 'ਚ ਪ੍ਰਵੇਸ਼ ਕਰ ਜਾਾਂਗੇ। ਹੱਸਦੇ ਵਸਦੇ ਰਹੋ। ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਥੈਂਕ ਯੂ ਜੀ।